ਸੁਖਵਿੰਦਰ ਕੌਰ ਸ਼ੁੱਕਰਵਾਰ ਦੇ ਪ੍ਰੋਗਰਾਮ ਦੀ ਮੇਜ਼ਬਾਨ ਤੁਹਾਡੇ ਲਈ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਹੀ ਖਾਸ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ, ਪੰਜਾਬੀ ਭਾਸ਼ਾ ਨੂੰ ਸਮਰਪਿਤ। ਹਰੇਕ ਮਾਂ ਬੋਲੀ ਇੱਕ ਆਪਣਾ ਸਥਾਨ ਰੱਖਦੀ ਹੈ। ਹਰੇਕ ਮਾਂ ਬੋਲੀ ਦਾ ਇੱਕ ਆਪਣਾ ਵਜੂਦ ਹੁੰਦਾ, ਭਾਵੇਂ ਉਹ ਪੰਜਾਬੀ ਹੋਵੇ ਜਾਂ ਕਿਸੇ ਹੋਰ ਭਾਸ਼ਾ ਦੀ ਵਿੱਚ ਅਲੱਗ-ਅਲੱਗ ਖੇਤਰਾਂ ਦੇ ਵਿੱਚ ਬੋਲੀ ਜਾਂਦੀ ਬੋਲੀ। ਹਰੇਕ ਭਾਸ਼ਾ ਦਾ ਆਪਣਾ ਸਤਿਕਾਰ ਹੁੰਦਾ ਹੈ, ਪਰ ਉਸ ਸਤਿਕਾਰ ਨੂੰ ਜਿਹੜਾ ਬਰਕਰਾਰ ਰੱਖਣਾ ਉੱਥੋਂ ਦੇ ਲੋਕਾਂ ਦਾ, ਉੱਥੋਂ ਦੇ ਵਸਿੰਦਿਆਂ ਦਾ ਜਿਹੜਾ ਫਰਜ਼ ਬਣਦਾ ਹੈ। ਮੈਂ ਪ੍ਰੋਗਰਾਮ ਦਾ ਆਗਾਜ਼ ਕਰਦੀ ਹਾਂ ਸੁਰਜੀਤ ਪਾਤਰ ਜੀ ਦੀਆਂ ਸਤਰਾਂ ਦੇ ਨਾਲ ਕਿ ਚੀਂ ਚੀਂ ਕਰਦੀਆਂ ਚਿੜੀਆਂ ਦਾ, ਚੀਂ ਚੀਂ ਕਰਦੀਆਂ ਚਿੜੀਆਂ ਦਾ, ਕਲ ਕਲ ਕਰਦੀਆਂ ਨਦੀਆਂ ਦਾ, ਤੇ ਛਾਂ ਛਾਂ ਕਰਦੇ ਬਿਰਖਾਂ ਦਾ ਆਪਣਾ ਹੀ ਤਰਾਨਾ ਹੁੰਦਾ ਹੈ। ਮੈਂ ਸੁਣਿਆ ਹੈ ਇਸ ਧਰਤੀ ਤੇ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਬੱਚਿਆਂ ਨੂੰ ਆਪਣੀ ਹੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਹੈ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਪੰਜਾਬੀ ਭਾਸ਼ਾ ਦੀ। ਪੰਜਾਬੀ ਭਾਸ਼ਾ, ਪੰਜਾਬੀ ਮਾਂ ਬੋਲੀ, ਜਿਹਨੂੰ ਬੋਲਣ ਦੇ ਉੱਤੇ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜੁਰਮਾਨਾ ਹੁੰਦਾ ਕਿ ਉਹ ਆਪਣੀ ਮਾਂ ਬੋਲੀ ਕਿਉਂ ਬੋਲ ਰਹੇ ਨੇ। ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਭਾਸ਼ਾ ਜੋ ਸਮੇਂ ਦੇ ਨਾਲ ਨਾਲ ਵਿਕਾਸ ਕਰਦੀ ਰਹਿੰਦੀ ਹੈ, ਉਸ ਨੂੰ ਬੋਲਣ ਦੇ ਉੱਤੇ ਰੋਕਾਂ ਲਾਉਣੀਆਂ, ਉਸ ਨੂੰ ਅੱਗੇ ਵਧਣ ਤੋਂ ਰੋਕਣਾ ਜਿਹੜਾ ਇਹ ਸਰਕਾਰਾਂ ਦਾ ਜਾਂ ਹੋਰ ਨੀਤੀਆਂ ਦਾ ਜਿਹੜਾ ਕੰਮ ਹੁੰਦਾ ਹੈ, ਉਸ ਨੂੰ ਅਸੀਂ ਅੱਜ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਹਾਜ਼ਰ ਨੇ ਵੀਰ ਪ੍ਰਭਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਹਾਂਜੀ, ਸਾਡਾ ਅੱਜ ਦਾ ਵਿਸ਼ਾ ਜਿਹੜਾ ਹੈ ਬਹੁਤ ਹੀ ਖਾਸ ਪੰਜਾਬੀ ਭਾਸ਼ਾ ਨੂੰ ਸਮਰਪਿਤ। ਇਸ ਭਾਸ਼ਾ ਦੇ ਬਾਰੇ ਅਸੀਂ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਰਨਾ ਚਾਹੁੰਦੀ ਹਾਂ ਕਿ ਭਾਸ਼ਾ ਹੁੰਦੀ ਕੀ ਹੈ। ਭਾਸ਼ਾ ਤੁਹਾਡੇ ਮਨ ਦੇ ਵਲਵਲਿਆਂ ਨੂੰ ਦੂਜੇ ਤੱਕ ਪਹੁੰਚਾਉਣਾ, ਜੋ ਤੁਸੀਂ ਮਹਿਸੂਸ ਕਰਦੇ ਹੋ ਦੂਜਾ ਬੰਦਾ ਉਸ ਗੱਲ ਨੂੰ ਮਹਿਸੂਸ ਕਰ ਸਕੇ। ਤੁਹਾਡੇ ਮਨ ਦੇ ਵਲਵਲੇ, ਤੁਹਾਨੂੰ ਕੀ ਚਾਹੀਦਾ, ਕੀ ਨਹੀਂ ਚਾਹੀਦਾ, ਤੁਹਾਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ, ਕਿਹੜੀ ਨਹੀਂ ਲੱਗਦੀ, ਤੁਸੀਂ ਉਹਨੂੰ ਪ੍ਰਗਟਾਉਣ ਦਾ ਇੱਕ ਸਾਧਨ ਹੈ, ਤੁਹਾਡੇ ਵਿਚਾਰ ਪ੍ਰਗਟਾਉਣ ਦਾ ਸਾਧਨ। ਪਰ ਇਸ ਤੋਂ ਵੀ ਉੱਪਰ ਜਿਹੜੀ ਇੱਕ ਭਾਸ਼ਾ ਹੈ, ਜਿਹੜੀ ਅਕਾਲ ਪੁਰਖ ਉਸ ਪਰਮੇਸ਼ਰ ਨੇ ਬਖਸ਼ੀ ਹੋਈ ਭਾਸ਼ਾ, ਜਿਹਨੂੰ ਅਸੀਂ ਅਣਗੌਲਿਆਂ ਕਰ ਦਿੰਦੇ ਹਾਂ। ਸਾਰੀ ਦੁਨੀਆ ਦੇ ਵਿੱਚ ਭਾਵੇਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਵੱਖ-ਵੱਖ ਖੇਤਰੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਪਰ ਦੋ ਭਾਸ਼ਾਵਾਂ ਜਿਹੜੀਆਂ ਨੇ ਸਾਰੀ ਦੁਨੀਆ ਦੇ ਵਿੱਚ ਸਾਂਝੀਆਂ ਨੇ ਜੀ, ਹੱਸਣਾ ਤੇ ਰੋਣਾ। ਭਾਵੇਂ ਉਹ ਅੰਗਰੇਜ਼ ਹੈ, ਭਾਵੇਂ ਉਹ ਯੂਰਪੀ ਹੈ, ਭਾਵੇਂ ਉਹ ਫਰਾਂਸੀ ਹੈ, ਭਾਵੇਂ ਉਹ ਅਮਰੀਕਨ ਹੈ, ਪਰ ਹੱਸਦਾ ਉਹ ਉਸੇ ਤਰੀਕੇ ਦੇ ਨਾਲ ਹੈ, ਰੋਂਦਾ ਉਹ ਉਸੇ ਤਰੀਕੇ ਦੇ ਨਾਲ ਹੈ। ਇਹ ਅਕਾਲ ਪੁਰਖ ਦੇ ਵੱਲੋਂ ਦੋ ਸਾਂਝੀਆਂ ਭਾਸ਼ਾਵਾਂ ਰੱਖੀਆਂ ਗਈਆਂ ਕਿ ਜਦੋਂ ਬੰਦਾ ਖੁਸ਼ ਹੋਵੇ ਤੇ ਉਹਨੇ ਕਿਹੜੀ ਭਾਸ਼ਾ ਹੈ, ਉਹਦੀ ਹੱਸਣ ਦੀ ਭਾਸ਼ਾ ਹੈ, ਜਦੋਂ ਦੁਖੀ ਹੈ ਕਿਸੇ ਗੱਲ ਤੋਂ ਤੇ ਰੋਣ ਦੀ ਭਾਸ਼ਾ ਹੈ ਜੀ। ਇਸ ਤੋਂ ਪਹਿਲਾਂ ਅਸੀਂ ਪ੍ਰੋਗਰਾਮ ਦੀ ਸਟੇਟਮੈਂਟ ਸਾਂਝੀ ਕਰਦੇ ਹਾਂ। ਪੈਕਾ ਹੁਕੋ ਦੇਤਨਾ ਨੈ ਪੈਮਾਨਤਾਨ, ਤੇ ਸਾਰੇ ਪ੍ਰੋਗਰਾਮਾਂ ਦਾ ਆਧਾਰ ਏਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਗੱਲ ਅੱਗੇ ਮੈਂ ਵੀਰ ਜੀ ਨਾਲ ਅੱਗੇ ਜਾ ਕੇ ਗੱਲਾਂ ਅਸੀਂ ਸਾਂਝੀਆਂ ਕਰਾਂਗੇ। ਅਸੀਂ ਭਾਸ਼ਾ ਦੇ ਵਿਸ਼ੇ ਤੇ ਹੀ ਅੱਜ ਗੱਲਬਾਤ ਕਰਨੀ ਹੈ। ਜਿਵੇਂ ਕਿ ਮੈਂ ਇਹ ਦੱਸਿਆ ਕਿ ਦੋ ਭਾਸ਼ਾਵਾਂ ਜਿਹੜੀਆਂ ਉਹ ਸਾਂਝੀਆਂ ਨੇ ਸਾਰੀ ਦੁਨੀਆ ਦੇ ਵਿੱਚ, ਪਰ ਜਿਉਂ-ਜਿਉਂ ਦੇਸ਼ ਤਰੱਕੀ ਕਰਦੇ ਜਾਂਦੇ ਨੇ, ਭਾਸ਼ਾ ਤਰੱਕੀ ਕਰਦੀ ਜਾਂਦੀ ਹੈ, ਖੇਤਰੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਉਹਨਾਂ ਭਾਸ਼ਾਵਾਂ ਦੇ ਨਾਲ ਜਿਹੜਾ ਅੱਗੇ ਵਿਚਾਰ ਵਟਾਂਦਰਾ ਚੱਲਦਾ ਹੈ, ਗੱਲਬਾਤ ਚੱਲਦੀ ਹੈ, ਵਪਾਰ ਹੁੰਦੇ ਨੇ, ਸਰਕਾਰਾਂ ਬਣਦੀਆਂ ਨੇ, ਦੇਸ਼ ਚੱਲਦੇ ਨੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਜੇ ਦੇਖਣਾ ਹੋਵੇ ਤੇ ਅੰਗਰੇਜ਼ੀ ਭਾਸ਼ਾ ਜਿਹੜੀ ਹੈਗੀ ਹੈ ਉਹ ਇੱਕ ਸਤਿਕਾਰ ਦਾ ਦਰਜਾ ਤੇ ਰੱਖਦੀ ਹੈ, ਅੰਤਰਰਾਸ਼ਟਰੀ ਭਾਸ਼ਾ ਹੈ, ਕਿਉਂਕਿ ਅਜਿਹੀ ਇੱਕ ਭਾਸ਼ਾ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਹੜੀ ਸਾਰੀ ਦੁਨੀਆ ਸਮਝ ਸਕੇ। ਅਸੀਂ ਸਤਿਕਾਰ ਤਾਂ ਕਰਦੇ ਹਾਂ ਅੰਗਰੇਜ਼ੀ ਭਾਸ਼ਾ ਦਾ ਵੀ, ਸਾਰੀਆਂ ਖੇਤਰੀ ਭਾਸ਼ਾਵਾਂ ਦਾ, ਪਰ ਅਸੀਂ ਨਾਲ ਦੇ ਨਾਲ ਆਪਣੀ ਮਾਂ ਬੋਲੀ ਨੂੰ ਜਿਹੜਾ ਉਹ ਵਿਸਾਰ ਨਹੀਂ ਸਕਦੇ। ਕਿਸੇ ਵੀ ਖੇਤਰ ਦੇ ਵਿੱਚ ਵਸਦੇ ਹੋਏ ਲੋਕੀ ਆਪਣੀ ਮਾਂ ਬੋਲੀ ਨੂੰ ਵਿਸਾਰ ਨਹੀਂ ਸਕਦੇ, ਉਹਨੂੰ ਪਿੱਛੇ ਨਹੀਂ ਛੱਡ ਸਕਦੇ, ਕਿਉਂਕਿ ਜਿਹੜਾ ਮਾਂ ਬੋਲੀ ਦੇ ਨਾਲ ਉਹ ਟੁੱਟ ਗਿਆ ਹੈ ਤੇ ਉਹ ਕਿਸੇ ਵੀ ਚੀਜ਼ ਦੇ ਨਾਲ ਨਹੀਂ ਜੋੜ ਸਕਦਾ ਫਿਰ ਬਾਅਦ ਦੇ ਵਿੱਚੋਂ।
ਹੁਣ ਅੰਗਰੇਜ਼ੀ ਭਾਸ਼ਾ ਨੇ ਜੇ ਪਸਾਰ ਕੀਤਾ ਹੈ ਤੇ ਬਾਕੀ ਭਾਸ਼ਾਵਾਂ ਨੂੰ ਆਪਣੇ ਅੰਦਰ ਲੈ ਲਿਆ ਹੈ, ਉਹਨੇ ਬਾਕੀ ਭਾਸ਼ਾਵਾਂ ਦਾ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ। ਇੱਥੇ ਮੈਂ ਵੀਰ ਜੀ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਨਾ ਇੱਕ ਉਦਾਹਰਨ ਦੇਣਾ ਚਾਹਾਂਗੀ ਕਿ ਜਿਹੜੇ ਇੱਕ ਖਿੱਤਾ ਹੈ ਪੰਜਾਬ ਦਾ, ਇੱਕ ਖਿੱਤਾ ਜਾਂ ਅਸੀਂ ਕੁਝ ਇੱਕ ਗਿਣੇ ਚੁਣੇ ਲੋਕੀ ਜਿਹੜੇ ਪਬਲਿਕਲੀ ਲੋਕਾਂ ਦੇ ਵਿੱਚ ਵਿਚਰ ਕੇ ਅੱਗੇ ਹੋ ਕੇ ਇੱਕ ਗੱਲ ਤੇ ਬੜਾ ਜ਼ੋਰ ਦਿੰਦੇ ਨੇ ਕਿ ਅੰਗਰੇਜ਼ ਆ ਕਰਦੇ ਨੇ, ਬਾਹਰ ਦੇ ਲੋਕੀ ਆ ਕਰਦੇ ਨੇ, ਬਾਹਰ ਵਾਲੇ ਵਸਦੇ ਲੋਕਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਅੰਗਰੇਜ਼ੀ ਇਦਾਂ ਹੁੰਦੀ ਹੈ, ਅੰਗਰੇਜ਼ੀ ਲੋਕਾਂ ਦਾ ਰਹਿਣ ਸਹਿਣ ਇਦਾਂ ਦਾ ਹੁੰਦਾ ਹੈ। ਪਰ ਕੀ ਕਿਸੇ ਨੂੰ ਪਤਾ ਹੈ ਕਿ ਅੰਗਰੇਜ਼ੀ ਵੀ ਸਾਰੇ, ਜਿੱਦਾਂ ਹੁਣ ਕੈਨੇਡਾ ਜਾਂ ਅਮਰੀਕਾ ਜਾਂ ਇੰਗਲੈਂਡ ਦੇ ਵਿੱਚ ਅੰਗਰੇਜ਼ੀ ਵੀ ਜਿਹੜੀ ਹੈ ਉਹਨਾਂ ਦੀ ਮਾਂ ਬੋਲੀ ਇੱਕ ਵਰਗ ਦੀ ਹੈ, ਸਾਰੇ ਲੋਕਾਂ ਦੀ ਮਾਂ ਬੋਲੀ ਅੰਗਰੇਜ਼ੀ ਨਹੀਂ ਹੈ। ਉਹਦੇ ਵਿੱਚ ਮੈਂ ਇੱਕ ਗੱਲ ਕਰਨਾ ਚਾਹਾਂਗੀ, 1830 ਦੇ ਲਾਗੇ ਦੀ ਗੱਲ ਹੈ, ਜਦੋਂ ਅੰਗਰੇਜ਼ੀ ਭਾਸ਼ਾ ਬੋਲਦੇ ਅੰਗਰੇਜ਼ਾਂ ਨੇ, ਜਿਨ੍ਹਾਂ ਦੀ ਮਾਂ ਬੋਲੀ ਅੰਗਰੇਜ਼ੀ ਸੀ, ਉਹਨਾਂ ਨੇ ਅਜਿਹੀਆਂ ਹਰਕਤਾਂ ਕੀਤੀਆਂ, ਅਜਿਹਾ ਕੁਝ ਜਿਹੜੀਆਂ ਨੀਤੀਆਂ ਅਪਣਾਈਆਂ ਕਿ ਉਹ ਦੂਜੀਆਂ ਭਾਸ਼ਾਵਾਂ ਨੂੰ ਜਾਂ ਖੇਤਰੀ ਭਾਸ਼ਾਵਾਂ ਨੂੰ ਖਤਮ ਕੀਤਾ ਜਾ ਸਕੇ। ਉਹਨਾਂ ਨੇ ਇੱਕ ਤੇ ਉਦਾਹਰਨ ਸਾਨੂੰ ਪੰਜਾਬ ਤੋਂ ਹੀ ਮਿਲ ਜਾਂਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਲੀਪ ਸਿੰਘ ਨੂੰ ਚੁੱਕ ਕੇ ਲੈ ਜਾਣਾ ਅੰਗਰੇਜ਼ਾਂ ਦੀ ਇੱਕ ਨੀਤੀ। ਸ਼ਾਇਦ ਕਿਸੇ ਨੂੰ ਇਸ ਤਰੀਕੇ ਦੇ ਨਾਲ ਕੋਈ ਨਾ ਦੇਖਦਾ ਹੋਵੇ, ਉਹਨਾਂ ਨੇ ਸਭ ਤੋਂ ਜ਼ਿਆਦਾ ਜਿਹੜਾ ਇੱਕ ਬੱਚੇ ਨੂੰ ਖੋਹਣ ਦਾ ਕੰਮ ਜਿਹੜਾ ਉਹਨਾਂ ਦੀ ਇੱਕ ਨੀਤੀ ਸੀ ਕਿ ਕਿਸ ਤਰੀਕੇ ਦੇ ਨਾਲ ਕਿਸੇ ਪਰਿਵਾਰ ਦਾ ਇੱਕ ਛੋਟਾ ਬੱਚਾ ਖੋਹ ਕੇ ਲੈ ਜਾਇਆ ਜਾਏ, ਆਪਣੇ ਕੋਲ ਰੱਖਿਆ ਜਾਏ ਤੇ ਆਪਣਾ ਵਿਰਸਾ, ਆਪਣੀ ਭਾਸ਼ਾ ਉਹਨੂੰ ਸਿਖਾਈ ਜਾਏ। ਇਸੇ ਨੀਤੀ ਤਹਿਤ ਹੀ ਦਲੀਪ ਸਿੰਘ ਨੂੰ ਚੁੱਕ ਕੇ ਲਿਜਾਇਆ ਗਿਆ ਤੇ ਉਹਨੂੰ ਆਪਣੀ ਮਾਂ ਤੋਂ, ਆਪਣੀ ਮਾਂ ਬੋਲੀ ਤੋਂ, ਆਪਣੇ ਦੇਸ਼ ਤੋਂ ਦੂਰ ਕੀਤਾ ਗਿਆ। ਤੇ ਕਿਸੇ ਨੂੰ ਖਤਮ ਕਰਨਾ ਮਤਲਬ ਉਹਨੂੰ ਉਹਦੀ ਮਾਂ ਬੋਲੀ ਭੁਲਾ ਦਿਓ, ਉਹਦਾ ਬਚਪਨ ਜਿਹੜਾ ਆ ਕਿਸੇ ਦੂਸਰੀ ਜਗ੍ਹਾ ਤੇ ਲੈ ਜਾਓ ਤੇ ਤੁਹਾਡਾ ਆਪਣੇ ਆਪ ਹੀ ਉਹ ਚੀਜ਼ ਖਤਮ ਹੋ ਜਾਏਗੀ। ਜਿੱਦਾਂ ਆਪਾਂ ਦੇਖ ਹੀ ਸਕਦੇ ਹਾਂ ਕਿ ਹੁਣ ਮਹਾਰਾਜਾ ਰਣਜੀਤ ਸਿੰਘ, ਜਿਹਨੂੰ ਅਸੀਂ ਸ਼ੇਰੇ ਪੰਜਾਬ ਕਹਿੰਦੇ ਹਾਂ, ਇੱਕ ਐਡਾ ਵੱਡਾ ਰਾਜ ਕਾਇਮ ਕਰਨ ਵਾਲਾ ਬੰਦਾ, ਉਹਦੇ ਪਰਿਵਾਰ ਦਾ ਇੱਕ ਵੀ ਮੈਂਬਰ ਨਾ ਹੋਵੇ ਤੇ ਜਿਹੜਾ ਹੁਣ ਹੈਗੇ ਨੇ ਬਸ਼ਿੰਦੇ ਉਹਦੇ, ਜੇ ਕੋਈ ਉਹਦਾ ਵਾਰਿਸ ਜਿੰਦਾ ਵੀ ਹੈ ਤੇ ਉਹ ਆਪਣੀ ਮਾਂ ਬੋਲੀ ਨੂੰ ਵਿਸਰ ਚੁੱਕਿਆ ਹੋਇਆ, ਆਪਣਾ ਪਹਿਰਾਵਾ ਵਿਸਰ ਚੁੱਕਿਆ ਹੋਇਆ, ਆਪਣੀ ਦਿੱਖ ਭੁੱਲ ਚੁੱਕਿਆ ਹੋਇਆ। ਸੋ ਕਿਸੇ ਨੂੰ ਸਰਾਪ ਦੇਣਾ ਹੋਵੇ ਤੇ ਉਹਨੂੰ ਆਖ ਦਿਓ ਕਿ ਤੁਹਾਨੂੰ ਤੁਹਾਡੀ ਮਾਂ ਬੋਲੀ ਭੁੱਲ ਜਾਏ। ਸੋ ਇਹ ਗੱਲ ਦੇ ਨਾਲ ਮੈਂ ਇੱਕ ਵੀਰ ਜੀ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਨਾ ਮੈਂ ਇੱਕ ਬੜੀ ਇਹ ਘਟਨਾ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਕਿ 1830 ਦੇ ਲਾਗੇ ਚਾਗੇ ਅੰਗਰੇਜ਼ੀ ਭਾਸ਼ਾ ਬੋਲਦੇ ਸਕੂਲ ਜਿੰਨੇ ਵੀ ਸੀਗੇ, ਉਹਨਾਂ ਦੇ ਵਿੱਚ ਕੀਤਾ ਕੀ ਜਾਂਦਾ ਸੀ ਕਿ ਬੱਚੇ ਜਿਹੜੇ ਆ ਉਹਨਾਂ ਨੂੰ ਜਿਹੜਾ ਘਰਾਂ ਦੇ ਵਿੱਚੋਂ ਲਿਜਾਇਆ ਜਾਂਦਾ ਸੀ ਸਕੂਲਾਂ ਦੇ ਵਿੱਚ, ਤੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਤੇ ਉਹਨਾਂ ਨੂੰ ਜ਼ਬਰਦਸਤੀ ਅੰਗਰੇਜ਼ੀ ਬੋਲਣ ਦੇ ਲਈ ਕਿਹਾ ਜਾਂਦਾ। ਅਸੀਂ ਇਹ ਵਾਲੀ ਘਟਨਾ ਦਾ ਜ਼ਿਕਰ ਨਾਲ ਕਰਾਂਗੇ, ਪਰ ਮੈਂ ਸਭ ਤੋਂ ਪਹਿਲਾਂ ਵੀਰ ਜੀ ਨੂੰ ਸਵਾਲ ਕਰਾਂਗੀ ਕਿ ਵੀਰ ਜੀ, ਜਿਹੜੇ ਮੇਰਾ ਪਹਿਲਾ ਸਵਾਲ ਹੈ ਕਿ ਸਾਡਾ ਵਿਕਾਸ ਦਾ ਮਤਲਬ ਕੀ ਹੁੰਦਾ ਹੈ? ਜੀ, ਵਿਕਾਸ ਦਾ ਮਤਲਬ ਕਿ ਆਪਣੀ ਭਾਸ਼ਾ ਨੂੰ ਭੁੱਲ ਜਾਣਾ, ਦੂਜੀ ਭਾਸ਼ਾ ਨੂੰ ਅਪਣਾ ਲੈਣਾ, ਕੀ ਇਹੀ ਵਿਕਾਸ ਹੈ? ਨਹੀਂ, ਇਦਾਂ ਦੀ ਕੋਈ ਗੱਲ ਨਹੀਂ। ਵੀ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਬੜੀ ਡੀਟੇਲ ਦੇ ਵਿੱਚ ਜਿਹੜੀ ਸਾਰੀ ਇਹ ਅੱਜ ਦੇ ਵਿਸ਼ੇ ਦੀ ਗਰਾਊਂਡ ਬਣਾਈ ਹੈ, ਮੈਂ ਉਹਦੀ ਗੱਲ ਕਰਨਾ ਚਾਹੁੰਦਾ ਵੀ ਕੁਝ ਭਾਸ਼ਾਵਾਂ ਉਹ ਭਾਖਿਆ ਰੂਪ 'ਚ ਆਉਂਦੀਆਂ ਨੇ, ਬੋਲੀ ਦੇ ਰੂਪ 'ਚ ਆਉਂਦੀਆਂ ਨੇ, ਵੱਖਰੀ ਰੂਪ 'ਚ ਆਉਂਦੀਆਂ ਨੇ, ਜਿਹੜੀਆਂ ਬੋਲ ਕੇ ਪ੍ਰਗਟ ਕੀਤੀਆਂ ਜਾਂਦੀਆਂ ਨੇ। ਕੁਝ ਭਾਸ਼ਾਵਾਂ ਬੋਲ ਕੇ ਪ੍ਰਗਟ ਨਹੀਂ ਕੀਤੀਆਂ ਜਾਂਦੀਆਂ, ਉਹਨਾਂ ਦਾ ਆਧਾਰ ਭਾਵ ਹੁੰਦਾ ਹੈ। ਬੜਾ ਸੋਹਣਾ ਤੁਸੀਂ ਇੱਕ ਮਿਸਾਲ ਦਿੱਤੀ ਹੈ, ਰੋਣਾ ਹੈ, ਹੱਸਣਾ ਹੈ, ਮੁਸਕਰਾਉਣਾ ਹੈ, ਜੈਸਚਰ ਪੇਸ਼ ਕਰਨਾ ਆਪਣੇ ਬਾਡੀ ਦਾ, ਇਹ ਆਪਣੇ ਆਪ 'ਚ ਇੱਕ ਵੱਡੀ ਭਾਸ਼ਾ ਹੈ। ਤੇ ਯਾਦ ਰੱਖਿਓ, ਸਭ ਤੋਂ ਜ਼ਿਆਦਾ ਸੰਬੰਧ ਤੁਹਾਡੇ ਇਸ ਭਾਸ਼ਾ ਤੋਂ ਐਸਟੈਬਲਿਸ਼ ਹੋਣੇ ਸ਼ੁਰੂ ਹੁੰਦੇ ਆ। ਦੂਸਰੀ ਭਾਸ਼ਾ ਬਾਅਦ ਵਿੱਚ ਕੇਵਲ ਇੱਕ ਬ੍ਰਿਜ ਦਾ ਕੰਮ ਕਰਦੀ ਹੈ ਜੀ। ਸਭ ਤੋਂ ਪਹਿਲੀ ਭਾਸ਼ਾ ਤੁਹਾਡੇ ਰਿਐਕਸ਼ਨ ਨੇ, ਤੁਹਾਡੇ ਜੈਸਚਰ ਨੇ। ਵੇਖੋ, ਜਦੋਂ ਗੱਲ ਭਾਸ਼ਾ ਦੀ ਆਉਂਦੀ ਹੈ ਨਾ ਭੈਣ ਜੀ, ਭਾਸ਼ਾ ਦੇ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ ਵੀ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ
ਅਪਾਰ। ਜਿਸ ਕਾਦਰ ਨੂੰ ਅਸੀਂ ਚਿਤਵਿਆ, ਜਦੋਂ ਅਸੀਂ ਭਾਸ਼ਾ ਦੀ ਗੱਲ ਕਰਦੇ ਹਾਂ ਤੇ ਅਸੀਂ ਉਸ ਕਾਦਰ ਨੂੰ ਵੀ ਇੱਕ ਭਾਖਾ ਤੈਅ ਕਰਦੇ ਹਾਂ, ਇੱਕ ਭਾਸ਼ਾ ਤੈਅ ਕਰਦੇ ਹਾਂ ਵੀ ਉਹਦੀ ਬੋਲੀ ਜਿਹੜੀ ਹੈ, ਉਹਦੀ ਜਿਹੜੀ ਭਾਸ਼ਾ ਹੈ ਬੜੀ ਨਿਮਰਤਾ ਹੈ। ਫਿਰ ਉਹਦੀ ਭਾਸ਼ਾ ਦੇ ਵਿੱਚੋਂ ਅਸੀਂ ਆਪਣੀ ਭਾਸ਼ਾ ਦੀ ਸੇਧ ਲੈਂਦੇ ਹਾਂ ਵੀ ਜੇ ਉਹਦੀ ਬੋਲੀ ਨਿਮਰਤਾ ਹੈ ਤੇ ਸਾਡੀ ਭਾਸ਼ਾ ਕਿਹੋ ਜਿਹੀ ਹੋਣੀ ਚਾਹੀਦੀ। ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ, ਵੀ ਜੇ ਉਹਦੀ ਭਾਸ਼ਾ ਜਿਹੜੀ ਹੈ ਮਿਠਾਸ ਹੈ, ਭਾਓ ਹੈ, ਭਾਓ ਦੇ ਵਿੱਚ ਡੁੱਬੀ ਹੈ। ਜਿਵੇਂ ਅੱਜ ਕਹਿ ਦਿੱਤਾ ਜਾਂਦਾ ਵਾ ਵੀ ਭਾਓ ਕੱਢ ਦਿਓ, ਭਾਵਨਾ ਤੋਂ ਪਰੇ ਜਾ ਕੇ ਗੱਲ ਕਰਿਓ। ਮੈਂ ਹੈਰਾਨ ਹੋ ਜਾਂਦਾ ਵੀ ਭਾਵਨਾ ਤੋਂ ਪਰੇ ਤੇ ਕੰਧ ਦੀ ਗੱਲ ਕਰ ਸਕਦੀ ਹੈ, ਤੇ ਕੰਧ ਇੱਦਾਂ ਦੀ ਗੱਲ ਕਰ ਸਕਦੀ ਹੈ ਵੀ ਕੇਵਲ ਕੰਧ ਬੰਦੇ ਨੂੰ ਆਤਮ ਹੱਤਿਆ ਕਰਨ ਤੇ ਮਜਬੂਰ ਕਰ ਸਕਦੀ ਹੈ। ਕੰਧ ਦੀ ਭਾਸ਼ਾ ਇੱਕੋ ਹੀ ਆ ਵੀ ਤੁਸੀਂ ਆਤਮ ਹੱਤਿਆ ਕਰੋ। ਇਹੀ ਕਾਰਨ ਹੈ ਵੀ ਜਦੋਂ ਤੁਹਾਨੂੰ ਫੜ ਲਿਆ ਜਾਂਦਾ ਹੈ, ਕਿਸੇ ਕੇਸ ਦੀ ਸਜ਼ਾ ਹੁੰਦੀ ਹੈ, ਤੁਹਾਨੂੰ ਕਿਸੇ ਜ਼ਾਲਮ ਨੂੰ ਸਜ਼ਾ ਹੁੰਦੀ ਹੈ, ਕਿਸੇ ਚੋਰ ਨੂੰ ਸਜ਼ਾ ਹੁੰਦੀ ਹੈ, ਡਾਕੂ ਨੂੰ ਸਜ਼ਾ ਹੁੰਦੀ ਹੈ, ਤਾਂ ਉਹਨੂੰ 4 ਕੰਧਾਂ ਦੇ ਵਿੱਚ ਖੜਾ ਕਰ ਦਿੱਤਾ ਜਾਂਦਾ ਹੈ ਵੀ ਤੂੰ ਇਹਨਾਂ ਕੰਧਾਂ ਦੇ ਦੁਆਲੇ ਰਹਿਣਾ ਹੈ। ਤੇ ਜੇ ਸਜ਼ਾ ਥੋੜੀ ਸੌਫਟ ਆ ਤੇ ਉਹਦੇ ਸਾਹਮਣੇ ਜਿਹੜਾ ਜਿਹਨੂੰ ਅਸੀਂ ਜੇਲ੍ਹ ਕਹਿੰਦੇ ਜਾਂ ਸਾਹਮਣੇ ਜਿਹੜਾ ਜੰਗਲ ਆ ਉਹ ਥੋੜਾ ਵੱਡਾ ਹੋਏਗਾ। ਜੇ ਸਜ਼ਾ ਹਾਰਡ ਹੈ ਤੇ ਜੰਗਲਾ ਘਟਦਾ ਜਾਏਗਾ ਤੇ ਕੰਧ ਵੱਧਦੀ ਜਾਏਗੀ। ਸੋ ਭਾਵਨਾਹੀਨ ਕੇਵਲ ਕੰਧ ਹੁੰਦੀ ਹੈ। ਜਦੋਂ ਭਾਵਨਾਹੀਨ ਵਾਤਾਵਰਨ 'ਚ ਚੱਲ ਜਾਂਦੇ ਜੇ ਤੇ ਉਹਦੇ ਚੋਂ ਖੁਦਕੁਸ਼ੀ ਨਿਕਲਦੀ, ਹੋਰ ਕੁਛ ਨਹੀਂ ਨਿਕਲਦਾ। ਉਹਦੇ ਚੋਂ ਕੇਵਲ ਆਤਮ ਹੱਤਿਆ ਨਿਕਲਦੀ ਹੈ, ਕਿਉਂਕਿ ਮਨੁੱਖ ਭਾਵਾਂ ਨਾਲ ਜੁੜਿਆ ਹੈ। ਮੇਰੇ ਭਾਵ ਨੇ, ਤੁਹਾਡੇ ਭਾਵ ਨੇ, ਉਹ ਜਿਹੜਾ ਭਾਵਾਂ ਦਾ ਇੱਕ ਦੂਜੇ ਦੇ ਨਾਲ ਦਾਨ ਪ੍ਰਦਾਨ ਹੈ, ਇਹਦੇ ਨਾਲ ਹੀ ਜ਼ਿੰਦਗੀ ਚੱਲਦੀ ਹੈ। ਇਸ ਕਰਕੇ ਭਾਵਹੀਨ ਹੋ ਜਾਓ, ਭਾਵ ਮੁਕਤ ਹੋ ਕੇ ਸੋਚੋ, ਭਾਵ ਰਹਿਣ ਦਿਓ। ਇਹ ਕਿਸੇ ਜਾਹਿਲ ਦਿਮਾਗ ਦੇ ਵਿੱਚੋਂ ਨਿਕਲੀ ਹੋਈ ਕੋਈ ਖੇਡ ਹੈ, ਅਦਰਵਾਈਜ਼ ਇੱਦਾਂ ਹੁੰਦਾ ਨਹੀਂ। ਅਸੀਂ ਤੇ ਉਹਨੂੰ ਵੀ ਚਿਤਵਦੇ ਹਾਂ ਤੇ ਉਹਨੂੰ ਵੀ ਭਾਖਿਆ ਭਾਓ ਅਪਾਰ ਤੋਂ ਸ਼ੁਰੂ ਕਰਦੇ ਹਾਂ। ਉਹਨੂੰ ਚਿਤਵਦੇ ਹਾਂ ਵੀ ਅਸੀਂ ਕਹਿੰਦੇ ਹਾਂ ਵੀ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੁਣ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੋਰਾ। ਵੀ ਉਹ ਵੀ ਜਦੋਂ ਉਹਨੂੰ ਵੀ ਚਿਤਵਦੇ ਹਾਂ ਤੇ ਉਹਦੀ ਵੀ ਭਾਖਿਆ ਨੂੰ ਅਸੀਂ ਮਿੱਠੀ ਭਾਖਿਆ ਦੇ ਰੂਪ 'ਚ ਲੈਂਦੇ ਹਾਂ। ਭਾਵ ਉਹਨੂੰ ਵੀ ਭਾਵ ਨਾਲ ਚਿਤਵਦੇ ਹਾਂ ਵੀ ਉਹਦੀ ਭਾਸ਼ਾ ਬੜੀ ਮਿੱਠੀ ਹੈ। ਜੇ ਸਾਡੇ 'ਚ ਭਾਵ ਨਾ ਹੋਣ ਤਾਂ ਭਾਵੇਂ ਮਿੱਠੀ ਹੈ ਤੇ ਭਾਵੇਂ ਕੌੜੀ ਹੈ, ਸਾਨੂੰ ਉਹਦੇ ਨਾਲ ਕੀ ਫਰਕ ਪੈਂਦਾ ਹੈ। ਪੱਥਰ ਭਾਵਹੀਨ ਆ, ਉਹਦੇ ਤੇ ਜ਼ਹਿਰ ਪਾ ਦਿਓ, ਸ਼ਹਿਦ ਪਾ ਦਿਓ, ਪੱਥਰ ਨੂੰ ਫਰਕ ਪਏਗਾ ਕੋਈ? ਪੱਥਰ ਨੂੰ ਕੋਈ ਫਰਕ ਨਹੀਂ ਪਏਗਾ। ਪੱਥਰ ਤੇ ਭਾਵੇਂ ਸ਼ਹਿਦ ਪਾ ਦਿਓ ਤੇ ਭਾਵੇਂ ਜ਼ਹਿਰ ਪਾ ਦਿਓ। ਇਸ ਕਰਕੇ ਭਾਵ ਤੋਂ ਹੀ ਗੱਲ ਚੱਲਦੀ ਹੈ। ਤੇ ਜਿੱਥੋਂ ਤੱਕ ਗੱਲ ਤੁਹਾਡਾ ਜਿਹੜਾ ਪਹਿਲਾ ਸਵਾਲ ਹੈ ਵੀ ਜਿਹੜਾ ਇਹਦਾ ਪੰਜਾਬੀ ਦਾ ਵਿਕਾਸ ਜਾਂ ਪੰਜਾਬੀ ਨੂੰ ਵਿਸਾਰ ਦੇਣਾ, ਇਹਦੇ ਪਿੱਛੇ ਸਭ ਤੋਂ ਵੱਡੀ ਗੱਲ ਸਾਡੀ ਜਿਹੜੀ ਗਲਤੀ ਸਾਡੀ ਕੀ ਹੈ ਵੀ ਅਸੀਂ ਡੇ ਬਾਏ ਡੇ ਭਾਵਹੀਨ ਹੁੰਦੇ ਜਾਂਦੇ ਹਾਂ। ਮੇਰੀ ਇੱਕ ਗੱਲ ਯਾਦ ਰੱਖਿਓ ਜੀ, ਭਾਵਹੀਨ ਦਾ ਜਦੋਂ ਮੈਂ ਭਾਵ ਦਾ ਗੱਲ ਕਰਦਾ ਤੇ ਮੈਂ ਗੱਲ ਇਹ ਨਹੀਂ ਕਰ ਰਿਹਾ ਵੀ ਭਾਵ ਆਪਣੇ ਆਪ 'ਚ ਪੂਰਾ ਹੈ। ਮੈਂ ਇਹ ਗੱਲ ਕਰ ਰਿਹਾ ਵੀ ਭਾਵ ਬੁਨਿਆਦ ਹੈ, ਭਾਵ ਰੋਡ ਹੈ, ਭਾਵ ਸੜਕ ਹੈ ਜੀ। ਜੇ ਸੜਕ ਹੋਏਗੀ ਤੇ ਮੰਜ਼ਿਲ ਤੈਅ ਹੋਏਗੀ। ਹਾਂ, ਉਸ ਤੋਂ ਗੱਲ ਬਾਅਦ ਵੱਖਰੀ ਹੈ ਵੀ ਮੰਜ਼ਿਲ ਤੈਅ ਕਰਨ ਵਾਸਤੇ ਤੁਹਾਨੂੰ ਹੱਥ 'ਚ ਲਾਈਟ ਵੀ ਲੋੜ ਪੈਂਦੀ ਹੈ, ਕਿਉਂਕਿ ਹਨੇਰਾ ਵੀ ਆ ਜਾਂਦਾ ਕਿਸੇ ਵੇਲੇ ਜੀ। ਯਾਦ ਰੱਖਿਓ, ਲਾਈਟ ਦੀ ਲੋੜ ਹਨੇਰੇ 'ਚ ਹੁੰਦੀ ਹੈ, ਚਾਨਣ 'ਚ ਨਹੀਂ। ਜਦੋਂ ਸਾਹਮਣੇ ਸੂਰਜ ਮਘਦਾ ਹੋਵੇ ਨਾ ਤੇ ਸੂਰਜ ਵੱਲ ਨੂੰ ਕੋਈ ਟਾਰਚ ਮਾਰੇ, ਇਸ ਤੋਂ ਵੱਡੀ ਬੇਵਕੂਫੀ ਕੋਈ ਨਹੀਂ ਹੋ ਸਕਦੀ ਜੀ ਜੀ ਜੀ। ਸੋ ਇਸ ਕਰਕੇ ਮਨ ਸਮਝਾਵਣ ਕਾਰਨ ਕਛੂਅਕ ਪੜ੍ਹੀਏ ਗਿਆਨ। ਗਿਆਨ ਦੀ ਲੋੜ ਹੈ, ਗਿਆਨ ਸੰਦ ਹੈ, ਗਿਆਨ ਸੋਰਸ ਹੈ, ਗਿਆਨ ਸੋਮਾ ਹੈ, ਪਰ ਉਦੋਂ ਜਦੋਂ ਲੋੜ ਹੈ। ਨਹੀਂ ਤੇ ਜਿਹੜਾ ਗਿਆਨ ਦੀ ਕਸਰਤ ਹੈ ਨਾ, ਜਿਹੜੀ ਅਸੀਂ ਕਰ ਦਿੰਦੇ ਹਾਂ ਸ਼ੁਰੂ, ਕਸਰਤ ਗਿਆਨੀ ਕਸਰਤ ਕਰਦੇ ਹਾਂ ਜਿਹੜੀ, ਇਹ ਪਾਗਲ ਵੀ ਬਣਾਉਂਦੀ ਹੈ ਬੰਦੇ ਨੂੰ। ਇਸੇ ਕਰਕੇ ਬਹੁਤੇ ਜਿਹੜੇ ਜ਼ਿਆਦਾ ਫਿਲਾਸਫਰ ਲੋਕ ਹੁੰਦੇ ਨੇ ਨਾ, ਗਿਆਨੀ ਕਸਰਤ ਵਾਲੇ, ਇਹ ਬਹੁਤੇ ਜ਼ਿਆਦਾ ਜਾ ਕੇ ਜਿਹੜੇ ਮਾਨਸਿਕ ਰੋਗੀ ਪਾਏ ਜਾਂਦੇ ਨੇ। ਬਹੁਤਾਤ ਇਹਨਾਂ ਦੀ ਜਿਹੜੀ ਸਾਨੂੰ ਸਰਵੇ ਮਿਲਦਾ ਹੈ, ਮਾਨਸਿਕ ਰੋਗੀ ਹੁੰਦੇ ਨੇ ਅਖੀਰ ਤੇ ਜਾ ਕੇ। ਸੋ ਗੱਲ ਮੁੱਕਦੀ ਇੱਥੇ ਹੁੰਦੀ ਹੈ ਵੀ ਹਰ ਗੱਲ ਭਾਵ ਤੋਂ ਉੱਠਣੀ ਹੈ। ਭਾਸ਼ਾ ਦਾ ਵਿਕਾਸ ਜਾਂ ਇਹਦਾ ਪ੍ਰਸਾਰ ਸਾਡੇ ਭਾਵ ਤੋਂ ਹੋਣਾ। ਜਿੱਦਣ ਮੈਂ ਮਹਿਸੂਸ ਕੀਤਾ ਵੀ ਮੇਰੀ ਭਾਸ਼ਾ ਜਿਹੜਾ ਵਾ ਇਹ ਮੇਰੀ ਲੋੜ ਹੈ, ਭਾਸ਼ਾ ਮੇਰੀ ਜ਼ਿੰਦਗੀ ਹੈ। ਪੰਜਾਬੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਭਾਸ਼ਾ ਮੇਰੀ ਪਹਿਚਾਨ ਹੈ। ਉਹ ਜਿਸ ਦਿਨ ਉਹ ਭਾਵ ਸਾਡੇ ਅੰਦਰ ਆਏਗਾ, ਉਸ ਦਿਨ ਭਾਸ਼ਾ ਦਾ ਪ੍ਰਸਾਰ ਤੇ ਪ੍ਰਚਾਰ ਅਸੀਂ ਕਰ ਪਾਵਾਂਗੇ। ਅਦਰਵਾਈਜ਼ ਅਸੀਂ
ਇਸ ਭਾਸ਼ਾ ਦੇ ਨਾਲ, ਅਮੀਰ ਭਾਸ਼ਾ ਦੇ ਨਾਲ, ਪੰਜਾਬੀ ਦੇ ਨਾਲ ਨਹੀਂ ਜੁੜ ਪਾਵਾਂਗੇ, ਉਹਦਾ ਕਾਰਨ ਇਹੋ ਹੀ ਹੈ। ਕਾਰਨ ਇਹ ਹੈ ਵੀ ਸਾਡੇ ਅੰਦਰ ਅੱਜ ਉਹ ਅਟੈਚਮੈਂਟ ਦਾ ਜਿਹੜਾ ਆਪਣੀ ਮਾਂ ਦੇ ਨਾਲ ਅਟੈਚਮੈਂਟ ਦਾ ਵੀ ਇੱਕ ਭਾਵ ਹੁੰਦਾ ਹੈ, ਉਹ ਅਸੀਂ ਜਿਵੇਂ ਇਹ ਕਹਿੰਦੇ ਵੀ ਪੁੱਤ ਕਪੁੱਤ ਹੋ ਜਾਂਦਾ ਹੈ, ਅੱਜ ਦੇ ਪੁੱਤ ਕਪੁੱਤ ਹੋ ਚੁੱਕੇ ਨੇ। ਇਹੀ ਕਾਰਨ ਹੈ ਵੀ ਇਹਦਾ ਪ੍ਰਸਾਰ ਤੇ ਪ੍ਰਚਾਰ ਅਸੀਂ ਕਰ ਨਹੀਂ ਪਾ ਰਹੇ, ਕਿਉਂਕਿ ਮਾਂ, ਜਿਸ ਮਾਂ ਦੀ ਗੋਦ 'ਚ ਅਸੀਂ ਪਲੇ, ਜਿਸ ਮਾਂ ਦੀ ਗੋਦ 'ਚ ਅਸੀਂ ਜਨਮ ਲਿਆ, ਜੰਮਦਿਆਂ ਹੀ ਸਾਨੂੰ ਲੋਰੀਆਂ, ਸਾਨੂੰ ਬਾਤਾਂ, ਕਹਾਣੀਆਂ ਜਿਸ ਮਾਂ ਨੇ ਸੁਣਾਈਆਂ, ਅੱਜ ਉਸ ਮਾਂ ਨੂੰ ਭੁੱਲਣਾ, ਉਸ ਮਾਂ ਨੂੰ ਵਿਸਾਰਨ ਪਿੱਛੇ ਹੋਈ ਹੈ ਵੀ ਅਸੀਂ ਭਾਵਹੀਨ ਹੁੰਦੇ ਜਾਂਦੇ ਹਾਂ। ਅਸੀਂ ਕੇਵਲ ਲੋੜ ਨਾਲ ਕੇਵਲ ਸੰਬੰਧ ਸਾਡਾ ਹੈਗਾ ਵੀ ਅਸੀਂ ਆਪਣੀ ਇੰਡੀਵਿਜੂਅਲ ਤੌਰ 'ਤੇ ਜਿਹੜਾ ਵਾ ਤਰੱਕੀ ਕਰ ਲਈਏ। ਸਾਡੀ ਇੱਕ ਕੌਮੀ, ਇੱਕ ਪਰਿਵਾਰਕ ਪਹਿਚਾਣ ਕੀ ਹੈ, ਉਹਨੂੰ ਅਸੀਂ ਪਿਛਾਂਹ ਸੁੱਟਦੇ ਜਾਂਦੇ ਹਾਂ। ਜੀ 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 ਇਹ ਵੀਰ ਜੀ, ਇਹਦੇ ਨਾਲ ਹੀ ਸੰਬੰਧਿਤ ਮੇਰਾ ਸਵਾਲ ਹੈ ਕਿ ਭਾਸ਼ਾ, ਆਪਾਂ ਵਿਕਾਸ ਦੀ ਤੇ ਗੱਲ ਕਰ ਲਈ ਕਿ ਭਾਸ਼ਾ ਵਿਕਾਸ ਦਾ ਨਾਂ ਆਪਣੀ ਮਾਂ ਬੋਲੀ ਨੂੰ ਵਿਸਾਰਨਾ ਨਹੀਂ ਹੈ, ਪਰ ਕੀ ਜਿਹੜੇ ਕੁਝ ਇੱਕ ਜਿਹੜਾ ਖਿੱਤਾ ਹੈ, ਕੁਝ ਇੱਕ ਜਿਹੜਾ ਵਰਗ ਹੈ ਲੋਕਾਂ ਦਾ, ਉਹ ਇਹ ਗੱਲ ਸੋਚਦਾ ਹੈ ਕਿ ਆਪਣੀ ਜਿਹੜੀ ਪਛਾਣ ਅੰਤਰਰਾਸ਼ਟਰੀ ਪੱਧਰ ਤੇ ਬਣਾਉਣੀ, ਉਹਦੇ ਲਈ ਪੰਜਾਬੀ ਨੂੰ ਸਾਨੂੰ ਪਿੱਛੇ ਰੱਖਣਾ ਪਏਗਾ ਤੇ ਅੰਗਰੇਜ਼ੀ ਨੂੰ ਅਪਣਾਉਣਾ ਪਏਗਾ। ਤੁਸੀਂ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਹੋ ਕਿ ਅੰਤਰਰਾਸ਼ਟਰੀ ਪੱਧਰ ਤੇ ਜਿਹੜੀ ਪਛਾਣ ਹੈ ਉਹ ਪੰਜਾਬੀ ਪਹਿਰਾਵੇ ਜਾਂ ਪੰਜਾਬੀ ਲੁੱਕ ਕਹਿ ਸਕਦੇ ਹਾਂ ਅਸੀਂ, ਜਾਂ ਪੰਜਾਬੀ ਦੇ ਨਾਲ ਵੀ ਬਣਾਈ ਜਾ ਸਕਦੀ ਹੈ? ਵੇਖੋ ਭੈਣ ਜੀ, ਸਭ ਤੋਂ ਵੱਡੀ ਗੱਲ ਇਹ ਹੈ ਵੀ ਕੀ ਅਪਣਾਉਣਾ ਹੈ ਤੁਸੀਂ। ਇਹ ਇੱਕ ਨੈਚੁਰਲ ਫਿਨੋਮੀਨਾ ਹੈ। ਤੁਸੀਂ ਕੀ ਅਪਣਾਉਣਾ ਹੈ, ਜੋ ਤੁਸੀਂ ਅਪਣਾਉਣਾ ਹੈ ਤੁਸੀਂ ਉਹਦੇ ਵਾਸਤੇ ਤਿਆਰ ਹੋਏ ਜੇ, ਜੰਮ ਕੇ ਹੀ ਤਿਆਰ ਹੋਏ, ਜੰਮਣ ਤੋਂ ਪਹਿਲਾਂ ਹੀ ਤਿਆਰ ਹੋ ਗਏ ਤੁਸੀਂ ਕੀ ਅਪਣਾਉਣਾ ਹੈ। ਜੀ ਜੀ, ਧਿਆਨ 'ਚ ਰੱਖੋ ਗੱਲ ਨੂੰ, ਮੈਂ ਦੁਬਾਰਾ, ਕੀ ਤੁਸੀਂ ਅਪਣਾਉਣਾ ਹੈ, ਜੰਮਣ ਤੋਂ ਪਹਿਲਾਂ ਤੁਸੀਂ ਤਿਆਰ ਹੋ ਚੁੱਕੇ ਜੇ ਉਸ ਵਾਸਤੇ ਵੀ ਤੁਸੀਂ ਕੀ ਅਪਣਾਉਣਾ ਹੈ। ਅੰਗਰੇਜ਼ੀ ਜਿਹੜੀ ਹੈ, ਜਾਂ ਜਿਹੜੀ ਹੈ ਇੰਗਲਿਸ਼ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਇਹ ਤੁਹਾਡੀ ਜੋ ਤੁਹਾਡੇ ਝੋਲੇ 'ਚ ਹੈ, ਉਹਦੇ ਵਿੱਚ ਇੱਕ ਐਕਸਟਰਾ ਜਿਹੜਾ ਇੱਕ ਫਲ ਤੇ ਹੋ ਸਕਦਾ ਹੈ। ਪਰ ਜੇ ਕਹੀਏ ਵੀ ਅਸੀਂ ਕੇਵਲ ਅੰਗਰੇਜ਼ੀ ਨਾਲ ਸਾਰਨਾ ਹੈ, ਜਾਂ ਅੰਗਰੇਜ਼ੀ ਦਿਖਾਉਣ ਵਾਸਤੇ ਅਸੀਂ ਪੰਜਾਬੀ ਵਿਸਾਰ ਦੇਣੀ ਹੈ, ਜਾਂ ਅਸੀਂ ਪੰਜਾਬੀ ਤੋਂ ਕੰਨੀ ਕਤਰਾਉਣੀ ਹੈ, ਤੇ ਇਹ ਜਰਾਸਰ ਸਾਡੀ ਅਗਿਆਨਤਾ ਹੋਏਗੀ। ਤੁਸੀਂ ਅੰਗਰੇਜ਼ੀ ਅਪਣਾ ਹੀ ਨਹੀਂ ਸਕਦੇ। ਕਾਰਨ ਹੈ, ਜਿਹੜੇ ਬੱਚੇ ਇੱਥੇ ਜੰਮਦੇ ਨੇ, ਜਦੋਂ ਬੋਲਦੇ ਨੇ, ਅੰਗਰੇਜ਼ੀ ਬੋਲਦੇ ਨੇ, ਉਹਨਾਂ ਦੀ ਤੇ ਸਾਡੀ ਅੰਗਰੇਜ਼ੀ 'ਚ ਫਰਕ ਕਿਉਂ ਹੈ? ਕਿਉਂਕਿ ਉਹ ਜੰਮਦਿਆਂ ਹੀ ਉਹਨਾਂ ਦੇ ਬੁੱਲਾਂ ਦਾ, ਉਹਨਾਂ ਦਾ ਬੋਲਣ ਦਾ ਜਿਹੜਾ ਸਟਾਈਲ ਹੈ, ਉੱਦਾਂ ਵਿਕਾਸ ਕਰਦਾ ਉਹਨਾਂ ਦਾ ਜਿਹੜੇ ਉਹਨਾਂ ਦੇ ਹਾਵ ਭਾਵ ਹੈ, ਉਹ ਉਸੇ ਤਰੀਕੇ ਨਾਲ ਵਿਕਾਸ ਕਰਦੇ ਨੇ ਜਦੋਂ ਜੰਮਦੇ ਉਹ ਭਾਸ਼ਾ ਚੁੱਕਦੇ ਨੇ ਜੀ। ਫਿਰ ਅਸੀਂ ਜਿੰਨਾ ਮਰਜ਼ੀ ਸ਼ੋਅ ਕਰੀ ਜਾਈਏ ਵੀ ਮੈਂ ਬੜੀ ਹਿੰਦੀ ਜਾਂ ਬੜੀ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਦੀ ਗੱਲ ਵੀ ਕਰ ਲਈਏ, ਬੜੀ ਸੋਹਣੀ ਬੋਲਦਾ, ਤੇ ਹੁਣ ਪੰਜਾਬੀ ਨੂੰ ਛੱਡਦੇ ਹਾਂ। ਜਿੱਦਣ ਮਨੋਵਿਗਿਆਨੀ ਵੀ ਮੰਨਦੇ ਵੀ ਜਿੱਦਣ ਕੋਈ ਐਸੀ ਗੱਲ ਹੋਵੇ, ਐਕਸੀਡੈਂਟ ਹੋ ਜੇ, ਤੁਹਾਡੀ ਯਾਦਾਸ਼ਤ ਚਲੇ ਜਾਏ, ਤੇ ਯਾਦ ਰਹੋ ਜਿਹੜੀ ਭਾਸ਼ਾ ਸਿੱਖੀ ਹੈ ਉਹ ਵੀ ਨਾਲ ਹੀ ਚਲੇ ਜਾਂਦੀ। ਉਦਣ ਭਾਸ਼ਾ ਤੁਹਾਡੇ ਕੋਲ ਰਹਿ ਜਾਂਦੀ, ਉਹ ਰਹਿ ਜਾਂਦੀ ਹੈ ਜਿਹੜੀ ਤੁਹਾਨੂੰ ਬਚਪਨ ਜੰਮਦਿਆਂ, ਤੁਹਾਡੇ ਜੰਮਣ ਤੋਂ ਪਹਿਲਾਂ ਜਿਹਦੇ ਹਾਵ ਭਾਵ ਤੁਹਾਡੇ ਅੰਦਰ ਮਾਂ ਪਿਓ ਦੇ ਰਾਹੀਂ ਗਏ, ਜਾਂ ਜੰਮਦਿਆਂ ਜਿਹੜੀ ਭਾਸ਼ਾ ਤੁਹਾਨੂੰ ਮਿਲੀ, ਜਿਹਨੂੰ ਤੁਸੀਂ ਮਾਂ ਬੋਲੀ ਕਹਿ ਦਿੰਦੇ ਜੇ। ਮਤਲਬ ਯਾਦਾਸ਼ਤ ਤੋਂ ਬਾਅਦ ਵੀ ਮਾਂ ਨਹੀਂ ਛੱਡਦੀ ਤੁਹਾਨੂੰ। ਮਾਸੀ ਜਿਹੜੀ ਹੈ ਉਹ ਉਨਾ ਚਿਰ ਵਾਪਸ ਨਹੀਂ ਆਉਣੀ ਜਿੰਨੇ ਚਿਰ ਤੁਸੀਂ ਆਪਣੀ ਸਪਸ਼ਟ ਯਾਦਾਸ਼ਤ 'ਚ ਨਹੀਂ ਹੁੰਦੇ, ਕਿਉਂਕਿ ਬਾਹਰ ਵਾਲੇ ਡਰਦੇ ਹੁੰਦੇ ਨੇ। ਜੇ ਉੱਦਾਂ ਵੀ ਮਿਸਾਲ ਲਈਏ ਵੀ ਬੰਦਾ ਕਿਤੋਂ ਪਾਗਲ ਹੋ ਜਾਏ, ਬਾਹਰ ਵਾਲਾ ਘਰ ਆਉਣ ਤੋਂ ਡਰਦਾ, ਤੇ ਮਾਂ ਫਿਰ ਵੀ ਸਾਂਭਦੀ ਫਿਰਦੀ ਹੈ ਆਪਣੇ ਪਾਗਲ ਬੱਚੇ ਨੂੰ। ਉਹ ਹਾਲਾਤ ਹੈ ਵੀ ਅਪਣਾਉਣ ਵਾਲਾ ਤੇ ਕੰਮ ਸਾਡੇ ਹੱਥੋਂ ਬਾਹਰ ਹੈ। ਅਪਣਾ ਤੇ ਅਸੀਂ ਲਿਆ ਜੰਮਦੇ ਆਂ ਵੀ ਪੰਜਾਬੀ ਸਾਡੀ ਹੈ, ਹੁਣ ਅਸੀਂ ਕਰਦੇ ਹਾਂ ਬਹਾਨੇ, ਨਾਟਕ। ਸੋ ਇਸ ਕਰਕੇ ਉਹ ਨਾਟਕੀਕਰਨ ਨਾ ਕਰੀਏ, ਭਾਸ਼ਾ ਸਿੱਖਣੀ ਚਾਹੀਦੀ ਹੈ। ਅੰਗਰੇਜ਼ੀ ਬੜੀ ਜ਼ਰੂਰੀ ਹੈ, ਹਿੰਦੀ ਵੀ ਸਿੱਖੋ, ਉਰਦੂ ਵੀ ਸਿੱਖੋ, ਫਾਰਸੀ ਸਿੱਖੋ, ਜਿਹੜੀ ਸਿੱਖ ਸਕਦੇ ਜੇ ਸਿੱਖੋ। ਮੈਂ ਵੀ ਲੰਮਾ ਸਮਾਂ ਥਾਈਲੈਂਡ ਵੀ ਰਿਹਾ, ਤੇ ਕੋਸ਼ਿਸ਼ ਕੀਤੀ ਹੈ ਜਿੰਨੀ ਜਿਹੜੀ ਵੀ ਮਿਲਦੀ ਗਈ ਹੈ ਸਿੱਖਣ ਦੀ ਭਾਸ਼ਾ ਕੋਸ਼ਿਸ਼ ਕੀਤੀ ਹੈ। ਥੋੜ੍ਹੀ ਬਹੁਤੀ ਜਰਮਨ ਸਮਝ ਵੀ ਲਈਦੀ ਹੈ, ਥੋੜ੍ਹੀ ਬਹੁਤੀ ਉਸ ਟਾਈਮ ਦੇ ਉੱਤੇ, ਅੱਜ ਤੋਂ ਮੈਂ 12 13 14 ਸਾਲ ਪਹਿਲਾਂ ਦੀ ਗੱਲ ਕਰਨ ਡਿਆ ਵਾਂ, ਰਸ਼ੀਅਨ ਨੂੰ ਵੀ ਥੋੜ੍ਹਾ ਮੂੰਹ ਮਾਰ ਲਈਦਾ ਸੀ, ਤੇ
ਮਤਲਬ ਜਿਹੜੀ ਵੀ ਮਿਲੀ ਆ ਥਾਈ ਜਿਹੜੀ ਮੈਂ ਬੋਲ ਲੈਣਾ ਵਾ ਚੰਗੀ ਤਰ੍ਹਾਂ, ਇਹਦਾ ਮਤਲਬ ਇਹ ਨਹੀਂ ਆ ਵੀ ਜਦੋਂ ਹੁਣ ਤੁਸੀਂ ਆ ਭਾਸ਼ਾਵਾਂ ਸਿੱਖ ਲਈਆਂ ਜਾਂ ਬੋਲਦੇ ਜੇ ਤੇ ਪੰਜਾਬੀ ਤੁਹਾਡੀ ਪਿੱਛੇ ਚਲੇ ਗਈ। ਪੰਜਾਬੀ ਤੁਹਾਡੀ ਮਾਂ ਹੈ, ਮਾਂ ਦੇ ਬਰਾਬਰ ਜਦੋਂ ਪਾਸਪੋਰਟ ਬਣਾਉਣਾ ਉੱਥੇ ਮਾਂ ਦਾ ਹੀ ਨਾਂ ਆਉਣਾ ਹੈ, ਮਦਰ ਨੇਮ ਮਾਂ ਹੀ ਆਉਣੀ ਹੈ। ਮਾਂ ਨੂੰ ਤਾਂ ਕਿਸੇ ਕੰਪੈਰੀਜ਼ਨ 'ਚ ਨਹੀਂ ਰੱਖਿਆ ਜਾ ਸਕਦਾ। ਹਾਂ, ਹੋਰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖੋ, ਲੋੜ ਹੈ। ਜਿੰਨੀਆਂ ਭਾਸ਼ਾ ਸਿੱਖਾਂਗੇ ਉਨੇ ਵੱਡੇ ਸਾਹਿਤ ਨਾਲ, ਉਨੇ ਵਿਸ਼ਾਲ ਸਾਡੇ ਸੰਬੰਧ ਜੁੜਨਗੇ ਇਸ ਖਲਕਤ ਦੇ ਨਾਲ। ਸਾਨੂੰ ਪਤਾ ਲੱਗੇਗਾ ਕਿਹੜੇ ਕਿਹੜੇ ਕੋਨੇ 'ਚ ਕੀ ਕੀ ਚੱਲ ਰਿਹਾ ਹੈ। ਜਿਹੜੇ ਬੰਦੇ ਅਲੱਗ-ਅਲੱਗ ਭਾਸ਼ਾਵਾਂ ਜਾਣਦੇ ਨੇ, ਅਲੱਗ-ਅਲੱਗ ਲਿਟਰੇਚਰ ਨੂੰ ਪੜ੍ਹਦੇ ਨੇ, ਬੜੇ ਬੜੇ ਡੂੰਘੇ ਮੋਤੀ ਖੋਜ ਕੇ ਲਿਆਉਂਦੇ ਨੇ। ਇੰਗਲਿਸ਼ ਦੇ ਵਿੱਚ ਵੀ ਬਹੁਤ ਕੁਝ ਲਿਖਿਆ ਪਿਆ ਹੈ, ਬਹੁਤ ਡੂੰਘਾ ਲਿਟਰੇਚਰ ਇੰਗਲਿਸ਼ 'ਚ ਵੀ ਲਿਖਿਆ ਪਿਆ ਹੈ। ਪਰ ਇਹਦੇ ਨਾਲ ਇਹ ਗੱਲ ਯਾਦ ਰੱਖਣੀ ਹੈ ਵੀ ਜਿਹੜੀ ਆਪਣੀ ਭਾਸ਼ਾ ਹੈ ਉਹਨੂੰ ਤੁਸੀਂ ਨਹੀਂ ਤਿਆਗ ਸਕਦੇ। ਹੋਰ ਭਾਸ਼ਾਵਾਂ ਸਿੱਖੋ, ਲੋੜ ਹੈ। ਅਸੀਂ ਆਪਣੀ ਗੱਲ ਜਿਹੜੀ ਸਾਡੀ ਅਮੀਰੀ ਦੀ ਗੱਲ ਹੈ, ਸਿੱਖ ਵਿਰਸੇ ਦੀ ਗੱਲ ਹੈ, ਉਹ ਤਾਂ ਹੀ ਅਸੀਂ ਦੂਸਰੀਆਂ ਭਾਸ਼ਾਵਾਂ 'ਚ ਪਹੁੰਚਾ ਸਕਾਂਗੇ ਜੇ ਅਸੀਂ ਉਹਨਾਂ ਦੀ ਵੀ ਭਾਸ਼ਾ ਸਿੱਖੀ ਹੋਏਗੀ, ਗ੍ਰੈਪ ਕੀਤੀ ਹੋਏਗੀ, ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ। ਸੋ ਸਿੱਖਣ ਦੀ ਕੋਈ ਪ੍ਰੋਬਲਮ ਨਹੀਂ, ਸਿੱਖੋ। ਪਰ ਜਿਹੜੀ ਤੁਸੀਂ ਅਪਣਾਉਣ ਦੀ ਗੱਲ ਕਰਦੇ ਜੋ ਤੁਸੀਂ ਅਪਣਾ ਚੁੱਕੇ ਜੇ, ਤੇ ਉਹਨੂੰ ਵਿਸਾਰਨਾ ਭਾਵ ਜਿਹੜਾ ਵਾ ਤੁਸੀਂ ਇੱਕ ਨਾਟਕੀਕਰਨ ਹੈ। ਇਸ ਤੋਂ ਵੱਡਾ ਨਾਟਕੀਕਰਨ ਕੋਈ ਨਹੀਂ ਹੋ ਸਕਦਾ, ਕਿਉਂਕਿ ਵਿਸਾਰ ਤੁਸੀਂ ਸਕਦੇ ਨਹੀਂ। ਤੁਹਾਡੇ ਅਨਕਨਸ਼ੀਅਸ ਸਬ ਕਨਸ਼ੀਅਸ ਮਾਈਂਡ ਦੇ ਵਿੱਚ ਉਹੋ ਹੀ ਪਈ ਹੈ ਜਿਹੜੀ ਤੁਸੀਂ ਜੰਮਦਿਆਂ ਲਈ ਹੈ। ਇਹਦਾ ਟੈਸਟ ਕਰਨਾ ਹੋਵੇ, ਇਹਦਾ ਐਕਸਪੈਰੀਮੈਂਟ ਕਰਨਾ ਹੋਵੇ, ਤੇ ਜਿਨ੍ਹਾਂ ਦੀਆਂ ਯਾਦਾਸ਼ਤ ਚਲੀ ਜਾਂਦੀਆਂ ਨੇ ਉਹਨਾਂ ਨੂੰ ਜਾ ਕੇ ਪੁੱਛ ਲਓ। ਆਪਣੀ ਭਾਸ਼ਾ ਉਹਨਾਂ ਦੇ ਕੋਲ ਹੋਏਗੀ। ਬਾਹਰਲੀਆਂ ਚੀਜ਼ਾਂ ਜਿਹੜੀਆਂ ਸਿੱਖੀਆਂ ਨੇ, ਅਭਿਆਸ 'ਚ ਲਿਆ ਕੇ ਸਿੱਖੀਆਂ ਨੇ, ਉਹ ਵਿਸਰ ਗਈਆਂ ਹੋਣਗੀਆਂ। ਸੋ ਇਸ ਕਰਕੇ ਹਰ ਭਾਸ਼ਾ ਸਿੱਖੋ, ਪਰ ਆਪਣੀ ਨੂੰ ਦਾਅ 'ਤੇ ਲਾ ਕੇ ਨਹੀਂ। ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ, ਮੇਰਾ ਵੀਰ ਜੀ ਅਗਲਾ ਸਵਾਲ ਹੈ ਕਿ ਪੰਜਾਬ ਦੇ ਵਿੱਚ, ਜਿਵੇਂ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਕਵਿਤਾ ਪੜ੍ਹੀ ਸੁਰਜੀਤ ਪਾਤਰ ਜੀ ਦੀ, ਕਿ ਆਪਣੀ ਮਾਂ ਬੋਲੀ ਬੋਲਣ ਤੇ ਵੀ ਜੁਰਮਾਨਾ ਹੁੰਦਾ, ਬੱਚਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਪੰਜਾਬ ਦੇ ਵਿੱਚ ਹਿੰਦੀ ਦਾ ਪਸਾਰਾ ਹੈ ਤੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਖੇਤਰੀ ਭਾਸ਼ਾਵਾਂ ਨੂੰ ਦਬਾਇਆ ਜਾਂਦਾ ਹੈ। ਉੱਥੇ ਅੰਗਰੇਜ਼ੀ ਦਾ ਪਸਾਰਾ ਹੈ, ਅੰਗਰੇਜ਼ੀ ਫੜ ਰਹੀ ਹੈ ਸਭ ਨੂੰ। ਤੇ ਤੁਸੀਂ ਕੀ ਇਹਦਾ ਜ਼ਿੰਮੇਵਾਰ ਕਿਹਨੂੰ ਸਮਝ ਰਹੇ ਹੋ ਕਿ ਮਾਂ ਬੋਲੀਆਂ ਦਾ ਜਿਹੜਾ ਉਹਨਾਂ ਨੂੰ ਪਿੱਛੇ ਪਾਉਣਾ, ਉਹਨਾਂ ਨੂੰ ਵਿਸਾਰਨਾ ਜਾਂ ਉਹਨਾਂ ਨੂੰ ਨੀਵਾਂ ਦਿਖਾਉਣਾ, ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਤੇ ਅਸੀਂ ਬੱਚਿਆਂ ਨੂੰ ਮਾਂ ਬੋਲੀ ਦੇ ਲਈ ਕਿਵੇਂ ਪ੍ਰੇਰ ਸਕਦੇ? ਵੇਖੋ, ਇੱਕ ਗੱਲ ਯਾਦ ਰੱਖੋ, ਜਿਹੜਾ ਵੀ ਸ਼ਾਸਕ ਜਨੂਨੀ ਸ਼ਾਸਕ ਆਏਗਾ, ਉਹਦਾ ਪਹਿਲਾ ਮਕਸਦ ਇਹ ਹੋਏਗਾ ਵੀ ਤੁਹਾਡੇ ਤੇ ਭਾਸ਼ਾ ਥੋਪੇਗਾ। ਜਿਹੜਾ ਵੀ ਜਨੂਨੀ ਸ਼ਾਸਕ ਆਏਗਾ, ਭਾਰਤ ਦੇ ਵਿੱਚ ਜਿਹੜਾ ਵਾ ਤਕਰੀਬਨ ਹਜ਼ਾਰਾਂ ਸਾਲ ਫਾਰਸੀ ਜਿਹੜੀ ਦਫ਼ਤਰੀ ਭਾਸ਼ਾ ਰਹੀ ਹੈ। ਉਸ ਤੋਂ ਬਾਅਦ ਅੰਗਰੇਜ਼ ਆਉਂਦੇ ਨੇ। ਅੰਗਰੇਜ਼, ਜਿਵੇਂ ਤੁਸੀਂ ਦੱਸਿਆ ਸ਼ੁਰੂਆਤ ਦੇ ਦੌਰਾਨ, ਅੰਗਰੇਜ਼ ਜਿਹੜਾ ਵਾ ਅੰਗਰੇਜ਼ੀ ਨੂੰ ਦਫ਼ਤਰੀ ਭਾਸ਼ਾ ਬਣਾਉਂਦੇ ਨੇ। ਜਨੂਨੀ ਸ਼ਾਸਕ ਸਨ, ਕਿਉਂਕਿ ਜਿਹੜਾ ਉਹਨਾਂ ਦੀ ਬਸਤੀਵਾਦੀ ਨੀਤੀ ਸੀ, ਉਹਨਾਂ ਦਾ ਮੇਨ ਮਕਸਦ ਹੀ ਇਸ ਹੈਗਾ ਸੀ ਵੀ ਜਿਸ ਆਧਾਰ 'ਤੇ ਜਿਹੜਾ ਵੀ ਜਿਸ ਦੇਸ਼ ਦੇ ਵੀ ਲੋਕ ਸਾਡੇ ਨਾਲ ਲੜਦੇ ਨੇ, ਤਜਰਬਾ ਸੀ ਉਹਨਾਂ ਨੂੰ ਬਹੁਤ ਲੰਮਾ, ਕਿਉਂਕਿ ਇੱਕ ਦੇਸ਼ ਨਹੀਂ ਕਈ ਦੇਸ਼ਾਂ ਨੂੰ ਬਸਤੀ ਬਣਾਇਆ ਉਹਨਾਂ ਨੇ। ਉਹਨਾਂ ਦੀ ਉਹ ਚੇਤਨਾ ਖੋਹ ਲਈ ਜਾਵੇ ਜਿਹਦੇ ਵਿੱਚ ਭਾਸ਼ਾ ਇੱਕ ਚੇਤਨਾ ਹੈ। ਭਾਸ਼ਾ ਤੁਹਾਨੂੰ ਜੋੜਦੀ ਹੈ, ਭਾਸ਼ਾ ਤੁਹਾਨੂੰ ਮਜਲਸਾਂ, ਭਾਸ਼ਾ ਤੁਹਾਨੂੰ ਅੰਦੋਲਨ ਕੱਢਣ ਵਾਸਤੇ ਨਾਅਰੇ ਪ੍ਰਦਾਨ ਕਰਦੀ ਹੈ। ਸੋ ਇਸ ਕਰਕੇ ਉਹਨਾਂ ਦਾ ਮਕਸਦ ਇਹ ਸੀ ਵੀ ਇਹਨਾਂ ਦੀ ਭਾਸ਼ਾ ਖੋਈ ਜਾਵੇ। ਭਾਸ਼ਾ ਖੋਹਣ ਦੇ ਨਾਲ ਉਹਨਾਂ ਨੇ ਫਿਰ ਰਿਪਲੇਸਮੈਂਟ ਕਰਕੇ ਅੰਗਰੇਜ਼ੀ ਲਾਗੂ ਕੀਤੀ। ਦੂਸਰਾ ਜਨੂਨੀ ਸ਼ਾਸਕ। ਤੀਸਰਾ ਜਨੂਨੀ ਸ਼ਾਸਕ ਦੀ ਮੈਂ ਗੱਲ ਕਰ ਰਿਹਾ, ਉਹ ਹੈ ਤੁਹਾਡਾ ਜਿਹਨੂੰ ਅਸੀਂ ਕਹਿੰਦੇ ਹਾਂ ਸਾਡਾ ਆਜ਼ਾਦ ਭਾਰਤ ਦੇ ਵਿੱਚ ਜਿਹੜੀ ਸੰਘੀ ਢਾਂਚਾ, ਨੈਸ਼ਨਲਿਜ਼ਮ ਦਾ ਢਾਂਚਾ, ਹਿੰਦੂ, ਹਿੰਦੀ, ਹਿੰਦੁਸਤਾਨ। ਸੋ ਜਦੋਂ ਅਸੀਂ ਘੱਟ ਗਿਣਤੀਆਂ ਦੀ ਗੱਲ ਕਰਦੇ ਹਾਂ, ਉਹ ਪਹਿਲਾਂ ਵੀ ਗੁਲਾਮ ਸਨ ਅੰਗਰੇਜ਼ਾਂ ਦੌਰਾਨ, ਤੇ ਚਲੋ ਬਹੁ ਗਿਣਤੀ ਹੀ ਗੁਲਾਮ ਸੀ। ਪਰ ਜਿਹੜੀ ਬਹੁ ਗਿਣਤੀ ਨੂੰ ਘੱਟ ਗਿਣਤੀਆਂ ਨੇ ਆਜ਼ਾਦੀ ਲੈ ਕੇ ਦਿੱਤੀ, ਅੱਜ ਉਸ ਬਹੁ ਗਿਣਤੀ ਨੇ ਘੱਟ ਗਿਣਤੀਆਂ ਨੂੰ ਗੁਲਾਮ ਭਾਸ਼ਾ ਦੀ ਨੀਤੀ ਰਾਹੀਂ ਬਣਾ ਲਿਆ। ਹੁਣ ਪੰਜਾਬ ਦੇ ਵਿੱਚ 1922 ਦੀ ਜਦੋਂ ਅਸੀਂ ਭਾਈ ਕਾਨ੍ਹ ਸਿੰਘ ਨਾਭਾ ਦੀ ਰਿਪੋਰਟ ਪੜ੍ਹਦੇ ਹਾਂ, ਮਾਨਕੋਸ਼ ਦੇ ਵਿੱਚ ਪੰਜਾਬੀ ਦੇ ਸੰਬੰਧ 'ਚ ਸਾਨੂੰ ਮਿਲਦਾ ਹੈ
ਵੀ 22 ਕਰੋੜ ਲੋਕ ਉਸ ਟਾਈਮ ਪੰਜਾਬੀ ਬੋਲਣ ਵਾਲੇ ਸਨ ਜੀ 22 ਕਰੋੜ ਲੋਕ ਪੰਜਾਬੀ ਬੋਲਣ ਵਾਲੇ ਸਨ ਉਸ ਟਾਈਮ ਤੇ 1835 ਤੋਂ ਪਹਿਲਾਂ ਤੁਸੀਂ ਪੰਜਾਬ ਦੇ ਵਿੱਚ ਚਲੇ ਜਾਓ ਤੁਹਾਨੂੰ ਹਿੰਦੀ ਨਹੀਂ ਲੱਭਦੀ ਉੱਥੇ 1835 ਤੋਂ ਪਹਿਲਾਂ ਵਾਲਾ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਕੋਈ ਹਿੰਦੀ ਦਾ ਬੋਲਬਾਲਾ ਨਹੀਂ ਈਵਨ ਆ ਜਿਹੜੀਆਂ ਅਖਬਾਰਾਂ ਨੇ ਹਿੰਦੀ ਦੀਆਂ ਅਖਬਾਰਾਂ ਇਹ ਵੀ 1970ਵਿਆਂ ਆਪਣਾ 60ਵਿਆਂ ਤੇ 70ਵਿਆਂ ਦੇ ਵਿੱਚ ਬਾਅਦ ਦੇ ਵਿੱਚ ਜਿਹੜੀਆਂ ਆਉਣੀਆਂ ਸ਼ੁਰੂ ਹੋਈਆਂ ਨੇ ਨਹੀਂ ਤੇ ਹਿੰਦੀ ਦਾ ਕੋਈ ਬੋਲਬਾਲਾ ਨਹੀਂ ਸੀ ਹੁਣ ਕਾਰਨ ਹੈ ਭਾਸ਼ਾ ਕਿਉਂ ਅਗਲੇ ਤੁਹਾਡੇ ਤੇ ਲਾਗੂ ਕਰਨਾ ਚਾਹੁੰਦੇ ਨੇ ਉਹਦਾ ਵੱਡਾ ਕਾਰਨ ਇਹ ਹੈਗਾ ਵਾ ਵੀ ਸਭ ਤੋਂ ਪਹਿਲਾਂ ਤੇ ਜਦੋਂ ਪੰਜਾਬੀ ਸੂਬੇ ਦੀ ਗੱਲ ਚੱਲਦੀ ਹੈ ਤੇ ਉਦੋਂ ਭਾਸ਼ਾ ਆਧਾਰਿਤ ਸੂਬਿਆਂ ਦੀ ਤਹਿਬੰਦੀ ਕੀਤੀ ਜਾਂਦੀ ਹੈ ਉਸ ਤੋਂ ਤੁਸੀਂ ਵੇਖੋ ਵੀ 47 ਚ ਦੇਸ਼ ਆਜ਼ਾਦ ਹੁੰਦਾ ਤੇ ਕਦੋਂ ਪੰਜਾਬੀ ਸੂਬੇ ਦੀ ਅਜੇ ਗੱਲ ਚੱਲਦੀ ਹੈ ਉਸ ਤੋਂ ਪਹਿਲਾਂ ਹੀ ਜਿਹੜਾ ਵਿਪਰ ਸੀ ਉਹਨੇ ਪ੍ਰਬੰਧ ਕੀਤਾ ਸੀ 1931 ਦੀ ਸੈਂਸਸ ਦੀ ਜਿਹੜੀ ਜਿਹਨੂੰ ਅਸੀਂ ਜਨਗਣਨਾ ਕਹਿੰਦੇ ਆ 1931 ਦੀ ਜਨਗਣਨਾ ਦੇ ਵਿੱਚੋਂ ਆ ਰਿਹਾ ਸਮਾਜੀਆਂ ਵੱਲੋਂ ਜਿਹੜਾ ਇੱਕ ਪਰਚਾ ਵੰਡਿਆ ਜਾਂਦਾ ਹੈ ਛਪਵਾ ਕੇ ਜਿਹਦੇ ਵਿੱਚ ਸਪਸ਼ਟ ਤੌਰ ਤੇ ਪੰਜਾਬ ਦੇ ਵਿੱਚ ਲਿਖਿਆ ਜਾਂਦਾ ਹੈ ਵੀ ਆਪਣਾ ਧਰਮ ਵੈਦਿਕ ਕਹਿਣਾ ਹੈ ਜਿਵੇਂ ਹੁਣ ਜਨਗਣਨਾ ਆ ਰਹੀ ਹੈ 2021 ਹੋ ਗਈ ਹਰ 10 ਸਾਲ ਬਾਅਦ ਆਉਂਦੀ ਹੈ ਆਪਣਾ ਧਰਮ ਵੈਦਿਕ ਦੱਸਣਾ ਹੈ ਆਪਣਾ ਫਿਰਕਾ ਜਿਹੜਾ ਵਾ ਆਰੀਆ ਸਮਾਜੀ ਕਹਿਣਾ ਹੈ ਨਸਲ ਆਰੀਆ ਦੱਸਣੀ ਹੈ ਤੇ ਭਾਸ਼ਾ ਦੱਸਣੀ ਆਪਣੀ ਆਰੀਆ ਭਾਸ਼ਾ ਹਿੰਦੀ ਜੀ ਇਹ 1931 ਦੀ ਤਿਆਰੀ ਹੈ ਮਤਲਬ ਜਿਹੜੀ ਪ੍ਰਗਟ ਰੂਪ ਚ ਤਿਆਰੀ ਤੇ ਜਿਹੜੀ ਅੰਦਰੂਨੀ ਤੌਰ ਤੇ ਤਿਆਰੀ ਹੈ ਉਹ ਦਇਆਨੰਦ ਪਹਿਲਾਂ ਹੀ ਦੇਖ ਰਿਹਾ ਸੀ ਲੰਮੇ ਸਮੇਂ ਤੋਂ ਵੀ ਇਹ ਪੰਜਾਬ ਦਾ ਹਿੰਦੂ ਜਪਜੀ ਕਿਵੇਂ ਪੜ੍ਹ ਰਿਹਾ ਪੰਜਾਬ ਦੇ ਹਿੰਦੂ ਸੁਖਮਣੀ ਕਿਵੇਂ ਪੜ੍ਹ ਰਹੇ ਨੇ ਜੇ ਇਹ ਜਪਜੀ ਤੇ ਸੁਖਮਣੀ ਪੜ੍ਹਨਗੇ ਜਿਹੜਾ ਆਰੀਅਨ ਧਰਮ ਹੈ ਜਿਹਨੂੰ ਉਹ ਆਰੀਅਨ ਕਹਿੰਦਾ ਸੀ ਹਿੰਦੂ ਧਰਮ ਤੇ ਉਹ ਮੰਨਦਾ ਹੀ ਨਹੀਂ ਵੀ ਇਹ ਇੱਕ ਵੱਡਾ ਖਤਰਾ ਪੈਦਾ ਕਰਨਗੇ ਪੰਜਾਬ 'ਚ ਇਸ ਕਰਕੇ ਉਹਨੇ ਜਿਹੜੇ ਵੀ ਹੱਥ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਢਾਹ ਲਾਉਣ ਵਾਲੀ ਜਿਹੜਾ ਵੀ ਹਥਿਆਰ ਉਹਦੇ ਆਇਆ ਉਹ ਵਰਤਿਆ ਉਹਨੇ ਭਾਵੇਂ ਗੁਰੂ ਨਾਨਕ ਸਾਹਿਬ ਤੇ ਸਤਿਆਰਥ ਪ੍ਰਕਾਸ਼ ਰਾਹੀਂ ਚਰਿੱਤਰ ਘਾਤ ਕਰਨ ਦੀ ਕੋਸ਼ਿਸ਼ ਕੀਤੀ ਕਰੈਕਟਰ ਅਸੈਸੀਨੇਸ਼ਨ ਦੀ ਗੱਲ ਕੀਤੀ ਭਾਵੇਂ ਭਾਸ਼ਾ ਦੇ ਤੌਰ ਤੇ ਗੱਲ ਕੀਤੀ ਸੋ 1931 ਚ ਪ੍ਰਗਟ ਰੂਪ ਚ ਉਹਨਾਂ ਨੇ ਸੈਂਸਸ ਦੀ ਤਿਆਰੀ ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀ ਜੀ ਹੁਣ ਸਾਡਾ ਜਿਹੜਾ ਪੰਜਾਬੀ ਸੂਬੇ ਦਾ ਮੋਰਚਾ ਜਿਹੜੀ ਵੇਖੋ ਗੱਲ ਡਿਸਕਸ ਕਰਨ ਵਾਲੀ ਉਹ ਕਰਨੀ ਚਾਹੀਦੀ ਹੈ ਕੁਝ ਹਾਲਾਤ ਇਦਾਂ ਦੇ ਸਾਡੇ ਬਣ ਜਾਂਦੇ ਨੇ ਸਾਡੇ ਭਾਈਆਂ ਅੰਦਰ ਵੀ ਨਵਾਂ ਇਤਿਹਾਸ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਜੀ ਮੌਜੂਦਾ ਇਤਿਹਾਸ ਦੇ ਉੱਤੇ ਗੱਲ ਤੇ ਅਸੀਂ ਕਰ ਸਕਦੇ ਹਾਂ ਵੀ ਆਹ ਗੱਲ ਇਦਾਂ ਹੋਈ ਇਦਾਂ ਅਸੀਂ ਕਿੱਥੇ ਮਾਰ ਖਾਧੀ ਇਹ ਗੱਲ ਕਿੱਦਾਂ ਹੋ ਸਕਦੀ ਸੀ ਕਿੱਦਾਂ ਹੋਣੀ ਚਾਹੀਦੀ ਸੀ ਇੱਕ ਵੱਖਰਾ ਵਿਸ਼ਾ ਬਿਲਕੁਲ ਇਹ ਮਤਲਬ ਜਦੋਂ ਇੱਧਰ ਜਾਣਾ ਇਹਦਾ ਮਤਲਬ ਨਹੀਂ ਵੀ ਈਵੈਂਟ ਸਾਰੀਆਂ ਰੱਦ ਕਰਕੇ ਜਾਣਾ ਪੈਣਾ ਸਾਨੂੰ ਉਹਦੇ ਹੁੰਦਿਆਂ ਅਸੀਂ ਗੱਲ ਕਰ ਸਕਦੇ ਹਾਂ ਆਪਣਾ ਵੀ ਆਹ ਇਦਾਂ ਵਾਪਰਿਆ ਤਾਂ ਇਦਾਂ ਹੋ ਸਕਦਾ ਸੀ ਜੇ ਇਦਾਂ ਹੁੰਦਾ ਤੇ ਉਹਦੇ ਅਸਰ ਕੀ ਹੁੰਦੇ ਪਰ ਜ਼ਰੂਰੀ ਨਹੀਂ ਹੁੰਦਾ ਵੀ ਉਹ ਗੱਲ ਜਿਹੜੀ ਸਾਡੀ ਕਹੀ ਹੈ ਉਹ ਗੱਲ ਅਥੈਂਟਿਕ ਹੋਵੇ ਕਿਉਂਕਿ ਹਾਲਾਤ ਬਦਲੇ ਹੁੰਦੇ ਨੇ ਜਿਨ੍ਹਾਂ ਹਾਲਾਤਾਂ 'ਚ ਅਸੀਂ ਬਹਿ ਕੇ ਸੋਚ ਰਹੇ ਹਾਂ ਤੇ ਜਿਨ੍ਹਾਂ ਹਾਲਾਤਾਂ 'ਚ ਚੀਜ਼ਾਂ ਵਾਪਰੀਆਂ ਨੇ ਉਹਨਾਂ ਦੋਨਾਂ 'ਚ ਵੱਡਾ ਬੁਨਿਆਦੀ ਫਰਕ ਹੁੰਦਾ ਹੈ ਜੀ ਹੁਣ ਸ਼ਰਧਾ ਰਾਮ ਫਲੋਰੀ ਵਰਗੇ ਦਇਆਨੰਦ ਵਰਗਿਆਂ ਨੇ ਤਿਆਰੀਆਂ ਕਰਨ ਦਾ ਤਰੀਕਾ ਇਹ ਸੀ ਵੀ ਵੱਧ ਤੋਂ ਵੱਧ ਪੰਜਾਬ ਨੂੰ ਜਿਹੜਾ ਵਾ ਪੰਜਾਬੀ ਨਾਲੋਂ ਤੋੜ ਕੇ ਇਹਨੂੰ ਜਿਹੜੀ ਹਿੰਦੀ ਭਾਸ਼ਾ ਦੇ ਨਾਲ ਜੋੜ ਦਿੱਤਾ ਜਾਵੇ ਹੁਣ ਜਿੱਥੋਂ ਗੱਲ ਮੈਂ ਸ਼ੁਰੂ ਕੀਤੀ ਵੀ ਜਦੋਂ ਵੀ ਕੋਈ ਜਨੂਨੀ ਸ਼ਾਸਕ ਆਏਗਾ ਉਹ ਤੁਹਾਡੀ ਭਾਸ਼ਾ ਖੋਏਗਾ ਸੋ ਇਹ ਜਨੂਨੀ ਸ਼ਾਸਕ ਹੋਣ ਦੀ ਨਿਸ਼ਾਨੀ ਸੀ ਵੀ ਕਿਵੇਂ ਜਿਹੜਾ ਵਾ 1951 ਤੇ 61 ਦੇ ਦੌਰਾਨ ਪੰਜਾਬ ਦੇ ਵਿੱਚ RSS ਵੱਲੋਂ ਖੁੱਲ੍ਹ ਕੇ ਪ੍ਰਚਾਰ ਕਰਨਾ ਕਿਵੇਂ ਪੰਜਾਬੀ ਸੂਬੇ ਦੇ ਜਦੋਂ ਮੋਰਚੇ ਦੀ ਗੱਲ ਆਉਂਦੀ ਹੈ ਉਹ 61 ਦੇ ਦੌਰਾਨ ਜਿਹੜੀ ਹੈ 51 ਤੇ 61 ਦੇ ਦੌਰਾਨ ਸੈਂਸਸ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਪੰਜਾਬ ਦੇ ਵਿੱਚ ਰਹਿਣ ਵਾਲੇ ਹਿੰਦੂ ਜਿਨ੍ਹਾਂ ਨੇ ਕਦੀ ਹਿੰਦੀ ਬੋਲੀ ਨਹੀਂ ਕਦੀ ਹਿੰਦੀ ਲਿਖੀ ਨਹੀਂ ਉਹਨਾਂ ਨੇ ਵੀ ਪੰਜਾਬ ਨਾਲ ਧੱਕਾ ਕੀਤਾ ਜੀ ਪੰਜਾਬ ਨਾਲ ਧਰੋਹ ਕਮਾਇਆ ਕਿਉਂ ਕਮਾਇਆ ਕਿਉਂਕਿ ਚੁੱਕੇ ਗਏ ਸੰਘੀਆਂ ਦੇ ਚੁੱਕੇ ਗਏ ਸੰਘੀ ਢਾਂਚਾ ਜਿਹੜਾ ਇੱਕ ਖੜਾ ਕਰਨਾ ਚਾਹੁੰਦੇ ਸੀ ਉਹ ਜਨੂਨੀ ਢਾਂਚਾ ਜਿਹਦੇ 'ਚ ਕੁਛ ਨਾ ਰਵੇ ਹਿੰਦੀ ਹਿੰਦੁਸਤਾਨ ਦਾ ਮਸਲਾ ਰਹਿ ਜੇ ਜੀ ਹੁਣ ਉਸ ਢਾਂਚੇ ਨੂੰ ਖੜਾ ਕਰਨ ਵਾਸਤੇ ਜਿਹੜਾ ਉਹਨਾਂ ਨੇ ਪ੍ਰਚਾਰ ਕੀਤਾ ਪੰਜਾਬ ਦੇ ਜਿਹੜੇ ਹਿੰਦੂ ਸਨ ਉਹਨਾਂ ਨੇ ਵੀ ਆਪਣੀ ਭਾਸ਼ਾ ਪੰਜਾਬੀ ਕਹਿਣ ਨੂੰ ਤਲਾਂਜਲੀ ਦੇ ਦਿੱਤੀ ਪੰਜਾਬੀ ਛੱਡ ਕੇ ਤੇ ਹਿੰਦੀ ਲਿਖਵਾਈ ਜੀ ਸੋ ਜਿੰਨਾ ਇਹ ਤਾਣਾ ਬਾਣਾ ਬੁਣਿਆ ਗਿਆ ਸੀ ਇਹਦੇ ਬੁੰਨ ਪਿੱਛੇ ਕਾਰਨ ਇਹ ਸੀ ਵੀ
ਇਹ ਤੁਹਾਨੂੰ ਜਿਹੜੀ ਘੱਟ ਗਿਣਤੀ ਹੈ, ਖਾਸ ਕਰਕੇ ਜਿਹੜੀ ਸਿੱਖ ਆ, ਇਹਨਾਂ ਦੇ ਕੋਲੋਂ ਜਿਹੜਾ ਪੰਜਾਬ, ਭਾਰਤ ਦਾ ਪੰਜਾਬ ਜਿਹੜਾ, ਕਿਉਂਕਿ ਇਹਦੇ 'ਚ ਸਿੱਖ ਨੇ, ਜਿਹੜਾ ਪਾਕਿਸਤਾਨ ਦਾ ਪੰਜਾਬ ਹੈ ਉਹਦੇ 'ਚ ਬਹੁਤੇ ਮੁਸਲਿਮ ਭਾਈ ਨੇ, ਹਿੰਦੂ ਵੀ ਨੇ, ਕੁਛ ਆਬਾਦੀ ਸਿੱਖਾਂ ਦੀ ਵੀ ਹੈ, ਪਰ ਬਹੁਤਾਤ ਸਾਡੇ ਮੁਸਲਿਮ ਭਾਈ ਨੇ। ਜੀ ਜੀ। ਜਿਹੜਾ ਭਾਰਤ ਦਾ ਪੰਜਾਬ ਦਾ ਢਾਂਚਾ ਹੈ ਨਾ, ਇਹਨੂੰ ਖਤਮ ਕਰ ਦਿੱਤਾ ਜਾਵੇ ਤੇ ਭਾਸ਼ਾ ਇਹ ਤੋਂ ਖੋਹ ਲਈ ਜਾਵੇ। ਸੋ ਇਹ ਇੱਕ ਗੁਲਾਮ ਬਣਾਉਣ ਦੀ ਜਿਹੜੀ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੰਮ ਇਹਨਾਂ ਨੇ ਕੀਤਾ ਹੈ। ਤੇ ਅਸੀਂ ਕੀ ਕਰ ਸਕਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣ ਲਈ ਪ੍ਰੇਰੀਏ? ਇਹਦੇ ਲਈ ਕੁਝ ਹੈਗੇ ਨੇ ਨੁਕਤੇ ਜਿਹੜੇ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੇ ਕਰ ਸਕੀਏ? ਜੀ ਬਿਲਕੁਲ, ਕਿਉਂ ਨਹੀਂ। ਅਸੀਂ ਸਭ ਤੋਂ ਪਹਿਲਾਂ ਤਾਂ ਭੈਣ ਜੀ ਇਹ ਵੇਖੀਏ ਵੀ ਹਰ ਬੰਦਾ ਇੱਕ ਸੰਸਥਾ ਹੈ ਜੀ। ਕਿਸੇ ਵੇਲੇ ਅਸੀਂ ਮਹਿਸੂਸ ਕਰਦੇ ਹਾਂ ਵੀ ਅਸੀਂ 2 4 5 ਬੰਦੇ ਹੋਵਾਂਗੇ ਤੇ ਫਿਰ ਹੀ ਕੰਮ ਹੋਏਗਾ, ਪਰ ਹੁੰਦਾ ਨਹੀਂ ਇੱਦਾਂ। ਤੁਸੀਂ ਕੋਈ ਹਰ ਬੰਦੇ ਦਾ ਇੱਕ ਨਾ ਹਾਲਟ ਪੁਆਇੰਟ ਹੈ ਜਿਹਨੂੰ ਅਸੀਂ ਕਹਿੰਦੇ ਵੀ ਇੱਥੇ ਜਾ ਕੇ ਨੇ ਰੁਕ ਜਾਣਾ ਹੈ, ਜਿਹਨੂੰ ਅਸੀਂ ਇੱਥੇ ਜਾ ਕੇ ਦਮ ਲਏਗਾ, ਜਾਂ ਤੇ ਉੱਥੇ ਬੈਠਾ ਰਹੇਗਾ, ਜਾਂ ਫਿਰ ਪਿਛਾਂਹ ਮੁੜੇਗਾ ਤੇ ਜਾਂ ਕੁਝ ਹੋਰ ਕਰੇਗਾ। ਸੋ ਹਰ ਬੰਦੇ ਦਾ ਇੱਕ ਹਾਲਟਿੰਗ ਪੁਆਇੰਟ ਹੈ। ਜਿੰਨਾ ਚਿਰ ਸਿੱਖ ਇਹ ਨਹੀਂ ਸਮਝਦਾ ਵੀ ਹਰ ਸਿੱਖ ਇੱਕ ਸੰਸਥਾ ਦਾ ਰੂਪ ਹੈ, ਉਹਨਾਂ ਚਿਰ ਮਸਲਾ ਹੱਲ ਨਹੀਂ ਹੋਣਾ। ਬਿਲਕੁਲ। ਹੁਣ ਪੰਜਾਬ ਦੇ ਵਿੱਚ ਜਿੰਨੇ ਵੀ ਭਾਵੇਂ ਸਾਡੇ ਮੁਸਲਮਾਨ ਵੀਰ ਨੇ, ਕ੍ਰਿਸਚਨ ਨੇ, ਜਾਂ ਆਪਣਾ ਸਿੱਖ ਨੇ, ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਜਿੰਨੇ ਪੰਜਾਬ ਦੇ ਸਕੂਲ ਨੇ ਜਿਨ੍ਹਾਂ ਦੇ ਵਿੱਚ ਸਾਜ਼ਿਸ਼ ਤਹਿਤ ਹਿੰਦੀ ਵਾੜ ਦਿੱਤੀ ਗਈ ਜੀ, ਹਿੰਦੀ ਵਾੜ ਦਿੱਤੀ ਗਈ, ਉਹਨਾਂ ਸਕੂਲਾਂ ਦਾ ਵਿਰੋਧ ਕੀਤਾ ਜਾਵੇ। ਬਹੁਤੇ ਪ੍ਰਾਈਵੇਟ ਸਕੂਲ ਨੇ, ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਚੱਲਦੇ ਤੁਹਾਡੀਆਂ ਫੀਸਾਂ ਦੇ ਸਿਰ ਤੇ। ਬਿਲਕੁਲ। ਜਿਹੜੇ ਬਿਜ਼ਨਸ ਉਹਨਾਂ ਦੇ ਬਿਜ਼ਨਸ ਹੈ, ਜਦੋਂ ਉਹਨਾਂ ਦੇ ਬਿਜ਼ਨਸ ਨੂੰ ਚੋਟ ਵੱਜੂਗੀ, ਭਾਸ਼ਾ ਦੀ ਉਹਨਾਂ ਨੂੰ ਮੁਸ਼ਕਲ ਨਹੀਂ ਕੋਈ ਹੈ, ਉਹ ਮਗਰ ਥੋਪੀ ਜਾਂਦੀ ਹੈ ਨੀਤੀ ਉਹਨਾਂ ਤੇ। ਉਹਨਾਂ ਨੇ ਰਾਈਟ ਅਵੇ ਬਦਲ ਦੇਣੀ ਵੀ ਸਾਡੀ ਜਿਹੜੀ ਹੈ ਪੰਜਾਬੀ ਜਿਹੜੀ ਹੈ ਇਹਨੂੰ ਪ੍ਰਾਇੋਰਟੀ ਦੇ ਰੂਪ 'ਚ ਵਰਤਿਆ ਜਾਏਗਾ। ਹੁਣ ਜਾਂ ਤੇ ਹੋਵੇ ਇੰਗਲਿਸ਼ ਮੀਡੀਅਮ ਸਕੂਲ ਵੀ ਉੱਥੇ ਕੇਵਲ ਅੰਗਰੇਜ਼ੀ ਹੀ ਬੋਲਦੇ ਨੇ, ਪਰ ਉਹਦੇ ਵਿੱਚ ਵੀ ਪੰਜਾਬੀ ਬੈਨ ਨਹੀਂ ਕੀਤੀ ਜਾ ਸਕਦੀ, ਕਿਉਂਕਿ ਸੂਬੇ ਦੇ ਵਿੱਚ, ਪੰਜਾਬੀ ਸੂਬੇ ਦੇ ਵਿੱਚ ਉਹ ਸਕੂਲ ਹੈ ਜੀ। ਜਿਹੜਾ ਪੰਜਾਬੀ ਸੂਬੇ ਦੇ ਵਿੱਚ ਸਕੂਲ ਹੈ, ਉਹ ਜਿਹੜੀਆਂ ਸੂਬਾਈ ਨੀਤੀਆਂ ਹੁੰਦੀਆਂ ਨੇ ਉਹਦੇ ਨਾਲ ਮਿਲ ਕੇ ਉਹਨੂੰ ਚੱਲਣਾ ਪੈਂਦਾ। ਬਿਲਕੁਲ। ਜਿਹੜਾ ਕਿ ਪਿੱਛੇ ਜੇ ਬਾਦਲ ਸਾਹਿਬ ਨੇ, ਮੈਂ ਬਾਅਦ ਵਿੱਚ ਜ਼ਿਕਰ ਕਰਦਾ ਵੀ ਕਿਵੇਂ ਬੇੜਾ ਬਹਾਇਆ ਸੀ ਇਹਨਾਂ ਨੇ, ਹੁਣ ਪਤਾ ਨਹੀਂ ਕੀ ਹੈ ਇਸ ਵੇਲੇ ਕਰੰਟ ਨੀਤੀਆਂ, ਵੀ ਜਿਹੜਾ ਸੂਬੇ ਦਾ ਸਕੂਲ ਹੈ, ਪੰਜਾਬੀ ਸੂਬੇ ਦਾ ਵਾ, ਉਹਦੇ 'ਚੋਂ ਪੰਜਾਬੀ ਬੈਨ ਹੋਣੀ ਇੱਕ ਵੱਡੀ ਸ਼ਰਮ ਵਾਲੀ ਗੱਲ ਹੈ। ਬਿਲਕੁਲ। ਹੁਣ ਅਸੀਂ ਕਰਦੇ ਕੀ ਆ ਵੀ ਅਸੀਂ ਬਹੁਤ ਕੰਫਰਟੇਬਲ ਜ਼ੋਨ ਦੇ ਵਿੱਚ ਇੱਕ ਜਾ ਪਹੁੰਚੇ ਆ, ਜਿੱਥੋਂ ਅਸੀਂ ਚਾਹੁੰਦੇ ਆ ਵੀ ਬਸ ਬੱਚੇ ਪੜ੍ਹ ਜਾਣ, ਅੰਗਰੇਜ਼ੀ ਬੋਲਣ, ਅਸੀਂ ਨਹੀਂ ਉਲਝਣਾ, ਸਾਨੂੰ ਕੀ, ਮੈਨੂੰ ਕੀ ਤੇ ਸਾਨੂੰ ਕੀ ਵਾਲੀ ਜਿਹੜੀ ਨੀਤੀ ਹੈ, ਇਹ ਸਾਡੀ ਨਸਲ ਨੂੰ ਖਰਾਬ ਕਰ ਰਹੀ ਹੈ। ਮੈਂ ਆਪਣਾ ਤਜਰਬਾ ਤੁਹਾਨੂੰ ਦੱਸ ਰਿਹਾ। ਮੈਂ ਇੱਕ ਕਪੂਰਥਲੇ ਦੇ ਵਿੱਚ ਸਕੂਲ ਹੈ, ਮੈਂ ਨਾਂ ਵੀ ਲਵਾਂਗਾ ਉਹਦਾ, ਕੈਂਬਰਿਜ ਸਕੂਲ ਹੈ। ਉੱਥੇ ਆਪਣਾ ਬੱਚੇ ਸਾਡੇ ਪੜ੍ਹਦੇ ਨੇ, ਮੇਰੀ ਆਪਣਾ ਭਾਂਜੀ ਪੜ੍ਹਦੀ ਹੈ, ਭਾਂਜਾ ਵੀ ਉੱਥੇ ਪੜ੍ਹਦਾ ਹੈ ਜੀ। ਤੇ ਮੈਂ ਉੱਥੇ ਗਿਆ, ਉਹਨਾਂ ਨੂੰ ਕੋਈ ਮੀਟਿੰਗ ਸੀ ਉਹਨਾਂ ਦੀ, ਤੇ ਉੱਥੇ ਗਿਆ ਤੇ ਉਹ ਜਿਹੜੀ ਰਿਸੈਪਸ਼ਨ ਤੇ ਬੀਬੀ ਬੈਠੀ ਜੀ, ਉਹ ਬੜੀ ਔਖੀ ਹੋ ਕੇ ਹਿੰਦੀ ਬੋਲਣ ਡਈ, ਜਿਵੇਂ ਕਿਸੇ ਵੇਲੇ ਮੈਨੂੰ ਸ਼ੋਅ ਕਰਨੇ ਪੈਂਦੇ ਨੇ ਜਿਹੜੇ ਬਾਹਰਲੇ ਸੂਬਿਆਂ ਦੇ ਸਾਡੇ ਵੀਰ ਨੇ ਹਿੰਦੀ 'ਚ, ਤੇ ਉਹ ਹਿੰਦੀ ਉਹ ਮੇਰੇ ਤੋਂ ਵੀ ਜਿਹੜੀ ਹੈ ਮਤਲਬ ਥੱਲੇ ਗ੍ਰੇਡ ਵਾਲੀ ਬੋਲਣ ਡਈ। ਮੈਂ ਤਾਂ ਫਿਰ ਵੀ ਅੱਖਰ ਜੋੜ ਲੈਂਦਾ ਵਾਂ, ਭਾਵੇਂ ਵਿੱਚ ਅੱਧੇ ਪੰਜਾਬੀ ਦੇ ਆਉਂਦੇ ਨੇ। ਉਹਦਾ ਬੀਬੀ ਦਾ ਐਡਾ ਬੁਰਾ ਹਾਲ ਵੀ ਹਿੰਦੀ ਬੋਲ ਦਿਖਾਵੇ। ਮੈਂ ਉਹਨੂੰ ਕਿਹਾ ਵੀ ਦੇਖ ਮੇਰੀ ਭੈਣ, ਵੀ ਤੂੰ ਤੰਗ ਕਿਉਂ ਹੋ ਰਹੀ ਹੈ ਇੰਨਾ? ਮੈਂ ਤੇਰੀ ਇੱਕ ਗੱਲ ਮੰਨ ਗਿਆ ਵੀ ਤੂੰ ਹਿੰਦੀ ਬੋਲ ਸਕਦੀ ਹੈ, ਤੂੰ ਮੇਰੇ ਨਾਲ ਪੰਜਾਬੀ 'ਚ ਗੱਲ ਕਰ। ਆਂਦੀ ਨਹੀਂ ਜੀ, ਸਾਨੂੰ ਸਾਰਾ ਪੰਜਾਬੀ ਬੋਲਣਾ ਅਲਾਉਡ ਨਹੀਂ। ਮੈਂ ਕਿਹਾ ਮੈਨੂੰ ਹਿੰਦੀ ਬੋਲਣਾ ਅਲਾਉਡ ਨਹੀਂ ਪੰਜਾਬ 'ਚ ਰਹਿ ਕੇ। ਜੇ ਮੈਂ ਹਿੰਦੀ ਬੋਲਾਂਗਾ, ਮੇਰੀ ਹੁਣ ਮੈਂ ਕਿਹਾ ਸਾਹਮਣੇ ਮਾਂ ਬੈਠੀ ਹੈ, ਇੱਕ ਬੰਨੇ ਜਿਹੜੀ ਹੈ ਚਾਚੀ ਬੈਠੀ ਹੈ, ਤਾਈ ਵੀ ਨਹੀਂ ਕਹਿੰਦਾ ਮੈਂ, ਤਾਈ ਤਾਂ ਨਹੀਂ ਕਹਿੰਦਾ ਵੀ ਇਹ ਤਾਈ ਤੇ ਲੱਭਦੀ ਨਹੀਂ ਸੀ ਕਿਤੇ ਪੰਜਾਬ ਦੇ ਵਿੱਚ। ਚਾਚੀ ਅਸੀਂ ਮੰਨ ਲੈਂਦੇ ਆ, ਚਲੋ ਕੋਈ ਨਹੀਂ, ਹਰ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਸਾਨੂੰ, ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਵੀ ਭਾਸ਼ਾ ਮਾੜੀ ਹੈ। ਸਾਡੀ ਨੀਤੀ ਇਦਾਂ ਦੀ ਨਹੀਂ ਵੀ ਕਿਸੇ ਭਾਸ਼ਾ ਨੂੰ ਖਤਮ ਕੀਤਾ ਜਾਵੇ। ਅਸੀਂ ਕਹਿੰਦੇ ਹਰ ਭਾਸ਼ਾ ਵਧੇ ਫੁੱਲੇ, ਹਰ ਭਾਸ਼ਾ ਸਿੱਖੋ, ਪਰ ਆਪਣੀ ਮਾਂ ਨੂੰ ਦਾਅ ਤੇ ਲਾ ਕੇ ਨਹੀਂ। ਮੈਂ ਉਹਨੂੰ ਕਿਹਾ ਵੀ
ਬੀਬਾ ਵੇਖ ਗੱਲ ਇਹ ਹੈਗੀ ਵੀ ਤੈਨੂੰ ਪੰਜਾਬੀ ਬੋਲਣੀ ਅਲਾਉਡ ਨਹੀਂ ਤੇ ਮੈਨੂੰ ਹਿੰਦੀ ਬੋਲਣੀ ਅਲਾਉਡ ਨਹੀਂ। ਤੇ ਮੈਂ ਕਿਹਾ ਵੀ ਹੁਣ ਇਹਦਾ ਰਾਹ ਆਪਾਂ ਨੂੰ ਤਾਂ ਲੱਭਣਾ ਪਏਗਾ ਕੋਈ ਨਾ ਕੋਈ, ਜਾਂ ਤੇ ਮੈਂ ਕਿਹਾ ਨਵੀਂ ਭਾਸ਼ਾ ਦਾ ਵਿਕਾਸ ਕਰੀਏ ਆਪਾਂ ਵੀ, ਜਿਹਦੇ ਵਿੱਚ ਹਿੰਦੀ ਵੀ ਹੋਵੇ ਤੇ ਪੰਜਾਬੀ ਵੀ ਹੋਵੇ। ਬਿਲਕੁਲ ਵੀ ਤੇਰਾ ਵੀ ਸਰ ਜੇ ਤੇ ਮੇਰਾ ਵੀ, ਮਤਲਬ ਮੈਨੂੰ ਵੀ ਸਮਝ ਆਈ ਜਾਵੇ ਥੋੜੀ ਬਹੁਤੀ, ਤੈਨੂੰ ਵੀ ਸਮਝ ਆਈ ਜਾਵੇ। ਤੇ ਉਹ ਮਤਲਬ ਉਹ ਬੀਬੀ ਇੰਨਾ ਅੜੀ ਰਹੀ, ਮੈਂ ਪੰਜਾਬੀ ਬੋਲੀ ਗਿਆ, ਉਹ ਹਿੰਦੀ ਬੋਲੀ ਗਈ। ਸੋ ਇੰਨਾ ਅੜੇ ਹੋਏ ਜਿਹੜਾ ਢਾਂਚਾ ਵਾ ਸਕੂਲਾਂ ਦਾ, ਤੇ ਸਕੂਲ ਹੈਗਾ ਸੀ ਉਹ ਕੈਂਬਰਿਜ। ਮੈਂ ਉਹਨੂੰ ਇਹ ਵੀ ਪੁੱਛਿਆ, ਮੈਂ ਕਿਹਾ ਵੀ ਕੈਂਬਰਿਜ ਸਕੂਲ ਹੈ, ਕੈਂਬਰਿਜ ਸਕੂਲ ਜਿਹੜਾ ਇੰਗਲੈਂਡ ਦਾ, ਉਹਦੇ ਨਾਲ ਤੁਹਾਡਾ ਕੋਈ ਐਫੀਲੀਏਸ਼ਨ ਹੈ? ਆਮ ਲੋਕਾਂ ਨੂੰ ਪਤਾ ਹੀ ਨਹੀਂ ਹੈ ਵੀ ਕੋਈ ਐਫੀਲੀਏਸ਼ਨ ਨਹੀਂ, ਬਸ ਨਾਂ ਚੁੱਕਦੇ ਨੇ, ਬ੍ਰਾਂਡ ਰੱਖ ਦਿੰਦੇ ਨੇ ਜੀ। ਇਹ ਤੇ 2000 ਤੋਂ ਬਾਅਦ ਹੀ ਲਗਭਗ ਮੈਨੂੰ ਲੱਗਦਾ ਸਕੂਲ ਇੱਕਦਮ ਖੁੱਲੇ ਨੇ, 2000 ਦੇ ਲਾਗੇ ਚਾਗੇ ਜੀ। ਤੇ ਉਹ ਐਪਲੀਕੇਸ਼ਨ ਕੋਈ ਨਹੀਂ ਉਹਨਾਂ ਦੀ, ਬਸ ਉਹ ਮਤਲਬ ਐਦਾਂ ਹੀ ਨਾਂ ਰੱਖਿਆ ਤਾਂ ਤੁਰ ਪਏ। ਮੈਂ ਕਿਹਾ ਜੀ ਤੁਹਾਡਾ, ਉਹ ਨਹੀਂ ਜੀ ਆਂਦੇ ਸਾਡੀ ਮੈਨੇਜਮੈਂਟ ਇਹ ਆ, ਤੇ ਉਹ ਮੈਨੇਜਮੈਂਟ ਵਾਲਿਆਂ ਨੇ ਸਿਰਾਂ ਦੇ ਟਿੱਕੇ ਲਾਏ। ਮੈਂ ਕਿਹਾ ਵੀ ਅੰਗਰੇਜ਼ ਏਦਾਂ ਟਿੱਕੇ ਤੇ ਲਾਉਂਦੇ ਨਹੀਂ, ਤੁਸੀਂ ਤੇ ਫਿਰ ਮਤਲਬ ਤੁਹਾਡਾ ਮਤਲਬ ਜਲ ਹੀ ਆ, ਤੁਸੀਂ ਕਹਿਣਾ ਚਾਹੁੰਦੇ ਜੇ। ਤੇ ਮੈਨੂੰ ਨਾਲ ਸਾਡੇ ਆਪਣਾ ਜਿਹੜੇ ਬੱਚੇ ਲੈ ਕੇ ਗਏ ਹੈ, ਭੈਣ ਜੀ ਨਾਲ ਗਏ ਹੈ, ਤੂੰ ਚੁੰਡੀਆਂ ਵੱਢੀ ਜਾਣ। ਤੇ ਮੈਂ ਕਿਹਾ ਵੀ ਚੁੰਡੀਆਂ ਦੀ ਨਹੀਂ ਮਸਲਾ ਹੁਣ ਹੈਗਾ, ਮਸਲਾ ਤੇ ਹੈਗਾ ਵਾ ਵੀ ਜਾਂ ਤੇ ਕਹਿਣ ਵੀ ਸਕੂਲ ਅਸਲੀ, ਜੇ ਅਸਲੀ ਹੈ ਤਾਂ ਫਿਰ ਅੰਗਰੇਜ਼ੀ 'ਚ ਬੋਲਣ। ਅੰਗਰੇਜ਼ੀ 'ਚ ਮੈਂ ਗੱਲ ਕਰ ਲੈਣਾ ਜੇ ਕਹੋ ਤੁਹਾਡੇ ਨਾਲ, ਕਿਉਂਕਿ ਕੈਂਬਰਿਜ ਸਕੂਲ ਹੈ, ਮੈਂ ਤੁਹਾਡੀ ਇੱਜ਼ਤ ਕਰਦਾ। ਹਿੰਦੀ ਦਾ ਤੇ ਕੰਮ ਹੀ ਕੋਈ ਨਹੀਂ ਇੱਥੇ। ਸੋ ਮੈਂ ਤਕਰੀਬਨ ਉਹਦੇ ਨਾਲ ਜੀ 10-15 ਮਿੰਟ ਲੱਗਾ ਰਿਹਾ, ਪਰ ਉਹ ਬੀਬੀ ਜਿਹੜੀ ਆ ਉਹ ਨਹੀਂ ਕਾਬੂ ਆਈ। ਉਹ ਆਂਦੀ ਵੀ ਨਹੀਂ, ਮਤਲਬ ਦਵਾਈ ਰੱਬ ਦੀ ਵੀ ਮੈਂ ਹਿੰਦੀ ਨਹੀਂ ਛੱਡ ਸਕਦੀ, ਹਿੰਦੀ 'ਚ ਹੀ ਗੱਲ ਕਰੂੰ। ਇੰਨਾ ਅੜੇ ਹੋਏ ਸਟਾਫ, ਇੰਨੇ ਅੜੀਅਲ ਸਟਾਫ ਸਕੂਲਾਂ ਦੇ ਜਿਹੜੇ ਨੇ, ਉਹ ਕਿਉਂ ਨੇ? ਕੱਲਾ ਬੰਦਾ ਨਹੀਂ ਅੜ ਸਕਦਾ, ਜਿਹਨੇ ਬਿਜ਼ਨਸ ਕਰਨਾ ਉਹ ਨਹੀਂ ਅੜ ਸਕਦਾ। ਤੁਸੀਂ ਕਿਸੇ ਦੇ ਸਮਾਨ ਲੈਣ ਜਾਓ ਨਾ, ਤੇ ਅਗਲੇ ਨੂੰ ਕਹੋ ਵੀ ਮੈਂ ਇੰਨੇ ਨਹੀਂ ਇੰਨੇ ਦੇਣੇ ਆ, ਉਹਦਾ ਅੜਨਾ ਵੀ ਮਜਬੂਰੀ ਹੁੰਦਾ ਕਿਸੇ ਵੇਲੇ, ਨਹੀਂ ਤਾਂ ਕਹਿੰਦਾ ਲਿਆ ਯਾਰ ਦੇ ਤੇ ਜਾ। ਬਿਲਕੁਲ ਬਿਜ਼ਨਸ ਹੈ ਨਾ। ਹੁਣ ਉਹ ਅੜਦੇ ਕਿਉਂ ਨੇ? ਕਿਉਂਕਿ ਸਰਕਾਰਾਂ ਅੜਾਉਂਦੀਆਂ ਨੇ ਉਹਨਾਂ ਨੂੰ। ਸਰਕਾਰਾਂ ਨੇ ਨੀਤੀਆਂ ਨੇ ਵੀ ਜਿਹੜੀ ਭਾਸ਼ਾ ਹੈ ਸਕੂਲ ਦੀ ਉਹ ਹਿੰਦੀ ਰੱਖਣੀ ਹੈ। ਜੇ ਮੇਰੀ ਗੱਲ ਯਾਦ ਰੱਖਿਓ, ਜੇ ਅਸੀਂ ਕੁਛ ਨਹੀਂ ਕੀਤਾ ਤੇ ਤੁਹਾਡੇ ਬੱਚੇ ਨਾ ਰਹਿ ਜਾਣੇ ਜੇ ਪੰਜਾਬੀ, ਤੇ ਨਾ ਉਹ ਰਹਿ ਜਾਣੇ ਹਿੰਦੀ ਜੀ। ਅੱਜ ਹੀ ਮੇਰੇ ਨਾਲ ਸਵੇਰੇ ਪਾਕਿਸਤਾਨ ਤੋਂ ਇੱਥੇ ਮੇਰੇ ਆਪਣੇ ਨੇਬਰ ਨੇ ਗੱਲ ਕਰ ਰਹੇ ਸਨ। ਉਹ ਆਂਦਾ ਵੀ ਉਹਨਾਂ ਦੀ ਕਹਿਣੀ ਗੱਲ ਮੈਨੂੰ ਵਧੀਆ ਲੱਗੀ, ਵੀ ਸਿੰਘਾਂ ਦਾ ਇੱਕ ਗੱਲ ਵਧੀਆ ਏ ਵੀ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਂਦੇ ਨੇ। ਉਹਦੇ ਬੱਚੇ ਨਹੀਂ ਮੈਨੂੰ ਲੰਮੇ ਸਮੇਂ ਤੋਂ ਨਜ਼ਰ ਆ ਰਹੇ, 2 ਮਹੀਨਿਆਂ ਤੋਂ। ਮੈਂ ਕਿਹਾ ਨਿਆਣੇ ਕਿੱਥੇ ਨੇ? ਉਹ ਕਹਿੰਦਾ ਉਹ ਪੰਜਾਬ ਤੋਰ ਛੱਡੇ ਨੇ। ਮੈਂ ਕਿਹਾ ਕਿਉਂ ਤੋਰ ਛੱਡੇ ਨੇ? ਆਂਦਾ ਉਹ ਪੰਜਾਬੀ ਸਿੱਖਣ ਵਾਸਤੇ ਉਹਨਾਂ ਨੂੰ ਤੋਰ ਛੱਡਿਆ ਉੱਥੇ। ਤੇ ਮੈਂ ਕਿਹਾ ਪੰਜਾਬੀ ਇੱਥੇ ਕਿਉਂ ਨਹੀਂ ਸਿਖਾਉਂਦੇ? ਉਹ ਕਹਿੰਦਾ ਬਸ ਇਹੋ ਗੱਲ ਸਿੰਘਾਂ ਦੀ ਚੰਗੀ ਆ ਵੀ ਉਹ ਇੱਥੇ ਹੀ ਸਿਖਾ ਲੈਂਦੇ ਨੇ, ਤੇ ਸਾਡੇ ਵਾਲੇ ਪੰਜਾਬੀ ਭੁੱਲ ਜਾਂਦੇ ਨੇ। ਹੁਣ ਜਿਹੜੇ ਮਾਣ ਸਾਨੂੰ ਲੋਕ ਜੋ ਸਾਡੇ ਸੰਬੰਧ 'ਚ ਸੋਚਦੇ ਆ ਨਾ, ਬਾਹਰ ਦੇਸ਼ਾਂ 'ਚ ਬੈਠੇ, ਅਸੀਂ ਉਹ ਕਰੈਕਟਰ ਨੂੰ ਪੇਸ਼ ਕਰੀਏ ਵਾਕਈ ਇਹ ਇੱਦਾਂ ਹੈ। ਨਹੀਂ ਤੇ ਜੇ ਮੈਂ ਦੱਸਾਂ ਉਹਨੂੰ, ਸ਼ਰਮਿੰਦਾ ਜਿਹਾ ਹੋ ਗਿਆ, ਉਹਨੂੰ ਦੱਸਾਂ ਵੀ ਨਹੀਂ ਹਾਲਾਤ ਬੜੇ ਮਾੜੇ ਜੇ ਉੱਥੇ ਤਾਂ ਸਾਡੇ ਹਿੰਦੀ ਬੋਲਣ ਡਏ ਨੇ ਜੀ। ਮੈਂ ਹੁਣ ਭੁਲੇਖਾ ਜਿਹਾ ਬਣਿਆ ਰਿਹਾ, ਤਾਂ ਮੈਂ ਕਿਹਾ ਬਹੁਤ ਅੱਛਾ, ਸਿੰਘਾਂ ਦੀ ਬਹੁਤ, ਮੈਂ ਕਿਹਾ ਵਾਹ ਵਾਹ ਬਹੁਤ ਬੱਲੇ ਬੱਲੇ ਆ ਸਿੰਘਾਂ ਦੀ। ਬਿਲਕੁਲ ਠੀਕ ਕਿਹਾ ਤੁਸੀਂ। ਹੁਣ ਹਾਲਾਤ ਇਹ ਆ ਗਏ ਨੇ ਵੀ ਪੰਜਾਬ ਦੇ ਬੱਚੇ ਨਾ ਪੰਜਾਬੀ ਰਹਿ ਜਾਣਗੇ, ਨਾ ਹਿੰਦੀ ਰਹਿ ਜਾਣਗੇ, ਕਿਉਂਕਿ ਹਿੰਦੀ ਇਹਨਾਂ ਨੇ ਬੋਲਣੀ ਉਹ ਜਿਹਦੇ 'ਚ ਪੰਜਾਬੀ ਝਲਕਣੀ ਹੈ, ਤੇ ਪੰਜਾਬੀ ਇਹਨਾਂ ਨੇ ਰਹਿ ਨਹੀਂ ਜਾਣਾ। ਤੇ ਜੇ ਪੂਰੀ ਹਿੰਦੀ ਵੀ ਬੋਲ ਲੈਣਗੇ, ਇਹ ਵੀ ਯਾਦ ਰੱਖਿਓ, ਇਹ ਪੂਰੇ ਹਿੰਦੀ ਬੋਲ ਕੇ ਵੀ ਹਿੰਦੀ ਨਹੀਂ ਹੋ ਸਕਦੇ ਜੀ। ਜੀ ਬਿਲਕੁਲ, ਟੋਨ ਉਹਨਾਂ ਦੀ ਹਿੰਦੀ ਬੋਲਣ ਤੇ ਵੀ ਪੰਜਾਬੀ ਹੁੰਦੀ ਹੈ, ਪੰਜਾਬੀ ਉਹਦੇ ਚੋਂ ਵੀ ਪੰਜਾਬੀ ਹੀ ਨਿਕਲਣੀ ਹੈ। ਸੋ ਇਸ ਕਰਕੇ ਆਪਣੀ ਭਾਸ਼ਾ ਜਿਹੜੀ ਹੈ ਨਾ, ਉਹਦੇ ਪ੍ਰਤੀ ਸਾਨੂੰ ਚੇਤੰਨ ਹੋਣਾ ਪੈਣਾ। ਜੇ ਅਸੀਂ ਆਪਣੀ ਭਾਸ਼ਾ ਪ੍ਰਤੀ ਚੇਤੰਨ ਨਹੀਂ ਹੁੰਦੇ, ਮਸਲਾ ਹੱਲ ਨਹੀਂ ਹੋਣਾ। ਖਰੋਸ਼ਟੀ ਲਿਪੀ, ਜਦੋਂ ਕਪੂਰ ਸਿੰਘ ਨੂੰ ਪੜ੍ਹਦੇ ਹਾਂ, ਤੇ ਕਪੂਰ ਸਿੰਘ ਨੇ ਆਪਣੀ ਮੇਰੇ ਖਿਆਲ ਪੰਦਰੀਕ ਜਾਂ ਬਹੁ ਵਿਸਥਾਰ ਦੇ ਵਿੱਚ, ਜਾਂ ਸਬਤ ਸ੍ਰਿੰਗ ਕਿਸੇ ਕਿਤਾਬ ਦੇ ਵਿੱਚ, ਮੈਨੂੰ ਹੁਣ ਯਾਦ ਨਹੀਂ ਕਿਤਾਬ ਕਿਹੜੀ ਹੈ, ਕਪੂਰ ਸਿੰਘ ਉਹਨਾਂ ਨੇ ਲਿਖਿਆ ਵੀ ਜਦੋਂ ਟੈਕਸਲਾ ਦੀ ਖੁਦਾਈ ਹੋਈ, ਜਿਹਨੂੰ ਤਕਸ਼ਿਲਾ ਕਹਿੰਦੇ ਆਪਾਂ ਜੀ ਜੀ ਜੀ, ਜਦੋਂ ਟੈਕਸਲਾ ਦੀ ਖੁਦਾਈ ਹੋਈ ਆ, ਉਹਦੇ ਚੋਂ ਜਿਹੜੇ ਭਾਸ਼ਾਈ ਅਵਸ਼ੇਸ਼ ਮਿਲੇ ਨੇ ਨਾ, ਖਰੋਸ਼ਟੀ ਲਿਪੀ, ਉਹ ਖਰੋਸ਼ਟੀ ਲਿਪੀ ਜਿਹੜੀ ਸੀ, ਉਹ ਪੰਜਾਬ ਜਿਹੜਾ ਸੀ, ਉਹ ਕਿਸੇ ਵੇਲੇ ਈਰਾਨ ਦੇ ਕਿਆਨੀ ਸਾਮਰਾਜ ਦਾ ਹਿੱਸਾ ਸੀ ਜੀ ਜੀ ਜੀ। ਇਸੇ ਕਰਕੇ ਜਿਹੜੀਆਂ ਸਾਡੀਆਂ ਸ਼ਕਲਾਂ ਹੈ, ਤੁਸੀਂ ਕਿਸੇ ਈਰਾਨੀ ਬੀਬੀ ਦੇ ਲਾਗੇ ਬਹਿ ਜਾਓਗੇ ਉੱਦਾਂ ਦਾ ਸਿਰ ਢੱਕ ਕੇ, ਤੇ ਤੁਹਾਨੂੰ ਕੋਈ ਪਛਾਣ ਨਹੀਂ ਸਕੇਗਾ ਵੀ ਇਹ ਸਿੱਖ ਪੰਜਾਬੀ ਹੈ ਜਾਂ ਈਰਾਨੀ ਹੈ। ਸਾਡੀਆਂ ਸ਼ਕਲਾਂ ਤੇ ਈਰਾਨੀਆਂ ਦੀਆਂ ਸ਼ਕਲਾਂ ਆਪਸ 'ਚ ਮਿਲਦੀਆਂ ਨੇ।
ਅਸੀਂ ਹਿੰਦੁਸਤਾਨੀ ਕਦੀ ਰਹੇ ਵੀ ਨਹੀਂ, ਹੈ ਹੀ ਨਹੀਂ ਸੀ ਕਦੀ ਵੀ। ਸਾਡੀ ਇਹਨਾਂ ਦੇ ਨਾਲ ਹਾਵ ਭਾਵ ਢੰਗ ਹੀ ਨਹੀਂ ਮਿਲਦੇ। ਈਵਨ ਸਾਡਾ ਖੁੱਲ੍ਹ ਦਿਲੀ ਸਾਡਾ ਸੱਭਿਆਚਾਰ ਵੀ ਨਹੀਂ ਮਿਲਦਾ। ਸਾਡਾ ਸੱਭਿਆਚਾਰ ਵੀ, ਸਾਡਾ ਘੋੜੀਆਂ ਗਾਉਣੇ, ਸੋਹਲੇ ਗਾਉਣੇ, ਉਹ ਵੀ ਜਿਹੜਾ ਵਾ ਸਾਡੇ ਬਾਰਡਰੋਂ ਪਾਰ ਜਾ ਕੇ ਮਿਲਦਾ ਏ। ਬਿਲਕੁਲ ਬਿਲਕੁਲ। ਸੋ ਰਾਮ ਦੇ ਕਿਆਨੀ ਸਾਮਰਾਜ ਦਾ ਪੰਜਾਬ ਹਿੱਸਾ ਸੀ ਜੀ। ਖਰੋਸ਼ਟੀ ਲਿਪੀ ਜਿਹੜੀ ਹੈ ਉਦੋਂ ਜਿਹੜੀ ਇਹ ਗੱਲ ਸੰਸਕ੍ਰਿਤ ਦੀ ਕਰਦੇ ਆ ਉਹਦੇ ਤੋਂ ਵੀ ਪੁਰਾਣੀ ਹੈ। ਸੋ ਪੰਜਾਬੀ ਭਾਸ਼ਾ ਜਿਹਦੇ ਤੋਂ ਲੰਡੇ ਵਿਕਸਿਤ ਹੁੰਦੇ ਆ, ਲੰਡਿਆਂ ਨੂੰ ਜਿਹੜਾ ਵਾ ਗਾਂ ਜਿਉਂ-ਜਿਉਂ ਭਾਸ਼ਾ ਦਾ ਵਿਕਾਸ ਹੁੰਦਾ ਜਾਂਦਾ ਵਾ ਤੇ ਗੁਰੂ ਸਾਹਿਬ ਦੇ ਮੁੱਖ ਤੇ ਆਉਂਦੀ ਹੈ ਤੇ ਗੁਰਮੁਖੀ ਹੋ ਜਾਂਦੀ ਹੈ ਤੇ ਗੁਰੂ ਸਾਹਿਬ ਇਹਨਾਂ ਅੱਖਰਾਂ ਤੇ ਕੰਮ ਵੀ ਕਰਦੇ ਨੇ ਬਹੁਤ। ਫਿਰ ਇਹ ਨਹੀਂ ਵੀ ਇਕੱਲਾ ਭਾਸ਼ਾ ਨੂੰ ਵਰਤਿਆ, ਉਹਨਾਂ ਨੇ ਭਾਸ਼ਾ ਨੂੰ ਸਵਾਰਿਆ ਵੀ। ਸੋ ਇਹ ਬਹੁਤ ਪੁਰਾਣੀ ਭਾਸ਼ਾ ਹੈ। ਇਹਨੂੰ ਬੋਲਣ ਦੇ ਵਿੱਚ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਤੇ ਖਾਸ ਕਰਕੇ ਸਕੂਲ, ਕਾਲ ਸੈਂਟਰ, ਤੁਸੀਂ ਇੱਕ ਪ੍ਰਣ ਕਰ ਲਓ ਵੀ ਜਿੰਨੇ ਕਾਲ ਸੈਂਟਰਾਂ ਤੋਂ ਕਾਲ ਕਰਦੇ ਨੇ ਤੁਹਾਨੂੰ ਪੰਜਾਬ ਦੇ ਵਿੱਚ ਜੀ, ਵੀ ਅਸੀਂ ਪੰਜਾਬੀ ਤੋਂ ਬਿਨਾਂ ਤੁਹਾਡੇ ਨਾਲ ਗੱਲ ਨਹੀਂ ਕਰਨੀ ਜੀ। ਉਹਨਾਂ ਨੂੰ ਮੰਗ ਕਰੋ ਵੀ ਜੇ ਹਿੰਦੀ ਬੋਲਣ ਵੀ ਸਾਨੂੰ ਪੰਜਾਬੀ ਵਾਲਾ ਬੰਦਾ ਲਿਆ ਕੇ ਦਿਓ। ਮਜਬੂਰੀ ਹੈ ਉਹਨਾਂ ਦੀ। ਇੱਥੇ ਵੀ ਅਸੀਂ ਗੱਲ ਕਰਦੇ ਹਾਂ, ਇਹਨਾਂ ਦੇਸ਼ਾਂ 'ਚ ਵੀ ਇੱਥੇ ਵੀ ਬਕਾਇਦਾ ਤੁਹਾਡੇ ਕੋਲ ਆਪਸ਼ਨ ਹੈ ਵੀ ਫਾਰ ਇੰਗਲਿਸ਼ प्रेस 1, फॉर पंजाबी प्रेस 2, हिंदी के लिए 3 दबाएं, फिर उसे भाषा जी बोलते हैं। बिल्कुल। ਜਦੋਂ ਇੱਥੇ ਆਪਸ਼ਨ ਹੈ ਸਾਡੇ ਕੋਲ, ਹਾਲਾਂਕਿ ਇੱਥੇ ਸਾਡੀ ਕੋਈ ਬੈਕਗ੍ਰਾਉਂਡ ਨਹੀਂ ਤੇ ਉੱਥੇ ਕਿਉਂ ਨਹੀਂ? ਉੱਥੇ ਗੱਲ ਹੀ ਇੱਥੋਂ ਸ਼ੁਰੂ ਕਰੋ ਵੀ ਅਸੀਂ ਗੱਲ ਨਹੀਂ ਜੇ ਕਰਨੀ, ਨਾ ਅਸੀਂ ਫੋਨ ਲੈਣਾ ਜੇ, ਨਾ ਅਸੀਂ ਤੁਹਾਡਾ ਕੋਈ ਹੋਰ ਸਮਾਨ ਲੈਣਾ ਜੇ, ਸਾਨੂੰ ਪੰਜਾਬੀ 'ਚ ਗੱਲ ਕਰੋ ਤੇ ਪੰਜਾਬੀ ਵਾਲਾ ਬੰਦਾ ਲਿਆਓ। ਮਜਬੂਰੀ ਬਣ ਜਾਏਗੀ ਕੰਪਨੀਆਂ ਦੀ ਜੀ। ਤੁਸੀਂ ਉਹਨਾਂ ਦੀ ਮਜਬੂਰੀ 'ਚੋਂ ਆਪਣੀ ਭਾਸ਼ਾ ਦਾ ਵਿਕਾਸ ਕਰ ਸਕਦੇ ਜੀ। ਜੀ 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 ਮੈਨੂੰ ਲੱਗਦਾ ਤੁਸੀਂ ਮੇਰੇ 2 ਸਵਾਲਾਂ ਦੇ ਨਾਲ ਵਿੱਚ ਹੀ ਜਵਾਬ ਦੇ ਦਿੱਤੇ ਨੇ ਜਿਹੜੇ ਮੈਂ ਪੁੱਛਣੇ ਸੀ ਅੱਗੇ ਜਾ ਕੇ ਕਿ ਪੰਜਾਬੀ ਭਾਸ਼ਾ ਕਿੰਨੀ ਕੁ ਪੁਰਾਣੀ ਹੈ। ਤੁਸੀਂ ਉਹਦਾ ਦੱਸ ਦਿੱਤਾ ਕਿ ਉਹ ਤਖਤ ਸ਼ਿਲਾ ਜਦੋਂ ਉਹਦੀ ਖੁਦਾਈ ਹੁੰਦੀ ਹੈ ਟੈਕਸਲਾ ਦੀ, ਉਹਦੇ ਵਿੱਚੋਂ ਜਿਹੜੇ ਮਿਲਦੇ ਨੇ, ਚਿੰਨ੍ਹ ਮਿਲਦੇ ਨੇ, ਉਤੋਂ ਪਤਾ ਲੱਗਦਾ ਕਿ ਪੰਜਾਬੀ ਭਾਸ਼ਾ ਉਹਦੇ ਈਰਾਨ ਦੇ ਨਾਲ ਸੰਬੰਧਿਤ ਹੈਗੀ ਹੈ। ਤੁਸੀਂ ਸਾਰਾ ਉਹ ਬੜੇ ਬਾਖੂਬੀ ਤਰੀਕੇ ਦੇ ਨਾਲ ਦੱਸਿਆ। ਇੱਕ ਜਿਹੜੀ ਗੱਲ ਤੁਸੀਂ ਬਹੁਤ ਖੂਬ ਆਖੀ ਹੈ ਕਿ ਹਰੇਕ ਬੰਦਾ ਇੱਕ ਸੰਸਥਾ ਹੈ, ਹਰੇਕ ਵਿਅਕਤੀ ਇੱਕ ਸੰਸਥਾ ਹੈ। ਜੇ ਉਹ ਸੋਚ ਲੇ ਕਿ ਇਹ ਭਾਸ਼ਾ ਮੇਰੀ ਹੈ, ਉਹ ਮਹਿਸੂਸ ਕਰੇ ਕਿ ਇਹ ਮੇਰਾ ਮਾਣ ਹੈ, ਇਹ ਮਾਣ ਮੈਂ ਆਪਣੇ ਬੱਚਿਆਂ ਦੇ ਵਿੱਚ ਵੀ ਦੇਖਣਾ ਹੈ, ਮੈਂ ਇਹਦਾ ਵਿਕਾਸ ਕਰਨਾ ਹੈ, ਉਹਦੀ ਜ਼ਿੰਮੇਵਾਰੀ ਉਹ ਆਪਣੇ ਮੋਢਿਆਂ ਤੇ ਲਵੇ ਕਿ ਮੈਂ ਕਿੰਨਾ ਕੁ ਆਪਣੀ ਭਾਸ਼ਾ ਨੂੰ ਮਿੱਠਾ ਤੇ ਸੋਹਣਾ ਕਰਕੇ ਦੂਜੇ ਦੇ ਅੱਗੇ ਪਰੋਸਣਾ ਹੈ। ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਜਿਹੜੀ ਤਾਕਤ ਹੈ ਉਹ ਇਸ ਨੂੰ ਪਿੱਛੇ ਕਰ ਸਕੇਗੀ। ਜੀ ਮੈਨੂੰ ਲੱਗਦਾ ਭੈਣ ਜੀ ਵਿੱਚ ਕਾਲ ਇੱਕ ਆ ਗਈ ਹੈ ਤੁਹਾਡੀ। ਮੈਂ ਕਿਹਾ ਕਾਲ ਇੱਕ ਵਿੱਚ ਆ ਗਈ ਹੈ, ਜੇ ਤੁਸੀਂ ਲੈਣਾ ਚਾਹੋ ਤੇ ਲੈ ਲਓ। ਹਾਂਜੀ ਹਾਂਜੀ ਕਾਲ ਜੀ ਬੋਲੋ ਜੀ, ਕੌਣ ਹੈ? ਮੈਂ ਕਹਿਣਾ ਚਾਹਾਂਗੀ ਕਿ ਵੀਰ ਜੀ, ਕਿਉਂਕਿ ਸਾਡਾ ਸਾਰਾ ਸੈਟਅਪ ਇੰਗਲੈਂਡ ਦੇ ਵਿੱਚ ਹੈ ਤੇ ਉੱਥੇ ਹੀ ਵੀਰ ਜੀ ਕਾਲਸ ਲੈਂਦੇ ਨੇ। ਹਾਂਜੀ, ਜਿਨ੍ਹਾਂ ਨੇ ਗੱਲ ਕਰਨੀ ਹੈ ਉਹ ਡਾਇਰੈਕਟਲੀ ਵੀਰ ਜੀ ਦੇ ਨਾਲ ਹੀ ਕਰ ਸਕਦੇ ਨੇ ਕਾਲ। ਜੀ ਬੋਲੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ। ਨਹੀਂ ਹੋਲਡ ਤੇ ਚੱਲ ਗਈ ਕਾਲ ਉਹਨਾਂ ਦੀ। ਚਲੋ ਕੋਈ ਨਹੀਂ, ਕਾਲਸ ਆਪਾਂ ਵੈਸੇ ਖੋਲ ਦਿੰਨੇ ਆ, ਜੇ ਕਿਸੇ ਸਰੋਤਿਆਂ ਨੇ ਕਾਲਸ ਕਰਨੀ ਉਹ ਕਰ ਸਕਦੇ ਨੇ ਨਾਲ ਨਾਲ, ਤੇ ਆਪਾਂ ਗੱਲਾਂ ਬਾਤਾਂ ਵੀ ਨਾਲ ਕਰੀ ਜਾਂਦੇ ਆ। ਜੀ ਜੀ ਮੈਂ ਇਹਦੇ ਤੋਂ ਹੀ ਇੱਕ ਜਿਹੜੀ ਹੈ ਤੁਸੀਂ ਆਪਣਾ ਤਜਰਬਾ ਸਾਂਝਾ ਕੀਤਾ, ਕਿਉਂਕਿ ਅੱਜ ਆਪਾਂ ਡਿਸਕਸ਼ਨ ਕਰ ਰਹੇ ਹਾਂ ਤੇ ਤਜਰਬੇ ਤੋਂ ਹੀ ਅੱਗੇ ਜਿਹੜਾ ਵਧਿਆ ਜਾ ਸਕਦਾ। ਮੈਂ ਆਪਣੀ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ। ਮੈਂ ਨਾ ਕੁਝ ਸਾਲ ਪਹਿਲਾਂ 2007-8 ਦੇ ਲਾਗੇ ਮੈਂ ਨਾ ਸੁਰਜੀਤ ਪਾਤਰ ਦੀ ਇੱਕ ਕਵਿਤਾ ਸੁਣੀ ਸੀਗੀ, ਜਿਹਦੇ 'ਚ ਉਹਨਾਂ ਨੇ ਸ਼ੁਰੂ ਵਿੱਚ ਆਖਿਆ ਕਿ ਮਰ ਰਹੀ ਹੈ ਮੇਰੀ ਭਾਸ਼ਾ। ਜਿੰਨਾ ਦਰਸ਼ਕਾਂ ਨੇ ਸੁਣੀ ਹੋਵੇ, ਪਈ ਹੋਈ ਹੈ ਇੰਟਰਨੈਟ ਦੇ ਉੱਤੇ। ਤੁਸੀਂ ਸਾਰੀ ਕਵਿਤਾ ਬੜੀ ਲੰਬੀ ਆ, ਜੇ ਅਸੀਂ ਉਹ ਸਾਰੀ ਮੈਂ ਪੜ੍ਹਨ ਲੱਗ ਗਈ ਤੇ ਪ੍ਰੋਗਰਾਮ ਜਿਹੜਾ ਮੁੱਕ ਜਾਣਾ। ਉਹਦੇ ਵਿੱਚ ਉਹ ਗੱਲ ਕਰਦੇ ਨੇ ਕਿ ਮਰ ਰਹੀ ਹੈ ਮੇਰੀ ਭਾਸ਼ਾ। ਹਰ ਰੋਜ਼ ਬੱਚੇ ਕਹਿ ਰਹੇ ਨੇ ਮੇਰੇ ਟਰੀ ਦੇ ਲੀਵਸ ਹੋ ਰਹੇ ਨੇ ਫਾਲ। ਗੱਲ ਪੰਜਾਬੀ ਦੇ ਵਿੱਚ ਆ, ਪਰ ਜਿਹੜੇ ਸ਼ਬਦ ਆ ਉਹ ਜਿਹੜੇ ਅੰਗਰੇਜ਼ੀ ਦੇ ਵਰਤੇ ਗਏ ਨੇ ਵਿੱਚ ਉਹ ਸਾਰੇ ਹਰ ਹਟ ਸਾਰੇ ਬਹੁਤ ਸਾਰੇ ਅੱਖਰ ਵਰਤਦੇ ਨੇ। ਮੈਨੂੰ ਇੰਨੀ ਕੁ ਮਨ ਨੂੰ ਲੱਗੀ ਗੱਲ ਕਿ ਸੱਚੀ ਭਾਸ਼ਾ ਮਰ ਜਾਏਗੀ, ਅਸੀਂ ਖਤਮ ਹੋਏ ਤੇ ਨਾਲ ਹੀ ਭਾਸ਼ਾ ਖਤਮ ਹੋ ਜਾਏਗੀ। ਕਿਉਂਕਿ ਤੁਹਾਡੇ ਫਿਰ ਫਰਜ਼ ਕੀ ਬਣਦਾ ਹੈ? ਉਸ ਵੇਲੇ ਸੋਚਣ ਦੀ ਲੋੜ ਹੈ ਕਿ ਤੁਸੀਂ ਕਿਹਨੂੰ ਭਾਸ਼ਾ ਸਿਖਾਉਣੀ ਹੈ। ਇੱਧਰਲੇ ਦੇਸ਼ਾਂ ਦੇ ਵਿੱਚ ਜਦੋਂ, ਕਿਉਂਕਿ ਅਸੀਂ ਪੰਜਾਬ ਤੋਂ ਬਾਹਰ ਰਹਿ ਰਹੇ ਹਾਂ, ਤਾਂ ਸਾਡਾ ਫਰਜ਼ ਬਣਦਾ ਕਿ ਜਿਹੜੇ
ਪੰਜਾਬੀ ਪਰਿਵਾਰਾਂ ਦੇ ਬੱਚੇ ਪੰਜਾਬੀ ਨਹੀਂ ਬੋਲਦੇ ਉਹਨਾਂ ਨੂੰ ਪੰਜਾਬੀ ਨਾਲ ਜੋੜਿਆ ਜਾਵੇ। ਮੈਂ 2 ਅਜਿਹੇ ਸਟੂਡੈਂਟ ਅਜਿਹੇ ਵਿਦਿਆਰਥੀ ਚੁਣੇ ਜਿਨ੍ਹਾਂ ਨੂੰ ਪੰਜਾਬੀ ਦਾ ਵਾਕ ਵੀ ਬਣਾਉਣਾ ਨਹੀਂ ਆਉਂਦਾ ਸੀ। ਉਹਨਾਂ ਨੂੰ ਫਾਰਮੇਸ਼ਨ ਉਹ ਵੀ ਇਹ ਕਹਿੰਦੇ ਸੀ ਉਹ ਹੁੰਦਾ ਹੈ ਕਾਲਾ, ਛਤਰੀ ਹੁੰਦੀ ਹੈ ਕਾਲਾ, ਏਦਾਂ ਸੈਂਟੈਂਸ ਬਣਾਉਂਦੇ ਸੀ। ਤੇ ਉਹਨਾਂ 4 ਮਹੀਨਿਆਂ ਦੇ ਵਿੱਚ ਉਹ ਵਾਕ ਉਹਨਾਂ ਦੇ ਠੀਕ ਹੋ ਗਏ ਨੇ, ਕਹਾਣੀਆਂ ਉਹ ਸੁਣਾਉਣ ਲੱਗ ਗਏ ਨੇ, ਮੁਹਾਰਨੀ ਉਹ ਪੜ੍ਹਨ ਲੱਗ ਗਏ ਨੇ। ਸੋ ਹਜੇ ਏਦਾਂ ਹਰੇਕ ਬੰਦਾ ਆਪਣੇ ਤੌਰ ਤੇ ਉਪਰਾਲਾ ਕਰੇ ਆਪਣੇ ਘਰ ਦੇ ਵਿੱਚ, ਆਪਣੇ ਗੁਆਂਢ ਦੇ ਵਿੱਚ, ਤੇ ਮੈਨੂੰ ਲੱਗਦਾ ਕਿ ਅਸੀਂ ਇਸ ਸਮੱਸਿਆ ਦਾ ਜਿਹੜੀ ਕਿ ਇੱਕ ਗਲਬਾ ਪਾ ਕੇ ਇੱਕ ਰਾਖਸ਼ ਵਾਂਗੂ ਨਿਗਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਭਾਸ਼ਾ ਨੂੰ ਅਸੀਂ ਬਚਾ ਸਕਦੇ ਹਾਂ। ਆਪਾਂ ਇਦਾਂ ਵੀ ਭੈਣ ਜੀ ਕਰ ਸਕਦੇ ਹਾਂ ਕਿਉਂਕਿ ਜੇ ਘੱਟੋ ਘੱਟ 20-25 ਬੱਚੇ ਸਾਡੇ ਕੋਲ ਆਨਲਾਈਨ ਆ ਜਾਣ ਤੇ ਅਸੀਂ ਇੱਕ ਉਹਨਾਂ ਦਾ ਭੈਣ ਜੀ ਹੁਣਾਂ ਵੱਲੋਂ ਆਪਾਂ ਕੋਈ ਐਸਾ ਸੈਸ਼ਨ ਵੀ ਆਰਗੇਨਾਈਜ਼ ਕਰ ਸਕਦੇ ਹਾਂ ਵੀ ਜਿਹੜਾ ਉਹਨਾਂ ਨੂੰ ਬੇਸਿਕ ਸਿਖਾਈ ਜਾ ਸਕਦੀ ਹੈ। ਬੇਸਿਕ ਤੋਂ ਅਸੀਂ ਸ਼ੁਰੂ ਕਰ ਸਕਦੇ ਹਾਂ ਤੇ ਉਹ ਭਾਵੇਂ ਆਨਲਾਈਨ ਹੀ ਹੋ ਜੇ, ਜਿਹੜਾ ਸੁਣਨ ਵਾਲਾ ਉਹ ਸੁਣ ਕੇ ਵੀ ਸਿੱਖ ਸਕਦਾ ਹੈ ਬੱਚਾ, ਜਿਹੜਾ ਨਾਲ ਲਾਈਵ ਜ਼ੂਮ ਦੀ ਜਾਂ ਕੋਈ ਐਸੀ ਆਪਾਂ ਬਾਅਦ ਵਿੱਚ ਇਹ ਤੇ ਡਿਸਕਸ ਕਰ ਸਕਦੇ ਹਾਂ। ਜੀ ਜੀ ਤੇ ਕਿਉਂਕਿ ਤੁਹਾਡਾ ਆਪਣੇ ਪੱਧਰ ਤੇ ਜਿਹੜਾ ਉਪਰਾਲਾ ਕੀਤਾ ਗਿਆ ਆ, ਤੁਸੀਂ ਫੀਸ ਨਾ ਰੱਖੋ, ਮੈਂ ਕਿਸੇ ਲਈ ਕੋਈ ਫੀਸ ਨਹੀਂ ਰੱਖੀ ਸੀਗੀ, ਜਿੰਨੇ ਮਰਜ਼ੀ ਵਿਦਿਆਰਥੀ ਘਰ ਆ ਜਾਣ, ਮਤਲਬ ਭਰਿਆ ਹੁੰਦਾ ਸੀਗਾ ਉਸ ਵੇਲੇ ਘਰ ਕਿ ਹਾਂ ਪੰਜਾਬੀ ਬੱਚਾ ਪੰਜਾਬੀ ਸਿੱਖਣ ਲਈ ਆ ਵੀ ਆ ਰਿਹਾ, ਆ ਵੀ ਆ ਰਿਹਾ। ਬੱਚਿਆਂ ਨੂੰ ਸਿਰਫ ਬੋਲਣੀ ਦੱਸ ਦਿਓ ਤੇ ਘੱਟ ਤੋਂ ਘੱਟ ਕਿ ਉਹ ਕਿਤੇ ਕੁਝ ਲਿਖਿਆ ਪੰਜਾਬੀ ਦੇ ਵਿੱਚ ਪੜ੍ਹ ਸਕਣ ਕਿ ਹਾਂ ਕੀ ਲਿਖਿਆ ਗਿਆ ਹੈ। ਸੋ ਇਹ ਉਪਰਾਲਾ ਮਾਂ ਪਿਓ ਨੂੰ ਮੈਨੂੰ ਲੱਗਦਾ ਕਿ ਆਪਣੇ ਤੌਰ ਤੇ ਕਰਨਾ ਚਾਹੀਦਾ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਅਸੂਲ ਬਣਾਓ ਕਿ ਤੁਸੀਂ ਪੰਜਾਬੀ ਹੀ ਬੋਲਣੀ ਹੈ। ਕਿਉਂਕਿ ਇੱਥੋਂ ਦੇ ਸਕੂਲਾਂ ਦੇ ਵਿੱਚ ਜਿਹੜੇ ਪੰਜਾਬ 'ਚ ਬੈਠੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਅੰਗਰੇਜ਼ੀ ਬੋਲਾਂਗੇ ਤੇ ਸਾਡਾ ਤਾਂ ਹੀ ਗੁਜ਼ਾਰਾ ਹੈ, ਅਸੀਂ ਪੰਜਾਬੀ ਬੋਲ ਕੇ ਗੁਜ਼ਾਰਾ ਨਹੀਂ ਹੋ ਸਕਦਾ। ਉਹ ਆਕਰਸ਼ਿਤ ਹੁੰਦੇ ਨੇ ਅੰਗਰੇਜ਼ੀ ਭਾਸ਼ਾ ਵੱਲ, ਪਰ ਇੱਥੋਂ ਦੇ ਸਕੂਲਾਂ ਦੀਆਂ ਜਿੰਨੀਆਂ ਵੀ ਜਿਹੜੇ ਅਧਿਆਪਕ ਨੇ ਉਹ ਕਹਿੰਦੇ ਨੇ ਕਿ ਆਪਣੇ ਘਰ ਦੇ ਵਿੱਚ ਆਪਣੀ ਮਾਂ ਬੋਲੀ ਬੋਲੋ, ਬੱਚਿਆਂ ਨੂੰ ਆਪਣੀ ਮਾਂ ਬੋਲੀ ਸਿਖਾਓ, ਕਿਉਂਕਿ ਵਾਤਾਵਰਣ ਦੇ ਵਿੱਚ ਦੂਜੀ ਭਾਸ਼ਾ ਉਹ ਤੇ ਆ ਹੀ ਜਾਣੀ ਹੈ, ਉਹ ਆ ਹੀ ਜਾਣੀ। ਹਾਂਜੀ ਵੀਰ ਜੀ, ਮੇਰਾ ਅਗਲਾ ਸਵਾਲ ਜਿਹੜਾ ਹੈ ਉਹ ਭਾਸ਼ਾ ਦੇ ਨਾਲ ਹੀ ਹੈ, ਕਿਉਂਕਿ ਆਪਾਂ ਗੱਲ ਸਾਰੀ ਭਾਸ਼ਾ ਤੇ ਹੀ ਕਰ ਰਹੇ ਹਾਂ। ਕਿ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬੀ ਬੋਲੀ ਨੂੰ ਇਹ ਆਪਣੇ ਆਪ ਹੀ ਖਤਮ ਹੋ ਰਹੀ ਜਾਂ ਇਹਨੂੰ ਕਿਸੇ ਸਾਜ਼ਿਸ਼ ਤਹਿਤ ਖਤਮ ਕੀਤਾ ਜਾ ਰਿਹਾ? ਮੈਨੂੰ ਲੱਗਦਾ ਇਹਦਾ ਥੋੜਾ ਕੁ ਜਵਾਬ ਤੇ ਤੁਸੀਂ ਦੇ ਦਿੱਤਾ ਸੀ। ਜੀ ਬਿਲਕੁਲ, ਇਹ ਇੱਕ ਵੱਡੀ ਸਾਜ਼ਿਸ਼ ਹੈ ਭੈਣ ਜੀ, ਵੱਡੀ ਸਾਜ਼ਿਸ਼ ਹੈ। ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਸੱਭਿਆਚਾਰਕ ਹਮਲਾ ਹੈ। ਪੰਜਾਬ ਮੰਗਦਾ ਹੈ ਹਮੇਸ਼ਾ ਹੀ ਆਪਣੀ ਕੌਮੀ ਪਹਿਚਾਣ ਦਰਸਾਉਂਦਾ ਹੋਇਆ, ਪੰਜਾਬ ਹਮੇਸ਼ਾ ਆਪਣੀ ਫੈਡਰਲ ਢਾਂਚੇ ਦੀ ਮੰਗ ਕਰਦਾ ਹੈ। ਕੋਈ ਉਸ ਤੋਂ ਅੱਗੇ ਜਾਂਦੇ ਨੇ, ਉਹ ਵੱਖਰੇ ਰਾਜ ਦੀ ਗੱਲ ਕਰਦੇ ਨੇ। ਤੇ ਕੋਈ ਵੀ ਕੌਮ ਆਪਣਾ ਰਾਜ ਮੰਗੇ, ਕੋਈ ਇਹ ਜਿਹੜੀ ਗੱਲ ਹੈ ਕੋਈ ਗੈਰ ਕਾਨੂੰਨੀ ਨਹੀਂ ਹੋ ਜਾਂਦੀ। ਹਰ ਪੰਛੀ ਨੂੰ ਆਜ਼ਾਦ ਰਹਿਣ ਦਾ ਹੱਕ ਹੈ ਜੀ। ਸੋ ਉਹਦੇ ਪਿੱਛੇ ਕਿਹਦੀ ਕਿੰਨੀ ਗੰਭੀਰਤਾ ਇੱਕ ਵੱਖਰਾ ਵਿਸ਼ਾ ਹੈ। ਗੱਲ ਇਹ ਹੈਗੀ ਹੈ ਵੀ ਜਦੋਂ ਇਹ 2 ਚੀਜ਼ਾਂ ਜਿੱਥੋਂ ਉੱਠਦੀਆਂ ਨੇ ਜਿਸ ਖਿੱਤੇ 'ਚ, ਉਹਨੂੰ ਕਾਬੂ ਕਰਨਾ ਸਰਕਾਰਾਂ ਦੀ ਪਹਿਲ ਹੁੰਦੀ ਹੈ ਜੀ। ਤੁਸੀਂ ਵੇਖੋ ਵੀ ਪੰਜਾਬ ਦੇ ਵਿੱਚ ਕਿੰਨੇ DAV ਸਕੂਲ ਤੇ ਕਾਲਜ ਖੋਲ੍ਹ ਦਿੱਤੇ ਗਏ ਨੇ ਜੀ। ਇਹ ਸਾਰਾ ਜਿੰਨਾ DAV ਪ੍ਰਬੰਧ ਹੈ ਇਹ ਦਇਆਨੰਦੀ ਪ੍ਰਬੰਧ ਹੈ, ਦਇਆਨੰਦ ਦੇ ਨਾਮ ਨੂੰ ਹੀ ਸਮਰਪਿਤ ਹੈ। ਉਹਦੇ 'ਚ ਭੁੱਲ ਕੇ ਵੀ ਇਹ ਸੋਚੋ ਵੀ ਤੁਹਾਡੀ ਪੰਜਾਬੀ ਪ੍ਰਮੋਟ ਹੋਏਗੀ ਜਾਂ ਤੁਹਾਡਾ ਸੱਭਿਆਚਾਰ ਪ੍ਰਮੋਟ ਹੋਏਗਾ। ਉਸ ਤੋਂ ਬਾਅਦ ਕਨਵੈਂਟ ਸਕੂਲ ਜਿਹੜੇ ਕੇਵਲ ਪੰਜਾਬ ਦੇ ਵਿੱਚ ਤੁਹਾਨੂੰ ਕਹਿ ਰਹੇ ਨੇ ਵੀ ਤੁਸੀਂ ਅੰਗਰੇਜ਼ੀ ਹੀ ਬੋਲਣੀ ਹੈ, ਪੰਜਾਬੀ ਬੈਨ ਹੈ। ਬੈਨ ਕਰਨਾ ਗਲਤ ਹੈ। ਤੁਸੀਂ ਕਿਸੇ ਭਾਸ਼ਾ ਨੂੰ ਜਦੋਂ ਤੁਸੀਂ ਨਵੀਂ ਨੂੰ ਸਿੱਖਣਾ ਤਾਂ ਤੁਹਾਨੂੰ ਧਿਆਨ ਦੇਣਾ ਪਏਗਾ ਉੱਧਰ ਜੀ, ਪਰ ਇਹਦਾ ਮਤਲਬ ਇਹ ਨਹੀਂ ਵੀ ਦੂਜੀ ਬੈਨ ਕਰਨੀ ਹੈ। ਹੁਣ ਫਾਰ ਐਗਜ਼ਾਮਪਲ ਹੈ, ਹਰ ਭਾਸ਼ਾ ਦੀ ਆਪਣੀ ਬਿਊਟੀ ਹੈ। ਹੁਣ ਪੰਜਾਬੀ ਹੈ, ਅਸੀਂ ਪੰਜਾਬੀ ਕਿਉਂ ਮੰਨਦੇ ਹਾਂ ਜ਼ਰੂਰੀ? ਕਿਉਂਕਿ ਸਾਡਾ ਗ੍ਰੰਥ ਗੁਰਮੁਖੀ ਲਿਪੀ 'ਚ ਹੈ। ਬਿਲਕੁਲ। ਤੇ ਇਹਨੂੰ ਸਮਝਿਆ ਵੀ ਉਸੇ ਹੀ ਲਿਪੀ ਤੇ ਉਸੇ ਲਿਪੀ ਦੀ ਜਾਣਕਾਰੀ ਰਾਹੀਂ ਜਾਣਾ ਹੈ। ਹੁਣ ਮੈਨੂੰ ਦੱਸੋ ਵੀ ਗਗਨ ਮੈਥਾਲ ਦੇ ਅਰਥ ਕਰ ਦਿਓ। ਗਗਨ ਮੈਥਾਲ ਰਵ ਚੰਦ ਦੀਪਕ ਬਣੇ, ਤੁਸੀਂ ਪੰਜਾਬੀ ਨਹੀਂ ਪੜ੍ਹੀ, ਗੁਰਮੁਖੀ ਨਹੀਂ ਪੜ੍ਹੀ, ਤੇ ਗਗਨ ਮੈਥਾਲ ਦਾ ਰਸ ਆ ਜਾਏਗਾ ਤੁਹਾਨੂੰ ਪੜ੍ਹ ਕੇ? ਜੀ ਨਹੀਂ ਆਏਗਾ। ਕਾਰਨ ਕਿਉਂਕਿ ਜਿਸ ਭਾਸ਼ਾ 'ਚ ਪੋਇਟਰੀ ਉਚਾਰੀ ਜਾਂਦੀ ਹੈ, ਕਾਵਿ ਉਚਾਰਿਆ ਜਾਂਦਾ ਹੈ ਜਾਂ ਕਲਾ ਉਚਾਰੀ ਜਾਂਦੀ ਹੈ,
ਉਸੇ ਭਾਸ਼ਾ 'ਚ ਹੀ ਉਹਦਾ ਰਸ ਲਿਆ ਜਾਂਦਾ। ਅਰਥ ਤੇ ਜਿਹੜੇ ਟੀਕਾਕਾਰੀ ਤੇ ਹੋ ਸਕਦੀ ਕਿਸੇ ਭਾਸ਼ਾ 'ਚ, ਪਰ ਜਿਹੜਾ ਉਹਦਾ ਰਹੱਸ ਆ, ਜਿਹੜੀ ਉਹਦੀ ਮਿਸਟਿਸਿਜ਼ਮ ਆਉਂਦੀ ਆ ਉਸ ਕਾਵ ਦੇ ਰਾਹੀਂ, ਇੱਕ ਕਿਉਂਕਿ ਕਾਵ ਮਿਸਟਿਸਿਜ਼ਮ ਦਾ ਹਿੱਸਾ ਹੈ। ਇਹੀ ਕਾਰਨ ਹੈ ਗੁਰੂ ਸਾਹਿਬ ਨੇ ਕਾਵ ਰਚਨਾ ਕੀਤੀ। ਸਿੱਧੀ ਗੱਲ ਨਹੀਂ ਕਹੀ ਵੀ ਬੇੜਾ ਬਹਿ ਜੇ ਮੈਂ ਨਹੀਂ ਜੇ ਪਾਉਣਾ ਜਨੇਊ, ਲੈ ਜੋ ਚੁੱਕਿਆ ਨਹੀਂ ਮੇਰਾ ਕੋਈ ਸੰਬੰਧ ਜਨੇਊ ਦੇ ਨਾਲ। ਸਿੱਧੀ ਲਿਖੀ ਜਾ ਸਕਦੀ ਗੱਲ, ਏਡੀ ਘੁੰਮ ਫਿਰ ਕੇ ਆਉਣ ਦੀ ਕੀ ਲੋੜ ਸੀ ਵੀ ਦਇਆ ਕਪਾ ਸੰਤੂਖ ਸੂਦ ਜਤ ਗੰਢੀ ਸਤ ਵਾਟੇ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ ਜੀ। ਗੱਲ ਤੇ ਕੇਵਲ ਇੰਨੀ ਸੀ ਵੀ ਮੈਂ ਨਹੀਂ ਆ ਪਾਉਣਾ ਤੇ ਆਹ ਜਨੇਊ ਹੈਗਾ ਜਦ ਲੈ ਆਓ, ਤੇ ਇਹ ਲਿਖੀ ਵੀ ਜਾ ਸਕਦੀ, ਸਿੱਧੀ ਨਹੀਂ ਲਿਖੀ। ਜਿਹੜੀ ਕਾਵ ਹੈ, ਜਿਹੜੀ ਆਰਟ ਹੈ, ਉਹ ਤੁਹਾਡੇ ਸਾਈਕੋਲੋਜੀਕਲੀ ਤੁਹਾਡੇ ਮਾਈਂਡ ਤੇ ਪ੍ਰਭਾਵ ਪਾਉਂਦੀ ਹੈ। ਬਿਲਕੁਲ ਇਹੀ ਕਾਰਨ ਹੈ ਵੀ ਕੁਝ ਜਿਹੜੇ ਕਾਵ ਵਿਹੂਣੇ ਜਾਂ ਕਾਵ ਵਿਰੋਧੀ ਨੇ ਨਾ ਲੋਕ, ਉਹਨਾਂ ਦੇ ਵਿੱਚ ਅੱਥਰਪਣ ਜਿਹਾ ਜ਼ਿਆਦਾ ਆਊ, ਅੱਖੜਪਣ ਬਹੁਤ ਜ਼ਿਆਦਾ ਤੁਹਾਨੂੰ ਮਹਿਸੂਸ ਕਰੋਗੇ, ਐਵੇਂ ਰੁੱਖੇ ਜੇ, ਐਵੇਂ ਅੱਖੜਪਣ ਜਿਹਾ, ਪਤਾ ਨਹੀਂ ਕੀ ਬੋਲੀ ਜਾਂਦੇ ਨੇ। ਸੋ ਕਾਵ ਬਹੁਤ ਵੱਡਾ ਇੱਕ ਮਿਸਟਿਸਿਜ਼ਮ ਦਾ ਹਿੱਸਾ ਹੈ। ਇਹਨੂੰ ਤੇ ਅੱਜ ਵੈਸਟ ਨੇ ਵੀ ਮੰਨ ਲਿਆ, ਸਾਡੇ ਵਾਲੇ ਤੇ ਪਤਾ ਨਹੀਂ ਕਿੱਥੇ ਤੁਰੇ ਫਿਰਨੇ, ਵੈਸਟ ਵੀ ਮੰਨਣ ਡੇ ਇਹਨੂੰ। ਫਿਰ ਤੁਸੀਂ ਵੇਖੋ ਵੀ ਦਿੱਲੀ 'ਚ 4 ਸਾਲ ਦਾ ਗ੍ਰੈਜੂਏਸ਼ਨ ਪ੍ਰੋਗਰਾਮ ਰਾਹੀਂ ਪੰਜਾਬੀ ਬੰਦ ਕਰ ਦਿੱਤਾ ਉਹਨਾਂ ਪਿੱਛੇ ਜੇ। ਫਿਰ ਕਾਲ ਸੈਂਟਰਾਂ ਦੀ ਗੱਲ ਅਸੀਂ ਕਰ ਲਈ ਹੈ। ਫਿਰ ਹਿੰਦੀ ਨੂੰ ਫੈਸ਼ਨ ਦੇ ਰੂਪ 'ਚ ਉਗਾੜਨਾ, ਫਿਰ ਲੱਚਰਤਾ ਪਰੋਸਣਾ ਪੰਜਾਬੀ ਰਾਹੀਂ ਵੀ ਲੋਕਾਂ ਦਾ ਮਨ ਚੱਕਿਆ ਜਾਵੇ ਵੀ ਪੰਜਾਬੀ ਚੈਨਲ ਨਹੀਂ ਲਾਉਣਾ, ਲੱਚਰ ਗਾਣੇ ਆਉਣਗੇ। ਇੱਕ ਸਾਜ਼ਿਸ਼ ਸੀ। ਸਪੇਨ ਵਰਗੇ, ਇਜ਼ਰਾਈਲ ਵਰਗੇ ਜਿਹੜੇ ਮੁਲਕਾਂ ਦੀ ਅਸੀਂ ਗੱਲ ਕਰਦੇ ਹਾਂ, ਉਹ ਕਿੱਥੋਂ ਮੁਲਕ ਬਣਦੇ ਨੇ? ਸਭ ਤੋਂ ਪਹਿਲਾਂ ਭਾਸ਼ਾ ਨੂੰ ਸਟੈਬਲਿਸ਼ ਕਰਦੇ ਨੇ, ਫਿਰ ਉਹ ਮੁਲਕ ਦੇ ਰੂਪ 'ਚ ਆਉਂਦੇ ਚਾਹੁੰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਆਪਣੇ ਨਾਲ ਕਾਲ ਇੱਕ ਲੈ ਲਈਏ ਨਾਲ ਹੀ ਭੈਣ ਜੀ। ਜੀ ਜੀ ਵੀਰ ਜੀ ਜਰੂਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭੈਣ ਜੀ, ਬਹੁਤ ਵਧੀਆ ਪ੍ਰੋਗਰਾਮ ਆ। ਤੇ ਕਿ ਪਿੱਛੋਂ ਜਿਵੇਂ ਈਰਾਨ ਵੱਲੋਂ ਆਪਣਾ ਲਿੰਕ ਜ਼ਿਆਦਾ ਜੋੜਦੇ ਨੇ ਤੇ ਲੰਡੇ ਅੱਖਰ ਬਾਰੇ, ਇਹਨੂੰ ਕਿਸੇ ਗਾਂ ਪ੍ਰੋਗਰਾਮ 'ਚ ਹੋਰ ਨੂੰ ਐਕਸਪਲੇਨ ਕਰਨਾ, ਕਿਉਂਕਿ ਬਹੁਤ ਵਧੀਆ ਜਾਣਕਾਰੀ ਹੈ। ਤੇ ਦੂਜੀ ਗੱਲ ਆ, ਜਿਵੇਂ ਤੁਸੀਂ ਕਿਹਾ ਸੀਗਾ, ਜਿੰਨੀ ਮਰਜ਼ੀ ਇੰਗਲਿਸ਼ ਬੋਲ ਲਓ ਜਾਂ ਜਿੰਨੀ ਮਰਜ਼ੀ ਹਿੰਦੀ ਬੋਲ ਲਓ, ਆਪਾਂ ਉਹ ਨਹੀਂ, ਫਿਰ ਵੀ ਉਹ ਗੱਲ ਨਹੀਂ ਬਣਨੀ। ਪਿੱਛੋਂ ਲਾਈਫ ਸਟਾਈਲ ਤੋਂ ਸ਼ੁਰੂ ਹੁੰਦੀ ਹੈ, ਕਲਚਰ ਤੋਂ, ਕਿਉਂਕਿ ਆਪਣੀ ਉੱਦਾਂ ਦਾ ਨਹੀਂ, ਆਪਣੀ ਗੁਰਸਿੱਖੀ ਵਿੱਚ ਰਹਿੰਦੇ ਆ ਜਾਂ ਆਪਣੇ ਪੰਜਾਬੀ ਲਾਈਫ ਸਟਾਈਲ ਵਿੱਚ ਰਹਿੰਦੇ ਆ, ਉਹ ਆਪਣਾ ਫਿਰ ਵੀ ਨਹੀਂ ਮੈਚ ਹੋਣਾ। ਕਿਉਂਕਿ ਮੈਂ ਚੀਨੀ ਵੀ ਬੋਲ ਲੈਂਦਾ ਬਹੁਤ ਵਧੀਆ, ਅੰਗਰੇਜ਼ੀ ਵੀ ਬੋਲ ਲੈਂਦਾ, ਪਰ ਫਿਰ ਵੀ ਉਹ ਗੱਲ ਨਹੀਂ ਬਣਨੀ, ਕਿਉਂਕਿ ਜਿੰਨਾ ਤੱਕ ਪਿੱਛੋਂ ਆਪਣਾ ਜਿਹੜਾ ਲਿਵਿੰਗ ਸਟਾਈਲ ਆ ਤੇ ਆਪਣੀ ਜਿਹੜੀ ਮਾਤਾ ਪਿੱਛੋਂ ਸੋਚ ਆ, ਉਹ ਡਿਫਰੈਂਟ ਆ ਫਿਰ ਵੀ। ਨਾਲੇ ਵੇਖੋ ਤੁਸੀਂ, ਜਿੱਦਾਂ ਮੈਂ ਇੱਕ ਐਗਜ਼ਾਮਪਲ ਕਵਲਜੀਤ ਜੀ ਦਿੱਤੀ ਹੈ ਵੀ ਫਾਰ ਐਗਜ਼ਾਮਪਲ ਹੁਣ ਤੁਸੀਂ ਅੰਗਰੇਜ਼ੀ ਵੀ ਬੋਲਦੇ ਜੇ। ਮੈਂ ਹੁਣ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ, ਅਜੇ ਕੇਵਲ ਕਵਿਤਾ ਪੜ੍ਹੀ ਹੈ, ਜੇ ਇਹਨੂੰ ਮਿਊਜ਼ਿਕ 'ਚ ਨਹੀਂ ਆਉਂਦਾ। ਜੇ ਮਿਊਜ਼ਿਕ ਦੇ ਵਿੱਚ ਪੜ੍ਹੀ ਜਾਵੇ, ਕਿਉਂਕਿ ਗੁਰਬਾਣੀ 'ਚ ਪੋਇਟਰੀ ਹੈ, ਮਿਊਜ਼ਿਕ ਹੈ, ਫਲਸਫਾ ਹੈ। ਬਿਲਕੁਲ ਹੁਣ ਕਿਉਂਕਿ ਆਹ ਜਿਵੇਂ ਹੁਣ ਤੁਸੀਂ ਆਹ ਗੱਲ ਕਰ ਰਹੇ, ਸੌਰੀ ਮੈਂ ਕੱਟ ਆਫ ਹੋ ਰਿਹਾ, ਪਰ ਮੈਨੂੰ ਲੱਗਦਾ ਜੀ। ਤੇ ਜਿਵੇਂ ਤੁਸੀਂ ਆਹ ਗੱਲ ਜਿਹੜੀ ਕੀਤੀ ਆ, ਮੈਂ ਪਿਛਲੇ 4 ਦਿਨ ਤੋਂ ਇਹੀ ਗੱਲ ਦੇਖ ਰਿਹਾ ਸੀਗਾ ਕਿ ਕਿਉਂਕਿ ਮੈਂ ਗੁਰਬਾਣੀ ਨੰਬਰਿੰਗ ਸਿਸਟਮ ਸਿੱਖ ਰਿਹਾ ਆਪਣੇ ਵੱਲੋਂ, ਯਾਨੀ ਕਿ ਮੈਂ ਸੌਫਟਵੇਅਰ ਵੀ ਬਣਾਉਣਾ, ਤੇ ਉਹਦੇ ਵਿੱਚੋਂ ਸਿੱਖ ਰਿਹਾ ਕਿੱਦਾਂ ਵਧੀਆ ਸਿਸਟਮ ਨਾਲ ਹੋਰ ਬਣਾਇਆ ਜਾ ਸਕੇ, ਛੇਤੀ ਲੱਭ ਸਕੇ ਗੁਰਬਾਣੀ ਦੇ ਮੀਨਿੰਗ ਸ਼ਬਦਾਂ ਵਿੱਚ ਕਿੱਦਾਂ ਆਉਂਦੇ ਨੇ। ਤੇ ਇਹ ਪੋਇਟਰੀ ਬਹੁਤ ਜ਼ਰੂਰੀ ਹੈ। ਮੈਂ ਸਿਲੇਬਲ ਦੇਖ ਰਿਹਾ ਸੀ, ਪੰਜਾਬੀ ਦੇ ਸਿਲੇਬਲ ਸਿੱਖ ਰਿਹਾ, ਤੇ ਯਾਨੀ ਕਿ ਪੋਇਟਰੀ, ਨੰਬਰ, ਮਿਊਜ਼ਿਕ ਸਾਰਾ ਫ੍ਰੀਕੁਐਂਸੀ ਵਿੱਚ ਆ ਜਾਂਦਾ, ਕਿਉਂਕਿ ਨੇਚਰ ਆ, ਜਿਹੜੇ ਲਾਸ ਆਫ ਨੇਚਰ ਉਹ ਫ੍ਰੀਕੁਐਂਸੀ ਤੇ ਆ, ਨੰਬਰਿੰਗ ਸਿਸਟਮ ਤੇ ਆ ਸਾਰਾ, ਐਨਰਜੀ ਉਹਦਾ ਸਾਰਾ ਆਰਗੇਨਾਈਜ਼ ਕੀਤਾ ਹੋਇਆ ਗੁਰੂ ਸਾਹਿਬ ਨੇ। ਇਹ ਬਹੁਤ ਡੂੰਗੀ ਨੌਲੇਜ ਆ, ਜਿਵੇਂ ਸਾਇੰਸ ਦੀ ਵੀ ਲਾਈਕ ਬਹੁਤ ਜ਼ਿਆਦਾ ਡੂੰਗੀ ਸਾਇੰਸ ਆ ਇਹ, ਕਿਉਂਕਿ ਜਿੱਦਾਂ ਮਿਊਜ਼ਿਕ ਆਉਂਦਾ, ਆਪਾਂ ਫਿਬੋਨਾਚੀ ਸੀਕੁਐਂਸ ਵੀ ਲਾ ਲਓ, ਉਹਦਾ ਨੰਬਰਿੰਗ ਕਿੱਦਾਂ ਵੱਧਦਾ, ਆਰਗੇਨਾਈਜ਼ ਕੀਤਾ ਹੋਇਆ ਫ੍ਰੀਕੁਐਂਸੀਜ਼ ਵਿੱਚ। ਪੋਇਟਰੀ ਵੀ ਉਹੀ ਆ, ਸਿਲੇਬਸ ਨੂੰ ਕਿੱਦਾਂ ਆਰਗੇਨਾਈਜ਼ ਕੀਤਾ। ਤੇ ਆਪਾਂ ਜਿਵੇਂ ਹੁਣ ਭੈਣ ਜੀ ਨੇ ਵੀ ਕਿਹਾ ਕਿ ਉਹ ਜਿਵੇਂ ਉਹ ਸਿਖਾਉਂਦੇ ਨੇ, ਆਨਲਾਈਨ ਹੈਗੀਆਂ ਪੰਜਾਬੀ ਕਲਾਸਿਸ ਮੈਂ ਦੇਖਦਾ, ਯਾਨੀ ਕਿ YouTube ਤੇ ਵੀ ਪਾਏ ਹੋਏ ਆ, ਪਰ ਆਪਣੇ ਉਹ ਕੁਆਂਟੀਟੀ ਵਿੱਚ ਨਹੀਂ ਹੈਗਾ, ਉਨਾ ਨਹੀਂ ਹੈਗੇ, ਆਪਾਂ ਨੂੰ ਹੋਰ ਵਧਾਉਣਾ ਪੈਣਾ। ਹੋਰ ਭੈਣ ਜੀ ਵੀ ਪਾਉਣ, ਯਾਨੀ ਕਿ ਆਨਲਾਈਨ YouTube ਤੇ ਜਾਂ ਕਿੱਦਾਂ, ਜਾਂ ਸੈਮੀਨਾਰ ਕਿੱਦਾਂ ਕੀਤੇ ਜਾਣ। ਤੇ ਹੁਣ ਮੈਂ ਖਾਲਸਾ ਏਵੀਏਟਰਸ ਦਾ ਅਸੀਂ ਜਹਾਜ਼ਾਂ ਦਾ ਇੱਥੇ ਸ਼ੁਰੂ ਕੀਤਾ। ਅਸੀਂ ਕੋਸ਼ਿਸ਼ ਕਰੀ ਦੀ ਜਿੰਨੇ ਵੀ ਪੰਜਾਬੀ ਵੀਡੀਓ ਬਣਾਉਂਦੇ ਆ, ਅਸੀਂ ਪੰਜਾਬੀ ਲੈਂਗੁਏਜ ਵਿੱਚ ਕਰੀਏ, ਕਿਉਂਕਿ
ਕਈ ਟਰਮੀਨੋਲੋਜੀ ਜਿਹੜੀ ਜਿਵੇਂ ਕਿ ਅੱਖਰ ਆ, ਹੁਣ ਦੇਖ ਲਓ ਮੈਂ ਟਰਮੀਨੋਲੋਜੀ ਵਰਤਿਆ ਕਿਉਂਕਿ ਮੈਂ ਬਾਹਰ ਜੰਪਣਾ, ਸੌਰੀ, ਪਰ ਉਹ ਇੰਨੀ ਪੰਜਾਬੀ ਨਹੀਂ ਕਿਉਂਕਿ ਸ਼ੁਰੂ 'ਚ ਸਿਖਾਈ ਗਈ। ਫਿਰ ਵੀ ਗੁਰਬਾਣੀ ਪੜ੍ਹ ਲਈ ਦੀ ਵਧੀਆ। ਅਸੀਂ ਚਾਹੁੰਦੇ ਹਾਂ ਯਾਨੀ ਕਿ ਜਿੰਨਾ ਵੀ ਅਸੀਂ ਇਹ ਫੀਲਡਸ ਵਿੱਚ ਅੱਖਰ ਨੇ ਜਿਹੜੇ, ਜਿਵੇਂ ਜਹਾਜ਼ ਦੇ ਕਈ ਚੀਜ਼ਾਂ ਨੂੰ ਕੀ ਕਹੀਦਾ, ਅਸੀਂ ਆਪ ਜੋੜ ਕੇ ਪੰਜਾਬੀ ਦਾ ਬਣਾ ਲਈਦਾ। ਕਿਉਂਕਿ ਜਿੰਨਾ ਆਪਾਂ, ਕਿਉਂਕਿ ਜਦੋਂ ਕੋਈ ਵੀ ਨਵੀਂ ਰਿਸਰਚ ਹੁੰਦੀ ਹੈ ਕੋਈ ਵੀ ਫੀਲਡ ਵਿੱਚ, ਲਾ ਲਓ ਕੋਈ ਵੀ ਚੀਜ਼ ਵਿੱਚ, ਯਾਨੀ ਕਿ ਆਪਾਂ ਉਸ ਨੂੰ ਜਦੋਂ ਸੋਚਾਂਗੇ ਪੰਜਾਬੀ ਐਂਗਲ ਤੋਂ, ਉਹ ਪੰਜਾਬੀ ਵਰਡਸ ਬਣਦੇ, ਤਾਂ ਹੀ ਪੰਜਾਬੀ ਜ਼ਿਆਦਾ ਫੁੱਲੂਗੀ, ਯਾਨੀ ਕਿ ਵਧੂ ਫੁੱਲੂਗੀ। ਤੇ ਜਿਵੇਂ ਹੁਣ ਸਾਡਾ ਵੀ ਇੱਛਾ ਹੈਗਾ, ਯਾਨੀ ਕਿ ਇੱਥੇ ਜਿਵੇਂ ਪੰਜਾਬੀ ਮੰਨੀ ਜਾਂਦੀ ਹੈ ਕੈਨੇਡਾ 'ਚ ਦੂਜੇ ਤੀਜੇ ਨੰਬਰ ਤੇ, ਏਦਾਂ ਹੀ ਯਾਨੀ ਕਿ ਅਟੈਂਪਟਸ ਕੀਤੀ ਜਾਵੇ ਟਰਾਂਸਪੋਰਟ ਕੈਨੇਡਾ ਵਿੱਚ ਵੀ। ਜੇ ਕੋਈ ਪੰਜਾਬੀ 'ਚ ਵੀ ਕਰਨਾ ਚਾਹੁੰਦਾ ਫਲਾਈਟਸ ਵਗੈਰਾ, ਯਾਨੀ ਕਿ ਉਹ ਬੋਲੇ ਜੀ। ਤੇ ਏਦਾਂ ਹੀ ਰਿਸਰਚ ਵਿੱਚ ਵੀ ਜਿੰਨੀ ਆਪਾਂ ਪੰਜਾਬੀ ਵਰਤੋਂ, ਜਿਹੜੀ ਵੀ ਬੰਦਾ ਰਿਸਰਚ ਫੀਲਡ ਵਿੱਚ ਕਰਦਾ ਜਾਂ ਕੋਈ ਵੀ ਕਰਦਾ, ਵੱਧ ਤੋਂ ਵੱਧ ਵਰਤੀ ਜਾਵੇ। ਤੇ ਕਈ ਐਸੇ ਵੀ ਪੰਜਾਬੀ 'ਚ ਜਿਹੜੇ ਅੰਗਰੇਜ਼ੀ ਨੇ, ਤੇ ਆਪਾਂ ਨੂੰ ਉਹ ਬਣਾਉਣੇ ਪੈਣੇ ਆ। ਜੀ ਬਹੁਤ ਧੰਨਵਾਦ ਜੀ। ਇੰਨਾ ਕੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੀ ਕਾਲ ਮੇਰੇ ਨਾਲ ਜੰਮੂ ਤੋਂ ਹੈ ਜੀ। ਜੀ ਜੰਮੂ ਵਾਲੇ ਬੋਲੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਅੱਜ ਜਿਹੜੀ ਮਾਂ ਬੋਲੀ ਪੰਜਾਬੀ ਦੀ ਡਿਸਕਸ਼ਨ ਹੋ ਗਈ ਹੈ, ਭੈਣ ਸੁਖਵਿੰਦਰ ਜੀ ਵੱਲੋਂ ਵੀ ਤੁਹਾਨੂੰ ਪੁੱਛ ਕਰ ਰਹੇ ਹਨ। ਮੈਂ ਖਾਸ ਕਰਕੇ ਜੰਮੂ ਕਸ਼ਮੀਰ ਜ਼ਿਕਰ ਕਰਾਂਗਾ। ਜੰਮੂ ਕਸ਼ਮੀਰ ਪਹਿਲੇ ਤਾਂ ਸਾਡੇ ਘਰਾਂ ਦੇ ਵਿੱਚ ਨਾ ਇੰਨੇ ਮਾੜੇ ਹਾਲਾਤ ਹੋ ਚੁੱਕੇ ਹਨ ਕਿ ਮੈਕਸੀਮਮ ਪੇਰੈਂਟਸ ਨੂੰ ਆਪਣੇ ਬੱਚਿਆਂ ਨਾਲ ਹਿੰਦੀ ਜੰਮਦਿਆਂ ਹੀ ਬੋਲਣਾ ਸ਼ੁਰੂ ਕਰ ਛੱਡਦੇ ਹਨ। ਉਹ ਮਤਲਬ ਮਹਿਸੂਸ ਕਰਦੇ ਕਿ ਅਸੀਂ ਬੱਚਿਆਂ ਨਾਲ ਹਿੰਦੀ ਬੋਲਾਂਗੇ ਤੇ ਸਾਡਾ ਬੜਾ ਐਡਵਾਂਸ ਕਲਚਰ ਅਸੀਂ ਮੰਨੇ ਜਾਵਾਂਗੇ, ਜਾਂ ਅਸੀਂ ਬੜੀ ਐਡਵਾਂਸ ਫੈਮਿਲੀ ਹਾਂ ਜੀ। ਤੇ ਦੂਜਾ ਜੀ, ਇੱਕ ਭੈਣ ਜੀ ਨੇ ਕੀਤੀ ਕਿ ਇੱਕ ਸਾਜ਼ਿਸ਼ ਦੇ ਤਹਿਤ ਹੋ ਰਿਹਾ ਜਾਂ ਇੱਕ ਕਿਸ ਤਰੀਕੇ ਨਾਲ ਹੋ ਰਿਹਾ, ਤੇ ਮੈਂ ਇੱਕ ਨਵੀਂ ਕੁਝ ਮਹੀਨੇ ਪਹਿਲਾਂ ਤੁਹਾਨੂੰ ਦੱਸਾਂਗੇ ਕਿ ਜੋ ਆਪਣਾ ਹਿੰਦੁਸਤਾਨ ਗੌਰਮੈਂਟ ਵੱਲੋਂ ਇੱਕ ਸਰਕੂਲੇਸ਼ਨ ਨਿਕਲਿਆ, ਆਰਡਰ ਨਿਕਲਿਆ ਕਿ ਜੰਮੂ ਕਸ਼ਮੀਰ 'ਚ 5 ਭਾਸ਼ਾਵਾਂ ਹੋ ਰੱਖੀਆਂ, ਡੋਗਰੀ, ਇੰਗਲਿਸ਼ ਤੇ ਕਸ਼ਮੀਰੀ ਤੇ ਉਰਦੂ ਤੇ ਪੰਜਾਬੀ ਨੂੰ ਅਫੀਸ਼ੀਅਲੀ ਲੈਂਗੁਏਜ ਨੂੰ ਕੱਟ ਦਿੱਤਾ ਗਿਆ। ਦੇਖੋ ਤੁਹਾਡੀ ਆਵਾਜ਼ ਬਹੁਤ ਕੱਟੀ ਜਾ ਰਹੀ ਹੈ ਵੀਰ ਜੀਓ, ਤੁਹਾਡੀ ਆਵਾਜ਼ ਬਹੁਤ ਕੱਟੀ ਜਾ ਰਹੀ ਹੈ। ਹੈਲੋ, ਤੁਹਾਡੀ ਆਵਾਜ਼ ਬ੍ਰੇਕ ਹੋ ਰਹੀ ਹੈ, ਵਾਪਸ ਲਾ ਲਿਓ। ਆ ਨਹੀਂ ਰਹੀ ਜੀ ਆਵਾਜ਼ ਜੀ, ਬੋਲੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਆਵਾਜ਼ ਬ੍ਰੇਕ ਹੋ ਰਹੀ ਹੈ, ਵਾਪਸ ਲਾ ਲਿਓ। ਸਿੰਘ ਸਾਹਿਬ, ਆਪਣੇ ਤੁਹਾਡੇ ਪਿੱਛੇ ਪ੍ਰੋਗਰਾਮ ਚੱਲ ਰਿਹਾ ਵਾ। ਪ੍ਰਭਜੀਤ ਜੀ, ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੱਖਣ ਸਿੰਘ ਜੰਮੂ ਤੋਂ ਬੋਲ ਰਿਹਾ। ਜੀ ਜੀ ਜੀ, ਖਾਲਸਾ ਫਤਿਹ ਜੀ। ਪ੍ਰਭਜੀਤ ਜੀ, ਬਹੁਤ ਬਹੁਤ ਵਧੀਆ ਉਪਰਾਲਾ ਆਪ ਜੀ ਔਰ ਭੈਣ ਜੀ ਨੇ ਜਿਹੜਾ ਕੀਤਾ ਹੈ ਕਿ ਮਾਂ ਬੋਲੀ ਜਿਹੜੀ ਹੈ, ਮਾਂ ਬੋਲੀ ਦਾ ਮਤਲਬ ਕਿਤਨਾ ਇਹਦੇ ਤੇ ਮੈਂ ਬਦਕਿਸਮਤੀ ਵਾਲੀ ਗੱਲ ਹੈ ਜੇ ਅਸੀਂ ਦੂਸਰਿਆਂ ਨੂੰ ਬਲੇਮ ਕਰਨੇ ਆ, ਤੇ ਸਭ ਤੋਂ ਪਹਿਲਾਂ ਨਾਨੀ ਤੇ ਦਾਦੀ ਨੂੰ ਤੇ ਮਾਂ ਨੂੰ ਬਲੇਮ ਕਰਨਾ ਪਏਗਾ ਵੀ ਉਹ ਬਾਕੀ ਦਾ ਨੁਕਸਾਨ ਤੇ ਮੇਰੇ ਖਿਆਲ ਕੋ ਘੱਟ ਕਰਦੇ ਨੇ, ਇਹ ਨੁਕਸਾਨ ਅਸੀਂ ਬਹੁਤਾ ਕਰ ਰਹੇ ਆ। ਜਿਨ੍ਹਾਂ ਦਾ ਫਰਜ਼ ਬਣਦਾ ਫਰਜ਼ ਨਹੀਂ ਨਿਭਾ ਰਹੀਆਂ, ਨਾ ਮਾਂ ਨੂੰ ਨਿਭਾ ਰਹੀ ਹੈ ਤੇ ਨਾ ਹੋਰ ਪਰਿਵਾਰ ਦਾ। ਉਹ ਕਰਕੇ ਉਹ ਇਹ ਮੇਰੀ ਘਰ ਵੀ ਇਹ ਕਹੀ ਜਾਂਦੀ ਆ, ਮੇਰੇ ਨਾਲ ਕਈ ਵਾਰੀ ਗੱਲ ਹੋ ਜਾਂਦੀ ਹੈ ਕਿ ਬਈ ਤੁਸੀਂ ਜੇ ਬਾਹਰ ਅਗਰ ਤੁਹਾਨੂੰ ਮਜਬੂਰ ਕਰਦੇ ਨੇ, ਘਰ ਦੇ ਜਿਹੜੇ ਨਾ ਤੁਹਾਨੂੰ ਕੋਈ ਕਿਸੇ ਨੇ ਆਣ ਕੇ ਤੁਹਾਡੇ ਤੇ ਡੰਡਾ ਨਹੀਂ ਰੱਖਿਆ ਵੀ ਤੁਹਾਨੂੰ ਜੇ ਤੁਸੀਂ ਨਾ ਬੋਲੋਗੇ ਤਾਂ ਤੁਹਾਡਾ ਸਿਰ 'ਚ ਮਾਰ ਦੇਣਾ। ਮੈਂ ਅਕਸਰ ਕਿਸੇ ਜਾਂਦੀ ਹੈ ਗੱਲ ਹੁੰਦੀ। ਤੇ ਦੂਸਰੀ ਇੱਕ ਗੱਲ ਰਮਜੀਤ ਜੀ, ਬੜੀ ਵੱਡੀ ਗੱਲ ਹੈ, ਹੁਣ ਤੁਸੀਂ ਇਹ ਗੱਲ ਕਹਿਣੀ ਸੀ ਨਾ ਕਿ ਬਈ ਜੇ ਪੰਜਾਬੀ ਆਪਣਾ ਗੁਰਬਾਣੀ ਨੂੰ ਅਸੀਂ ਕਹਿ ਰਹੇ ਹਾਂ ਵੀ ਦੇਖੋ, ਬਹੁਤ ਸਾਰੇ ਕਹਿੰਦੇ ਜੀ ਮੈਨੂੰ ਪੰਜਾਬੀ 'ਚ ਨਹੀਂ ਆਉਂਦੀ ਤੇ ਮੈਨੂੰ ਹਿੰਦੀ ਦਾ ਗੁਟਕਾ ਲੈ ਦਿਓ। ਪ੍ਰਭਜੀਤ ਜੀ, ਸਾਡਾ ਬੜਾ ਵੱਡਾ ਨੁਕਸਾਨ ਇਹ ਹੁੰਦਾ ਹੈ, ਸਾਡੇ ਕੋਲ 5 ਅੱਖਰ ਐਸੇ, ਤੁਸੀਂ ਕਹੇ ਨਾ ਅਮੀਰੀ ਦੀ ਸਭ ਤੋਂ ਅਮੀਰ ਜ਼ੁਬਾਨ ਜਿਹੜੀ ਹੈ ਪੰਜਾਬੀ ਹੈ, ਗੁਰਮੁਖੀ ਲਿਪੀ ਜਿਹੜੀ ਹੈ ਸਭ ਤੋਂ ਅਮੀਰ ਹੈ, ਕਿਉਂਕਿ ਇਹਦੇ ਕੋਲ ਸਾਡੇ ਕੋਲ 5 ਅੱਖਰ ਜਿਹੜੇ ਨਾ, ਢੱਡਾ, ਭੱਬਾ, ਝੱਜਾ, ਘੱਗਾ, ਇਹ ਜਿਹੜੇ 5 ਨਾ, ਇਹਨਾਂ ਦਾ ਬਦਲ ਕਿਸੇ ਵੀ ਬੋਲੀ ਕੋਲ ਨਹੀਂ ਹੈ। ਬਿਲਕੁਲ ਨਹੀਂ ਹੈ। ਮੰਨ ਲਓ ਜੇ ਇਹਦਾ ਅਸੀਂ ਗੁਰਬਾਣੀ ਦਾ ਉਚਾਰਨ ਅਸੀਂ ਇਹਦੇ 'ਚ ਕਰਨੇ ਆ, ਭਈ
ਢੋਲ ਗਵਾਰ ਸ਼ੂਦਰ ਜਾਂ ਨਾਰੀ ਤੇ ਜੇ ਹਿੰਦੂ ਜੀ ਕਰਾਂਗੇ ਜਾਂ ਉਰਦੂ ਦੀ ਜਾਂ ਇੰਗਲਿਸ਼ ਕਰਾਂਗੇ ਉੱਥੇ ਢੋਲ ਨਹੀਂ ਆਏਗਾ, ਢੋਲ ਆਏਗਾ। ਹਾਂਜੀ, ਇਸੇ ਤਰ੍ਹਾਂ ਜੇ ਝਰਨਾ ਨਹੀਂ ਆਏਗਾ, ਝਰਨਾ ਆਏਗਾ। ਉਹ ਕਿਸੇ ਦੀ ਉਹਦੀ ਆਵਾਜ਼ ਸ਼ੁੱਧ ਨਹੀਂ ਆਣੀ, ਕਿਸੇ ਦੇ ਕੋਲ ਕਿਸੇ ਦੀ ਬੋਲੀ ਕੋਲ ਸਾਡੇ ਨਾ ਜਿਹੜੇ 5 ਅੱਖਰ ਨੇ ਜਿਹੜੇ ਨਾ ਆਪਣਾ ਭੱਬਾ ਭਰਮ, ਉਹ ਭਰਮ ਆਏਗਾ, ਭਰਮ ਉੱਥੇ ਲਿਖਿਆ ਉਹਦਾ ਭੱਬਾ ਉਹਨਾਂ ਕੋਲ ਹੈ ਹੀ ਨਹੀਂ, ਨਾ ਢੱਡਾ ਉਹਨਾਂ ਕੋਲ, ਨਾ ਝੱਜਾ ਤੇ ਨਾ ਢੱਡਾ। ਜੋ ਅਸੀਂ ਬੜਾ ਵੱਡੀ ਨੁਕਸਾਨ ਵਾਲੀ ਗੱਲ ਹੈ, ਸਾਨੂੰ ਇਹ ਸਮਝ ਨਹੀਂ ਆ ਰਹੀ। ਤੇ ਬਹੁਤ ਵਧੀਆ, ਬਹੁਤ ਅੱਛਾ ਉਪਰਾਲਾ ਕਰ ਰਹੇ ਹੋ। ਬਹੁਤ ਧੰਨਵਾਦ ਜੀ। ਅਕਾਲ ਪੁਰਖ ਪਿੱਛੇ ਚੜ੍ਹਦੀ ਕਲਾ ਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੀ ਕਾਲ ਮੇਰੇ ਨਾਲ ਪੰਜਾਬ ਤੋਂ, ਬੋਲੋ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡੀ ਆਵਾਜ਼ ਹੁਣ ਠੀਕ ਹੈ ਜੀ। ਵੀਰ ਜੀ ਮੈਂ ਸੈਟ ਚੇਂਜ ਕੀਤਾ ਹੈ। ਵੀਰ ਜੀ ਅਮਰਜੀਤ ਸਿੰਘ ਜੰਮੂ ਕਸ਼ਮੀਰ ਤੋਂ ਬੋਲ ਰਿਹਾ। ਜੀ ਜੀ ਜੀ। ਮੈਂ ਇਹ ਕਹਿ ਰਿਹਾ ਸਾਂ ਵੀਰ ਜੀ ਕਿ ਅੱਜ ਜਿਹੜਾ ਸਾਡਾ ਵਿਸ਼ਾ ਹੈ ਆਪਣੀ ਮਾਂ ਬੋਲੀ ਪੰਜਾਬੀ ਦਾ ਜੀ, ਬਹੁਤੀ ਜਿਹੜੀ ਸਾਡੀ ਆਪਣੀ ਵੀ ਕਮਜ਼ੋਰੀ ਸਾਨੂੰ ਨਜ਼ਰ ਆ ਰਹੀ ਹੈ। ਮੈਂ ਖਾਸ ਕਰਕੇ ਜੰਮੂ ਕਸ਼ਮੀਰ ਦੀ ਗੱਲ ਕਰਾਂਗਾ। J&K ਚ J&K ਦੇ ਵਿੱਚ ਮੈਕਸੀਮਮ ਪਰਿਵਾਰ ਜਿਹੜੇ ਹਨ, ਸਿੱਖ ਪਰਿਵਾਰ, ਉਹ ਆਪਣੇ ਬੱਚਿਆਂ ਨੂੰ ਬੜੀ ਪ੍ਰਾਊਡ ਨਾਲ ਹਿੰਦੀ ਚ ਘਰ ਵਿੱਚ ਸਾਰੀ ਗੱਲਬਾਤ ਕਰਦੇ ਹਨ। ਉਹ ਮਤਲਬ ਇਸ ਤਰ੍ਹਾਂ ਸਮਝਦੇ ਹਨ ਕਿ ਹਿੰਦੀ ਬੋਲਾਂਗੇ ਤਾਂ ਅਸੀਂ ਮਤਲਬ ਬੜੇ ਐਡਵਾਂਸ ਕਲਚਰ ਦੇ ਲੋਕ ਮੰਨੇ ਜਾਣ। ਤੇ ਮਤਲਬ ਕਈ ਵਾਰੀ ਅਸੀਂ ਗੁਰੂ ਘਰਾਂ 'ਚ ਵੀ ਇਹ ਵਾਰ-ਵਾਰ ਕਹਿੰਦੇ ਆ, ਪਰ ਕੋਈ ਸੁਧਾਰ ਦੀ ਨਜ਼ਰ ਨਹੀਂ ਆ ਰਿਹਾ। ਦੂਸਰਾ ਵੀਰ ਜੀ, ਜਿਹੜੀ ਭੈਣ ਜੀ ਸੁਖਵਿੰਦਰ ਕੌਰ ਨੇ ਤੁਹਾਨੂੰ ਕੁਐਸਚਨ ਕੀਤਾ ਸੀ ਕਿ ਇਹ ਕੋਈ ਸਾਜ਼ਿਸ਼ ਦੇ ਤਹਿਤ ਇਹ ਕੰਮ ਹੋ ਰਿਹਾ। ਬਿਲਕੁਲ ਸਾਜ਼ਿਸ਼ ਦੇ ਤਹਿਤ ਹੋ ਰਿਹਾ। ਪਿਛਲੇ ਦਿਨਾਂ 'ਚ 4-5 ਮਹੀਨੇ ਪਹਿਲਾਂ ਜੰਮੂ ਕਸ਼ਮੀਰ ਦੇ ਅੰਦਰ ਪੰਜਾਬੀ ਭਾਸ਼ਾ ਨੂੰ ਖਤਮ ਕਰ ਦਿੱਤਾ ਗਿਆ ਅਫੀਸ਼ੀਅਲੀ। ਤੇ ਸਾਡਾ ਇੱਥੇ ਬਹੁਤ ਪ੍ਰੋਟੈਸਟ ਕਰਨ ਨਾਲ ਵੀ, ਬਹੁਤ ਕੁਝ ਕਰਨ ਨਾਲ ਵੀ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਇਸ ਗੱਲ ਦੀ ਜੀ। ਤੇ ਇਹ ਸਿੱਧੀ ਗਵਰਨਮੈਂਟਾਂ ਦੀ ਗੱਲ ਕਰ ਰਹੇ ਆਪਾਂ। ਦੂਜੀ ਤਾਂ ਜਿਹੜੀਆਂ ਸਾਜ਼ਿਸ਼ਾਂ ਜਿਹੜੀਆਂ ਅੰਦਰੂਨੀ, ਉਹ ਤੇ ਤੁਸੀਂ ਜ਼ਿਕਰ ਵੀ ਕੀਤਾ ਬਹੁਤ ਅੱਛੇ ਤਰੀਕੇ ਨਾਲ। ਤੇ ਇਸ ਕਰਕੇ ਮੈਂ ਤਾਂ ਕਹਿੰਦਾ ਵੀਰ ਜੀ, ਸਾਡੇ ਉੱਪਰ ਜਿਹੜੀਆਂ ਸਾਜ਼ਿਸ਼ਾਂ ਹੋ ਰਹੀਆਂ, ਮੇਰੇ ਆਪਣੇ 2 ਬੱਚੇ ਕ੍ਰਿਸਚੀਅਨ ਸਕੂਲ ਪੜ੍ਹੇ ਨੇ ਵੀਰ ਜੀ। ਤੇ ਮੇਰਾ ਬੇਟਾ ਇਸ ਲਈ ਕੈਨੇਡਾ 'ਚ ਹੈ। ਤੇ ਬੇਟਾ ਮੇਰਾ 12th ਤੋਂ ਬਾਅਦ ਅਖੰਡ ਪਾਠ ਸਾਹਿਬ ਦੀ ਰੋਲ ਵੀ ਕਰਨਾ ਸ਼ੁਰੂ ਹੋ ਗਿਆ ਸੀ। ਤੇ ਇਹ ਤੇ ਅਸੀਂ ਆਪਣੇ ਪਰਿਵਾਰਾਂ 'ਚ ਝਾਤ ਮਾਰ ਕੇ ਦੇਖੀਏ ਨਾ, ਜਿਹੜੀਆਂ ਸਾਡੇ ਨਾਲ ਧੱਕਾ ਹੋ ਰਿਹਾ ਉਹ ਤੇ ਹੋ ਰਿਹਾ, ਪਰ ਅਸੀਂ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ ਕਿ ਅਸੀਂ ਆਪਣੀ ਮਾਂ ਬੋਲੀ ਤੋਂ ਆਪ ਨਹੀਂ ਕਿਤੇ ਭੱਜ ਰਹੇ ਜੀ। ਅਸੀਂ ਕਿੰਨੀ ਕੁ ਜ਼ਿੰਮੇਵਾਰੀ ਨਿਭਾ ਰਹੇ ਹਾਂ, ਸਭ ਤੋਂ ਵੱਡੀ ਗੱਲ ਇਹ ਹੈ। ਅਸੀਂ ਕਿੰਨੀ ਕੁ ਜ਼ਿੰਮੇਵਾਰੀ ਨਿਭਾ ਰਹੇ ਹਾਂ। ਬਹੁਤ ਧੰਨਵਾਦ ਜੀ। ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਅਗਲੀ ਕਾਲ ਹੈ ਕੈਨੇਡਾ ਤੋਂ ਜੀ। ਜੀ ਕੈਨੇਡਾ ਵਾਲੇ ਬੋਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ, ਫਤਿਹ। ਹਾਂਜੀ, ਅੱਜ ਦਾ ਜਿਹੜਾ ਵਿਸ਼ਾ ਹੈਗਾ ਹੈ ਪੰਜਾਬੀ ਬੋਲੀ ਦਾ, ਤੇ ਕਾਫੀ ਵਧੀਆ ਹੈ। ਤੇ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਜਿਹੜਾ ਸਾਡੇ ਉੱਪਰ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਦਾ ਜਿਹੜਾ ਭਾਰ ਪੈਂਦਾ ਪਿਆ ਹੈ, ਤੇ ਇਹਦੇ ਵਿੱਚ ਇੱਕ ਬੜੀ ਵਧੀਆ ਮੈਂ ਇੱਕ ਗੱਲ ਪੜ੍ਹੀ ਸੀਗੀ ਕਦੀ ਕਿ ਅੰਗਰੇਜ਼ੀ ਦਾ ਆਉਣਾ ਕੋਈ ਪੜ੍ਹਿਆ ਲਿਖਿਆ ਹੋਣਾ ਸਾਬਿਤ ਹੋਣਾ ਨਹੀਂ ਹੈ, ਇੱਕ ਮਾਤਰ ਇੱਕ ਭਾਸ਼ਾ ਹੀ ਹੈ ਜੀ। ਜੀ ਬਿਲਕੁਲ। ਅਸੀਂ ਇਹ ਸਮਝ ਲੈਂਦੇ ਹਾਂ ਕਿ ਜੇ ਮੈਂ ਅੰਗਰੇਜ਼ੀ ਤੇ ਮੂੰਹ ਮਾਰ ਲੈਣਾ ਆ, ਵਧੀਆ ਮਾਰ ਲੈਣਾ, ਘੱਟ ਮਾਰ ਲੈਣਾ ਕਿਸੇ ਤਰ੍ਹਾਂ ਦਾ, ਤੇ ਕਿ ਉਹ ਅਸੀਂ ਬੜੇ ਵਧੀਆ ਲੱਗਾਂਗੇ। ਜੇ 4-5 ਸਰਦਾਰ ਖੜੇ ਨੇ, ਪੰਜਾਬੀ ਖੜੇ ਨੇ, ਉੱਥੇ ਜਾ ਕੇ ਮੈਂ ਅੰਗਰੇਜ਼ੀ ਬੋਲਣੀ ਸ਼ੁਰੂ ਕਰ ਦਵਾਂ, ਲੋਕ ਸਮਝਣਗੇ ਬੱਲੇ 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 ਕਿਆ ਬਾਤ ਹੈ ਜੀ, ਬੰਦੇ ਨੂੰ ਅੰਗਰੇਜ਼ੀ ਆਉਂਦੀ ਹੈ। ਇਹ ਇੱਕ ਤਰ੍ਹਾਂ ਦਾ ਸਾਡਾ ਹੀਣ ਭਾਵਨਾ ਦਾ ਸ਼ਿਕਾਰ ਨੇ ਜੀ। ਅੰਗਰੇਜ਼ੀ ਦਾ ਆਉਣਾ ਕੋਈ, ਜਿੱਦਾਂ ਮੈਨੂੰ ਫਿਰ ਮੈਂ ਦੁਹਰਾ ਦਿਆਂ ਕਿ ਆਉਣਾ ਕੋਈ ਪੜ੍ਹਿਆ ਲਿਖਿਆ ਹੋਣਾ ਦਾ ਸਬੂਤ ਨਹੀਂ। ਇੱਧਰ ਜਿਹੜੇ ਦੇਸ਼ਾਂ 'ਚ ਆਪਾਂ ਰਹਿੰਦੇ ਨੇ, ਇੰਗਲੈਂਡ 'ਚ ਰਹਿੰਦੇ, ਅਸੀਂ ਕੈਨੇਡਾ 'ਚ ਰਹਿੰਦੇ ਨੇ, ਤੇ ਇੱਧਰ ਅੰਗਰੇਜ਼ੀ ਆਮ ਹੈ। ਜਿਹੜਾ ਨਹੀਂ ਵੀ ਪੜ੍ਹਿਆ ਲਿਖਿਆ, ਜਿਹੜਾ ਬੰਦਾ ਇੱਕ ਵਾਰੀ ਵੀ ਕਿਸੇ ਪਾਠਸ਼ਾਲਾ, ਧਰਮਸ਼ਾਲਾ, ਸਕੂਲ ਕਿਤੇ ਵੀ ਨਹੀਂ ਗਿਆ, ਅੰਗਰੇਜ਼ੀ ਉਹਨੂੰ ਵੀ ਆਉਂਦੀ ਹੈ। ਇਹ ਕੋਈ ਪੜ੍ਹੇ ਲਿਖੇ ਹੋਣ ਦਾ ਸਬੂਤ ਨਹੀਂ ਹੈ। ਇਹ ਜਿਹੜਾ ਭੁਲੇਖਾ ਹੈ ਨਾ, ਇਹ ਸਾਨੂੰ ਦਿਮਾਗ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਤੇ ਜਿਹੜੀ ਇੱਕ ਵੀਰ ਜੀ ਨੇ ਹੁਣੇ ਗੱਲ ਕੀਤੀ, ਬਾਅਦ ਦੇ ਵਿੱਚ ਉਹਨਾਂ ਨੇ ਜਵਾਬ ਵੀ ਦੇ ਦਿੱਤਾ ਸੀਗਾ। ਤੇ ਜਿਹੜੀ ਸਾਜ਼ਿਸ਼ਾਂ ਦੀ ਆਪਾਂ ਗੱਲ ਕਰਦੇ ਹਾਂ, ਰਾਜਨੀਤਿਕ ਤੌਰ ਤੇ ਜਾਂ ਖਿੱਤੇ ਦੇ ਤੌਰ ਤੇ ਭਾਰਤ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਪਰ ਸਾਜ਼ਿਸ਼ਾਂ ਹੁੰਦੀਆਂ, ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਾਨੂੰ ਸ਼ੱਕ ਸੁਭਾਅ ਨਹੀਂ ਹੈਗਾ ਜੀ। ਪਰ ਕੀ ਘਰਾਂ ਵਿੱਚ ਵੀ ਸਾਜ਼ਿਸ਼ ਹੋ ਰਹੀ ਹੈ ਜੀ?
ਗੱਲ ਤੇ ਇੱਥੇ ਉੱਪਰਦੀ ਨਾ ਕਿ ਸਭ ਤੋਂ ਵੱਡੀ ਗੱਲ, ਵੱਡਾ ਸਵਾਲ ਇਹੋ ਹੀ ਹੈ ਜਿਹੜਾ ਬਖਸ਼ੀਸ਼ ਜੀ ਕਰ ਰਹੇ ਨੇ ਵੀ ਘਰਾਂ 'ਚ ਕਿੰਨੇ ਸਾਂਭਣਾ ਹੈ? ਘਰਾਂ 'ਚ ਤਾਂ ਸਰਕਾਰ ਨਹੀਂ ਨਾ ਆਉਂਦੀ। ਹਾਂ, ਘਰਾਂ ਦੇ ਵਿੱਚ ਸਾਜ਼ਿਸ਼ ਨਹੀਂ ਹੁੰਦੀ। ਜਿਹੜੀ ਗੱਲ ਆਪਾਂ ਪੰਜਾਬੀ ਹੋਣ ਦੇ ਤੌਰ ਤੇ ਪੰਜਾਬ ਦੇ ਵਿੱਚ ਕਰਦੇ ਵੀ ਪੰਜਾਬ 'ਚ ਚਿੱਟਾ ਆ ਗਿਆ ਜੀ, ਪੰਜਾਬ ਵਿੱਚ ਨਸ਼ਾ ਆ ਗਿਆ ਜੀ, ਨਹੀਂ, ਤੁਹਾਨੂੰ ਚਿੱਟਾ ਜਾਂ ਹੋਰ ਤਰ੍ਹਾਂ ਦਾ ਨਸ਼ਾ ਕੋਈ ਸਰਕਾਰ ਤੁਹਾਡੇ ਘਰ ਪਹੁੰਚਾਉਂਦੀ ਨਹੀਂ। ਇਹ ਤੁਹਾਡੀ ਆਪਣੀ ਕਮਜ਼ੋਰੀ ਹੈ ਕਿ ਤੁਸੀਂ ਚਿੱਟੇ ਵਾਲੇ ਪਾਸੇ ਲੱਗਦੇ। ਏਦਾਂ ਹੀ ਇੱਧਰ ਵੀ ਹੈਗੀ ਹੈ ਜੀ। ਅੰਗਰੇਜ਼ੀ ਬਾਹਰਲੇ ਦੇਸ਼ਾਂ ਦੇ ਵਿੱਚ ਵੜ ਗਈ ਹੈ ਤੇ ਪੰਜਾਬ ਦੇ ਵਿੱਚ ਹਿੰਦੀ ਵੜ ਗਈ ਹੈ। ਇਹਦੇ ਵਿੱਚ ਸਰਕਾਰ ਨੇ ਤਾਂ ਆਪਣਾ ਕੰਮ ਕਰੀ ਜਾਣਾ। ਇਹ ਤੁਹਾਡਾ ਆਪਣਾ ਕਿਲਾ ਕਿੱਡਾ ਕੋ ਮਜ਼ਬੂਤ ਹੈ, ਤੁਸੀਂ ਉਹਨੂੰ ਕਿਸੇ ਢੰਗ ਨਾਲ ਉਸ ਨੂੰ ਖਤਰੇ ਨੂੰ ਦੇਖਦੇ ਹੋ, ਉਹ ਤੁਹਾਡੇ ਉੱਪਰ ਹੈ ਜੀ। ਪਰ ਇਹਦੇ ਹੱਲ ਵੀ ਹੈਗੇ ਨੇ। ਹੱਲ ਜਿਹੜਾ ਜਿੱਦਾਂ ਤੁਸੀਂ ਦੱਸ ਵੀ ਚੁੱਕੇ ਹੋ ਕਿ ਘਰਾਂ ਦੇ ਵਿੱਚ ਪੰਜਾਬੀ ਬੋਲੀ ਜਾਵੇ, ਘਰਾਂ ਦੇ ਵਿੱਚ ਆਪਣਾ ਇੱਕ ਕਾਨੂੰਨ ਲਾਗੂ ਹੋਵੇ, ਜਿਹੜਾ ਆਪਣਾ ਇੱਕ ਸੰਵਿਧਾਨ ਲਾਗੂ ਹੋਵੇਗੀ, ਘਰ ਦੇ ਵਿੱਚ ਆਪਾਂ ਪੰਜਾਬੀ ਬੋਲਣੀ ਹੈ। ਹਾਂ, ਜਦੋਂ ਤੁਸੀਂ ਕੋਈ ਦੂਸਰੇ ਹੋਰ ਵਿਸ਼ੇ ਪੜ੍ਹਨੇ ਆ ਉਦੋਂ ਤੁਸੀਂ ਫ੍ਰੈਂਚ ਬੋਲ ਲਓ, ਅੰਗਰੇਜ਼ੀ ਬੋਲ ਲਓ, ਸਪੈਨਿਸ਼ ਬੋਲ ਲਓ, ਕੋਈ ਵੀ ਜਿਹੜੀ ਮਰਜ਼ੀ ਹਿੰਦੀ ਬੋਲ ਲਓ। ਸਿੱਖੋ, ਭਾਸ਼ਾਵਾਂ ਜਿੰਨੀਆਂ ਸਿੱਖੀਆਂ ਜਾਂਦੀਆਂ ਨੇ, ਚੰਗੀ ਗੱਲ ਹੈ, ਜਿੰਨੀ ਦੱਬ ਕੇ ਸਿੱਖੋ, ਕੋਈ ਉਹ 'ਚ ਪਰੇਸ਼ਾਨੀ ਨਹੀਂ। ਪਰ ਜਿਹੜੀ ਮਾਂ ਬੋਲੀ ਹੈ, ਘਰ ਦੇ ਵਿੱਚ ਮਾਂ ਬੋਲੀ ਹੋਵੇ, ਮੇਰੇ ਘਰ ਦੇ ਵਿੱਚ ਮਾਂ ਬੋਲੀ ਹੈ, ਇਹ ਮੈਨੂੰ ਮਾਣ ਹੈ। ਬਿਲਕੁਲ। ਤੇ ਘਰ ਦੇ ਵਿੱਚ ਮੇਰੇ ਬੱਚੇ ਪੰਜਾਬੀ ਚੰਗੀ ਤਰ੍ਹਾਂ ਬੋਲਦੇ ਨੇ, ਚੰਗੀ ਤਰ੍ਹਾਂ ਪੜ੍ਹਦੇ ਨੇ ਤੇ ਲਿਖ ਵੀ ਲੈਂਦੇ ਨੇ, ਇਹ ਮੈਨੂੰ ਮਾਣ ਹੈ। ਵੱਡੀ ਗੱਲ ਹੈ ਇਹ ਮਾਣ ਹਰ ਮਾਪੇ ਨੂੰ ਮਾਣ ਤੇ ਗੱਲ ਲਿਆਉਣੀ ਪੈਣੀ ਹੈ। ਜਿਹੜੇ ਵੀ ਮਾਪੇ ਨੇ ਸਾਡੇ ਬਾਹਰ ਰਹਿੰਦੇ ਨੇ ਉਹਨਾਂ ਨੂੰ ਮਾਣ ਤੇ ਹੀ ਲਿਆਉਣੀ ਪੈਣੀ ਹੈ। ਇਹਨੂੰ ਪ੍ਰਾਊਡ ਕਹਿ ਲਓ, ਅਭਿਮਾਨ ਕਹਿ ਲਓ, ਜੋ ਤੁਸੀਂ ਦੇਣਾ ਵਾ ਦੇ ਲਓ ਸ਼ਬਦ, ਪਰ ਇਹ ਮਾਣ ਜਿਸ ਮਾਪਿਆਂ ਨੂੰ ਇਹ ਮਾਣ ਨਹੀਂ ਨਾ ਵੀ ਸਾਡੇ ਬੱਚੇ ਘਰ ਪੰਜਾਬੀ ਬੋਲਦੇ ਨੇ, ਪੰਜਾਬੀ ਪੜ੍ਹਦੇ ਨੇ, ਇਹ ਬੜੀ ਖਤਰਨਾਕ ਸਾਬਤ ਹੋਏਗੀ ਬੱਚਿਆਂ ਦੇ ਜਿਹੜਾ ਆਉਣ ਵਾਲੇ ਭਵਿੱਖ ਵਾਸਤੇ। ਜੀ ਹਾਂਜੀ, ਨਾਲ ਦੇ ਨਾਲ ਮੈਂ ਇੱਕ ਗੱਲ ਹੋਰ ਕਰ ਦਵਾਂ ਕਿ ਕੋਸ਼ਿਸ਼ ਕਰੀਏ ਆਪਾਂ ਸਾਰੇ ਹੀ, ਮੇਰੇ ਸਮੇਤ, ਤੁਹਾਡੇ ਸਮੇਤ, ਬੀਬੀ ਸੁਖਵਿੰਦਰ ਕੌਰ ਸਮੇਤ, ਜਾਂ ਹੋਰ ਜਿਹੜੇ ਦਰਸ਼ਕ ਜਾਂ ਸਰੋਤੇ ਸੁਣਦੇ ਪਏ ਨੇ, ਕਿ ਬੋਲਣ ਵਾਲੇ ਜਿੰਨੇ ਸ਼ਬਦ ਨੇ ਉਹਨੂੰ ਪੰਜਾਬੀ ਵਿੱਚ ਬੋਲੀਏ। ਜਿੱਦਾਂ ਆਪਾਂ ਕਈ ਵਾਰ ਕਿ ਮੈਂ ਵਿਨ ਕਰ ਲਿਆ ਜੀ, ਅੱਜ ਮੈਂ ਵਿਨ ਕਰ ਲਿਆ, ਇਹ ਆਪਾਂ ਇਹ ਵੀ ਕਹਿ ਸਕਦੇ ਮੈਂ ਜਿੱਤ ਗਿਆ ਅੱਜ। ਵਿਨ ਕਰਨਾ ਕਹਿਣਾ ਪੈਣਾ, ਉੱਥੇ ਜਿੱਤ ਗਿਆ ਹੋ ਜਾਣਾ, ਜਿੱਤ ਸਗੋਂ ਹੋਰ ਵੀ ਛੋਟਾ ਹੋ ਜਾਣਾ। ਦੀ ਗੱਲ ਕਰਨੀ ਹੈ, ਇਸ ਕਰਕੇ ਨਿੱਕੇ ਨਿੱਕੇ ਅੱਖਰ ਉਹਨਾਂ ਨੂੰ ਸੋਚੀਏ ਵੀ ਨਹੀਂ ਆਹ ਤਾਂ ਆਪਣੇ ਪੰਜਾਬੀ 'ਚ ਹੈਗਾ ਹੀ ਹੈ। ਪਹਿਲਾਂ ਮੈਂ ਹਾਲੇ ਇੱਕ ਰੇਡੀਓ ਦੀ ਗੱਲ ਮੈਂ ਸੁਣਦਾ ਪਿਆ ਸੀ ਥੋੜੇ ਦਿਨ ਪਹਿਲਾਂ ਇੱਥੇ ਹੀ, ਤੇ ਉਹ ਇੱਕ ਨਾ ਸ਼ੁਰੂ ਕੀਤਾ ਸੀਗਾ ਕਿ ਪਾਸਵਰਡ ਦੀ ਪੰਜਾਬੀ ਕੀ ਹੋ ਸਕਦੀ ਹੈ। ਬੜਾ ਸਿਰ ਖਪਾਈ ਕੀਤੀ, ਬੜਾ ਮੱਥਾ ਪੱਚੀ ਜਦੋਂ ਕਹਿੰਦੇ ਕੀਤੀ, ਨਹੀਂ ਲੱਭਾ ਕੁਛ ਵੀ। ਪਰ ਉਹ ਨਾਲ ਦੀ ਨਾਲ ਜਿਹੜੇ ਆਮ ਅੱਖਰ ਸੀਗੇ ਉਹਨਾਂ ਨੂੰ ਅੰਗਰੇਜ਼ੀ 'ਚ ਬੋਲੀ ਜਾਂਦੇ ਸੀ। ਮੈਂ ਕਿਹਾ ਬੜੀ ਤਰਾਸਦੀ ਹੈ ਕਿ ਜਿਹੜਾ ਅੱਖਰ ਹੈ ਨਹੀਂ, ਚਲੋ ਪਾਸਵਰਡ ਦੀ ਪੰਜਾਬੀ ਨਾ ਹਿੰਦੀ ਵੀ ਹੈ ਨਹੀਂ ਗੀ ਅਜੇ ਤੱਕ, ਬਣਾਈ ਜਾ ਸਕਦੀ ਹੈ, ਪਰ ਜਿਨ੍ਹਾਂ ਦੀ ਨਹੀਂ ਹੈਗੀ ਉਹ ਅਸੀਂ ਲੱਭਣ ਤੁਰੇ ਆ, ਪਰ ਜਿਨ੍ਹਾਂ ਦੀ ਹੈਗੀ ਅਸੀਂ ਬੋਲਦੇ ਨਹੀਂ ਜੀ। ਅਸੀਂ ਕੋਸ਼ਿਸ਼ ਇਹ ਕਰੀਏ ਕਿ ਜਿੰਨੇ ਵੀ ਅੱਖਰ ਨੇ, ਮੈਂ ਕੋਸ਼ਿਸ਼ ਅੱਜ ਬੜੀ ਕਰ ਰਿਹਾ ਖਾਸ ਕਰਕੇ ਕਿ ਮੈਂ ਕੋਈ ਵੀ ਇੱਕ ਵੀ ਅੱਖਰ ਅੰਗਰੇਜ਼ੀ ਦਾ ਵਿੱਚ ਨਾ ਬੋਲਾਂ। ਮੇਰੀ ਕੋਸ਼ਿਸ਼ ਵੈਸੇ ਵੀ ਰਹਿੰਦੀ ਹੈ, ਪਰ ਮੈਂ ਅੱਜ ਖਾਸ ਕਰਕੇ ਕਿ ਉਹ ਪੰਜਾਬੀ ਦਾ ਪ੍ਰੋਗਰਾਮ ਹੈ ਤੇ ਮੈਂ ਕੋਸ਼ਿਸ਼ ਕਰਾਂਗੀ। ਮੈਨੂੰ ਨਹੀਂ ਲੱਗਦਾ ਕਿ ਮੈਂ ਕੋਈ ਵੀ ਅੱਖਰ ਅੰਗਰੇਜ਼ੀ ਦਾ ਬੋਲਿਆ ਹੋਊਗਾ ਜੀ। ਮੈਂ ਆਪਣੇ ਆਪ ਤੇ ਬੜਾ ਜਿੱਦਾਂ ਜੇ ਮੈਂ ਆਮ ਬੋਲਦਾ ਤਾਂ ਮੈਂ ਕੰਟਰੋਲ ਕਹਿ ਦੇਣਾ ਸੀਗਾ, ਪਰ ਮੈਂ ਅੱਜ ਮੈਂ ਕਿ ਮੇਰਾ ਸੰਜਮ ਰੱਖਿਆ। ਮੈਂ ਕਹਿ ਦਿੱਤਾ ਜੇ ਉਦਾਂ ਕੰਟਰੋਲ ਵਿੱਚ ਤੁਸੀਂ। ਮੈਂ ਜਾਣ ਕੇ ਕਿਹਾ ਕਿ ਮੈਂ ਜੇ ਆਮ ਬੋਲਦਾ ਹੁੰਦਾ ਤਾਂ ਮੈਂ ਕੰਟਰੋਲ ਕਹਿਣਾ ਸੀਗਾ, ਪਰ ਮੈਂ ਜਦੋਂ ਹੁਣ ਹੈ, ਪਰ ਇਹਦਾ ਹੈਗਾ ਆ ਪੰਜਾਬੀ ਅੱਖਰ ਬਹੁਤ ਹੈਗੇ ਨੇ। ਹਾਂ, ਜਿਹੜੇ ਜਿੱਦਾਂ ਹੁਣ ਰੇਲ ਗੱਡੀ ਹੈ, ਜਿੱਦਾਂ ਰੇਲ ਹੈ, ਉੱਥੇ ਵੀ ਰੇਲ ਵੀ ਆ ਜਾਂਦੀ ਹੈ, ਉਹ ਵੀ ਅੰਗਰੇਜ਼ੀ ਆ ਜਾਂਦੀ ਹੈ, ਜਾਂ ਹੋਰ ਵੀ ਬਹੁਤ ਸਾਰੇ ਅੱਖਰ ਪੰਜਾਬੀ ਆਪਣੇ ਆਪ ਦੇ ਵਿੱਚ ਸਮੋ ਲੈਂਦੀ ਹੈ। ਕਾਫੀ ਕੁਛ ਉਹਨੇ ਸਮੋਇਆ ਹੈ, ਪਰ ਅਸੀਂ ਇਹ ਰੱਖੀਏ ਕਿ ਜਿੰਨੇ ਅੱਖਰ ਸਾਡੇ ਕੋਲ ਅਜੇ ਹੈਗੇ ਨੇ, ਜੋ ਗੁਰਬਾਣੀ ਦੇ ਵਿੱਚ ਹੈਗੇ ਅੱਖਰ ਨੇ, ਘੱਟੋ ਘੱਟ ਉਹ ਤੋਂ ਆਪਣੀ ਵਰਤੋਂ ਵਿੱਚ ਲੈ ਕੇ ਆਈਏ। ਜਿੱਦਾਂ ਹੁਣ ਵਰਤੋਂ ਦੀ ਗੱਲ ਕੀਤੀ, ਮੈਂ ਆਮ ਕਰਕੇ ਕਹਿੰਦਾ ਕਿ ਮੈਂ ਇਸ ਚੀਜ਼ ਨੂੰ ਮੈਂ ਯੂਜ਼ ਕਰਦਾ ਪਿਆ, ਇੱਥੇ ਮੈਂ ਯੂਜ਼ ਕਰਨੇ ਜੇ ਮੈਂ ਵਰਤ ਕਿਉਂ ਨਹੀਂ ਕਰਦਾ। ਇਹ ਭਾਵੇਂ ਨਿੱਕੀ ਜਿਹੀ ਗੱਲ ਲੱਗਦੀ ਹੈ, ਪਰ ਇਹ ਬੜੀ ਵੱਡੀ ਹੋ ਜਾਂਦੀ ਹੈ ਜਦੋਂ ਅਸੀਂ ਫਿਰ ਹੋਰ ਨਿੱਕੇ ਅੱਖਰ ਛੱਡਣਾ ਸ਼ੁਰੂ ਕਰ ਦਿੰਦੇ ਆ, ਤੇ ਉਹ ਫਿਰ ਸਾਡੀ ਰੋਲ ਘਚੋਲਾ ਪੰਜਾਬੀ ਹੋ ਜਾਂਦੀ, ਉਹ ਪੰਜਾਬੀ ਰਹਿ ਨਹੀਂ ਜਾਂਦੀ। ਜੀ ਜੀ, ਅਖੀਰ ਦੇ ਵਿੱਚ ਬਹੁਤ ਧੰਨਵਾਦ ਜੀ। ਕਿ ਬੱਚਿਆਂ ਨੂੰ ਖਾਸ ਕਰਕੇ ਇੱਧਰਲੇ ਬੱਚਿਆਂ ਨੂੰ, ਇੰਗਲੈਂਡ ਦੇ ਹੋਏ ਜਾਂ ਹੋਰ ਬਾਹਰਲੇ ਦੇਸ਼ਾਂ ਨੂੰ, ਕੈਨੇਡਾ ਦੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾਓ, ਨਹੀਂ ਤਾਂ ਉਹਨਾਂ ਦਾ ਜਿਹੜਾ ਰਾੜਾ ਹੈ ਨਾ, ਕਿਉਂਕਿ ਇੱਧਰ ਅੰਗਰੇਜ਼ੀ ਉਹ ਰਾੜਾ ਹੀ ਰਹਿ ਜਾਣਾ ਫਿਰ।
ਉਹ ਰਾਰਾ ਹੀ ਰਹਿ ਜਾਂਦਾ, ਫਿਰ ਉਹ ਊੜਾ ਦੀ ਉਹ ਊੜਾ ਬਣ ਜਾਂਦਾ ਹੈ। ਅਣਾਣਾ ਜਿਹੜਾ ਹੈਗਾ ਉਹ ਨੰਨਾ ਹੀ ਰਹਿ ਜਾਂਦਾ ਹੈ। ਤੇ ਸਾਡੀ ਜਿਹੜੀ 35 ਅੱਖਰੇ ਵੀ ਹੈ, ਸਾਡੇ ਪਤਾ ਨਹੀਂ 28 27 ਰਹਿ ਜਾਣੇ ਆ, ਕਿਉਂਕਿ ਉਹ ਅੱਖਰ ਜਿਹੜੇ ਜ਼ਬਾਨ ਤੇ ਹੋਰ ਜਿਹੜੇ ਦੰਦਾਂ ਦੇ ਨਾਲ ਬੋਲਣ ਵਾਲੇ ਨੇ ਉਹ ਫਿਰ ਉੱਡ ਜਾਣੇ ਨੇ। ੜਾੜਾ ਰਾਰਾ ਹੀ ਰਹਿ ਜਾਣਾ ਤੇ ਅਣਾਣਾ ਨੰਨਾ ਰਹਿ ਜਾਣਾ। ਜੀ ਜੀ ਜੀ, ਬਹੁਤ ਧੰਨਵਾਦ ਜੀ। ਧੰਨਵਾਦ ਜੀ, ਧੰਨਵਾਦ। ਸਫਰ ਤੇ ਮੇਰੇ ਨਾਲ ਅਗਲੀ ਕਾਲ ਵੀ ਪੰਜਾਬ ਤੋਂ ਹੈ ਜੀ, ਪੰਜਾਬ ਵਾਲੇ। ਜੀ ਸਤਿ ਸ਼੍ਰੀ ਅਕਾਲ ਪ੍ਰਭਦੀਪ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਮਨਵਿੰਦਰ ਸਿੰਘ ਬੋਲ ਰਿਹਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ। ਜੀ ਜੀ ਜੀ। ਹਾਂ, ਮੈਂ ਕਹਿਣਾ ਚਾਹੁੰਦਾ ਸੀਗਾ ਕਿ ਪੰਜਾਬੀ ਭਾਸ਼ਾ ਤੋਂ ਭਾਵ ਜਿਵੇਂ ਤੁਸੀਂ ਦੱਸਿਆ ਹੀ ਅੱਗੇ ਵੀ ਕਿ ਪੰਜਾਬੀ ਭਾਸ਼ਾ ਤੋਂ ਭਾਵ ਕੇਵਲ ਭਾਸ਼ਾ ਨਹੀਂ, ਬਲਕਿ ਪੰਜਾਬੀ ਜੀਵਨ ਜਾਚ ਹੈਗੀ ਸਾਡੀ। ਐਗਜ਼ੈਕਟਲੀ। ਔਰ ਮੈਂ ਤੁਹਾਨੂੰ ਆਪਣਾ ਯੂਨੀਵਰਸਿਟੀ ਦਾ ਐਕਸਪੀਰੀਅੰਸ ਦੱਸਣਾ ਚਾਹੁੰਦਾ ਜੀ। ਬਿਲਕੁਲ। ਜਦੋਂ ਸਾਡੇ ਕੋਲ MA ਪੰਜਾਬੀ ਵਿੱਚ ਐਡਮਿਸ਼ਨ ਲਈ ਵਿਦਿਆਰਥੀ ਆਉਂਦੇ ਆ, ਮੈਂ ਉਹਨਾਂ ਨੂੰ ਕਈ ਵਾਰੀ ਪੁੱਛਦਾ, ਅਕਸਰ ਜਦੋਂ ਪਹਿਲੀ ਕਲਾਸ ਹੁੰਦੀ, ਪਹਿਲਾ ਦਿਨ ਹੁੰਦਾ, ਤੇ ਮੈਨੂੰ ਪੁੱਛਣਾ ਵੀ ਤੁਸੀਂ ਜਿਸ ਤਰ੍ਹਾਂ ABC ਤੁਹਾਨੂੰ ਆਉਂਦੀ ਹੈ ਸਾਰੀ, ਤੇ ਇਸ ਤਰ੍ਹਾਂ ਉਹ 35 ਅੱਖਰੀ ਵੀ ਆਉਂਦੀ, ਊੜਾ ਐੜਾ ਤੱਕ ਸੁਣਾ ਸਕਦੇ ਹੋ? ਕਹਿੰਦੇ ਹਾਂਜੀ ਜੀ। ਅੱਛਾ, ਫਿਰ ਮੈਂ ਕਿਹਾ ਵੀ ਮੈਨੂੰ 2 ਅੱਖਰ ਲਿਖ ਕੇ ਦੱਸੋ ਕੋਈ ਵੀ, ਇੱਕ ਗੰਗਾ ਤੇ ਇੱਕ ਯਈਆਂ। ਤੁਸੀਂ ਪ੍ਰਭਦੀਪ ਸਿੰਘ ਜੀ ਮੰਨਣਾ ਨਹੀਂ, ਸਾਰੀ ਕਲਾਸ ਚ ਮੈਨੂੰ ਨਵਾਂ ਹੀ ਪਹਿਲਾ ਦਿਨ ਸੀਗਾ, ਕੋਈ ਗੰਗਾ ਤੇ ਯਈਆਂ 35 ਬੱਚਿਆਂ ਚੋਂ ਕੋਈ ਨਹੀਂ ਲਿਖ ਕੇ ਦੱਸ ਸਕੇ। ਤੇ MA ਪੰਜਾਬੀ। ਹਾਂਜੀ, ਜੋ ਐਡਮਿਸ਼ਨ ਲਈ ਆਏ ਨਵੇਂ ਕਹਿ ਦਈਏ ਜੀ। ਅੱਛਾ, ਜਿਹੜੇ ਅਗਲੇ ਸੈਸ਼ਨ ਵਿੱਚ ਜਿਹੜੇ ਪਿੰਡਾਂ ਚੋਂ ਆਏ ਸੀਗੇ ਉਹ ਲਿਖ ਦਿੰਦੇ ਆ, ਉਹ ਗੰਗਾ ਵੀ ਜਾਣਦੇ, ਯਈਆਂ ਵੀ ਜਾਣਦੇ, ਲੇਕਿਨ ਸ਼ਹਿਰੀ ਬੱਚੇ ਜਿਹੜੇ ਆ 2 ਅੱਖਰ ਨਹੀਂ ਪਛਾਣ ਸਕਦੇ। ਕਿਤੇ ਵੀ ਪੁੱਛ ਲਓ, ਅੱਜ ਕੱਲ ਵੀ ਨਹੀਂ ਕੋਈ ਜਾਣਦਾ। ਔਰ ਦੂਸਰਾ, ਅੱਛਾ, ਇੱਕ ਸਾਡੇ ਵਰਲਡ ਪੰਜਾਬੀ ਕਾਨਫਰੰਸ ਹੋਈ ਸੀ ਕੈਨੇਡਾ ਵਿੱਚ, ਪਿਛਲੇ ਜੂਨ ਚ ਮੈਂ ਗਿਆ ਸੀ 2019 ਵਿੱਚ। ਉਹ ਕਹਿੰਦੇ ਵੀ ਹੱਲ ਵੀ ਲੈ ਕੇ ਆਓ, ਕਹਿੰਦੇ ਹੱਲ ਲੈ ਕੇ ਆਓ ਵੀ ਇਹਦਾ ਹੱਲ ਕੀ ਹੈਗਾ। ਮੈਂ ਸਿੰਪਲ ਜਿਹਾ ਹੱਲ ਦੱਸਿਆ ਸੀ, ਇਸ ਤੋਂ ਬਾਅਦ ਮੈਂ ਆਪਣੀ ਗੱਲ ਖਤਮ ਕਰਾਂਗਾ, ਬਾਕੀਆਂ ਨੇ ਬੋਲਣਾ। ਤੇ ਮੈਂ ਉਹਨੂੰ ਆਖਿਆ ਵੀ 35 ਅੱਖਰੀ ਤਾਂ ਹੀ ਆ ਸਕਦੀ ਜੇਕਰ ਅਸੀਂ ਘਰ ਵਿੱਚ ਪੇਂਟਿੰਗ ਇੱਕ ਲਗਾਈਏ 35 ਅੱਖਰੀ ਦੀ। ਅਸੀਂ ਪਿਕਾਸੋ ਦੀ ਪੇਂਟਿੰਗ ਲਗਾਉਂਦੇ ਹਾਂ 10,000 ਦੀ, 50,000 ਦੀ, ਲੱਖਾਂ ਦੀ। ਇੱਕ 35 ਦੀ ਊੜਾ ਐੜਾ ਤੋਂ ਲੈ ਕੇ ਇੱਕ ਪੇਂਟਿੰਗ ਪੱਕੀ ਲਾ ਲਈਏ ਡਰਾਇੰਗ ਰੂਮ ਚ, ਤਾਂ ਕਿ ਅੱਛਾ। ਦੂਸਰਾ, ਇੱਕ ਯਾਦ ਕਿਵੇਂ ਹੋਵੇ, ਆਪਾਂ ਇੱਕ ਗੱਲ ਤੇ ਵੈਸੇ ਉਸ ਤਰ੍ਹਾਂ ਹੀ ਤੁਹਾਨੂੰ ਅਜੀਬ ਲੱਗੇ, ਇੱਕ ਪੰਜਾਬੀ ਪਿਕਚਰ ਆਈ ਸੀ ਮਨ ਜੀਤੇ ਜਗਜੀਤ। ਉਹਦੇ ਵਿੱਚ ਆਸ਼ਾ ਜੀ ਨੇ ਇੱਕ ਗਾਣਾ ਗਾਇਆ ਸੀ, ਬੜਾ ਮੈਨੂੰ ਖੂਬਸੂਰਤ ਲੱਗਦਾ। ਉਹ ਕਹਿੰਦੇ ਸੀ, ਊੜਾ ਐੜਾ ਈੜੀ ਸੱਸਾ ਹਾ ਬੋਲਣਾ, ਕਦੇ ਨਾ ਡੋਲਣਾ। ਊੜੇ ਨਾਲ ਓਂਕਾਰ, ਐੜੇ ਨਾਲ ਅੱਲਾ, ਈੜੀ ਨਾਲ ਈਸ਼ਵਰ ਸਦਾ ਬੋਲਣਾ। ਮੈਨੂੰ ਲੱਗਦਾ ਜੇਕਰ ਅਸੀਂ ਆਪਣੇ ਬਰਥਡੇ ਦੇ ਉੱਤੇ ਜਾਂ ਕਿਤੇ ਕਾਰ ਦੇ ਨਾਲ ਜੇਕਰ ਫੈਮਿਲੀ ਜਾਂਦੇ ਹਾਂ ਲੌਂਗ ਡਰਾਈਵ ਤੇ, ਅਸੀਂ ਬੱਚਿਆਂ ਨੂੰ ਕਹਿ ਦਈਏ ਵੀ ਇੱਕ ਵਾਰੀ ਮੈਨੂੰ ਸੁਣ ਲੈਣ ਦਿਓ 3 ਮਿੰਟ, ਉਸ ਤੋਂ ਬਾਅਦ ਤੁਸੀਂ ਆਪਣੇ ਗਾਣੇ ਲਗਾ ਲਿਓ, ਜਾਂ ਬਰਥਡੇ ਤੇ ਇਹ ਗਾਣਾ ਪਲੇ ਕਰ ਦਿਆ ਕਰੀਏ, ਤੇ ਮੇਰੇ ਖਿਆਲ ਊੜਾ ਐੜਾ ਘੱਟੋ ਘੱਟ ਨਵੇਂ ਬੱਚਿਆਂ ਨੂੰ ਯਾਦ ਹੋ ਜਾਏਗਾ। ਧੰਨਵਾਦ ਜੀ। ਇੱਕ ਮੈਂ ਗੱਲ ਤੁਹਾਡੇ ਨਾਲ, ਤੁਸੀਂ ਯੂਨੀਵਰਸਿਟੀ ਦੇ ਵਿੱਚ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜੇ ਖਾਸ ਕਰਕੇ ਜਿਹੜੀ ਗੱਲ ਆਪਣਾ ਉਹਨਾਂ ਅੱਖਰਾਂ ਦੀ, ਜਿਹੜੇ ਅੱਖਰ ਖਾਲੀ ਨੇ ਅੱਜ ਦੇ ਸਮੇਂ ਦੇ ਅੰਦਰ, ਅਸੀਂ ਖਾਲੀ, ਜਦੋਂ ਗੰਗੇ ਦੀ ਗੱਲ ਆਉਂਦੀ ਹੈ ਤੇ ਅਸੀਂ ਕਹਿੰਦੇ ਗੰਗਾ ਖਾਲੀ, ਯਈਆਂ ਖਾਲੀ, ਨਾਣਾ ਖਾਲੀ, ਰਾੜਾ ਖਾਲੀ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਗੁਰਬਾਣੀ ਸਕ੍ਰਿਪਟ ਦੀ, ਗੁਰਮੁਖੀ ਸਕ੍ਰਿਪਟ ਦੀ, ਗੁਰੂ ਸਾਹਿਬ ਨੇ ਇਹਨਾਂ ਅੱਖਰਾਂ ਤੇ ਕੰਮ ਕੀਤਾ, ਉਹਨਾਂ ਨੇ ਖਾਲੀ ਨਹੀਂ ਛੱਡਿਆ ਕੋਈ। ਜਿਹੜਾ ਵੀ ਗੁਰੂ ਦੀ ਨਜ਼ਰ ਚ ਆਇਆ ਉਹ ਭਰਿਆ ਗਿਆ, ਖਾਲੀ ਨਹੀਂ ਗਿਆ। ਜਦੋਂ ਗੰਗੇ ਦੀ ਗੱਲ ਆਉਂਦੀ ਹੈ ਤੇ ਗੁਰੂ ਨੇ ਇਸ ਅੱਖਰ ਤੋਂ ਅੱਖਰ ਆਜ਼ਾਦ ਕੀਤਾ, ਗੰਗਾ ਗਿਆਨ ਨਹੀਂ ਮੁਖ ਬਾਤੋਂ। ਜੇ ਯਈਆਂ ਦੀ ਗੱਲ ਆਉਂਦੀ ਹੈ ਤੇ ਯਈਆਂ ਨਿਕਟ ਜੋ ਘਟ ਰਹਿਓ। ਨਾਣੇ ਦੀ ਗੱਲ ਆਉਂਦੀ ਹੈ, ਨਾ ਕੋ ਜਾਣੇ ਆਪਣੋ ਏਕੇ ਏਕ ਪਾਰ। ਤੇ ਜੇ ਰਾੜੇ ਦੀ ਗੱਲ ਆਉਂਦੀ ਹੈ, ਰਾੜੇ ਤੋਂ ਸ਼ੁਰੂ ਕਰਕੇ ਰਾੜੇ ਰੂੜਾ ਹਰ ਜਿਉ ਸੋਈ। ਸੋ ਭਾਸ਼ਾ ਵਿਭਾਗ ਜਿਹੜਾ ਸਾਡਾ ਡਿਪਾਰਟਮੈਂਟ ਹੈ, ਜਿਹੜੀ ਸੰਸਥਾ ਹੈ ਸਾਡੀ, ਕਿਉਂ ਨਹੀਂ ਆਪਾਂ ਅੱਖਰ ਆਜ਼ਾਦ ਕਰਦੇ? ਜਿਹੜੇ ਇਹ ਅੱਖਰ ਨੇ, ਜਿਨ੍ਹਾਂ ਨੂੰ ਅੱਖਰਾਂ ਨੂੰ ਅੱਜ ਖਾਲੀ ਰਹਿਣ ਦਿੱਤਾ ਗਿਆ, ਇਹਨਾਂ ਅੱਖਰਾਂ ਦੇ ਉੱਤੇ ਨਵੇਂ ਅੱਖਰ ਕਿਉਂ ਆਜ਼ਾਦ ਨਹੀਂ ਹੋ ਰਹੇ? ਅੰਗਰੇਜ਼ੀ ਦੇ ਵਿੱਚ ਵੀ ਨਵੇਂ ਅੱਖਰ ਆਜ਼ਾਦ ਹੁੰਦੇ ਨੇ, ਪੁਰਾਣੇ ਖਤਮ ਹੁੰਦੇ ਜਾਂਦੇ ਨੇ, ਨਵੇਂ ਆਜ਼ਾਦ ਹੁੰਦੇ ਜਾਂਦੇ ਨੇ। ਤੇ ਇਹਨਾਂ ਅੱਖਰਾਂ ਤੇ ਤੁਸੀਂ ਕੀ ਮਹਿਸੂਸ ਕਰਦੇ ਵੀ ਇਹਨਾਂ ਤੇ ਸਾਨੂੰ ਕੰਮ ਕਰਨਾ? ਕਿਉਂਕਿ ਤੁਸੀਂ ਯੂਨੀਵਰਸਿਟੀ ਦੇ ਨਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਰਿਲੇਟਡ ਜੇ, ਤੇ
ਕੀ ਮਹਿਸੂਸ ਕਰਦੇ ਜੋ ਸਾਨੂੰ ਇਹਨਾਂ ਦੇ ਉੱਤੇ ਅੱਖਰ ਨਹੀਂ ਆਜ਼ਾਦ ਕਰਨੇ ਚਾਹੀਦੇ ਵੀ ਸਾਡੀ ਇਹ ਵਰਤੋਂ ਚਾਹੁਣ ਤੇ ਨਾਲੇ ਅੱਖਰ ਭਰਨ, ਕਿਉਂਕਿ ਗੁਰੂ ਨੇ ਤਾਂ ਖਾਲੀ ਨਹੀਂ ਛੱਡੇ। ਜਦੋਂ ਅਸੀਂ ਗੁਰਮੁਖੀ ਦੀ ਗੱਲ ਕਰਦੇ, ਗੁਰੂ ਤਾਂ ਖਾਲੀ ਨਹੀਂ ਛੱਡਦਾ, ਸਾਡੇ ਕੋਲ ਖਾਲੀ ਕਿਉਂ ਰਹਿ ਗਏ ਨੇ ਅੱਖਰ? ਵੈਸੇ ਉਹ ਨਵੀਂ ਜਨਰੇਸ਼ਨ ਜਿਸ ਤਰ੍ਹਾਂ ਚਾਹੁੰਦੀ ਵੀ ਉਹਨੂੰ ਆਸਾਨੀ ਨਾਲ ਬੋਲਿਆ ਜਾ ਸਕੇ, ਹੁਣ ਇਹ ਹੋ ਗਿਆ ਵੀ ਗੰਗੇ ਦਾ ਕੰਮ ਅਸੀਂ ਗੱਗੇ ਤੇ ਟਿੱਪੀ ਪਾ ਕੇ ਉਸ ਤੋਂ ਲੈਣ ਲੱਗ ਪਏ ਅਸੀਂ ਜੀ। ਲੇਕਿਨ ਮੈਨੂੰ ਲੱਗਦਾ ਵੀ ਗੁਰੂ ਸਾਹਿਬ ਨੇ ਜਿਹੜਾ ਵਾ ਉਹ ਜਿਹੜਾ ਵਾ ਇੰਨੀ ਖੂਬਸੂਰਤੀ, ਇੰਨੀ ਲੈਂਗੁਏਜ ਜਿਹੜੀ ਟਕਸਾਲੀ ਲੈਂਗੁਏਜ ਤਾਂ ਹੀ ਰਹਿ ਸਕਦੀ ਹੈ ਜੇਕਰ ਅਸੀਂ ਇਹਨਾਂ ਨੂੰ ਪੁਰਾਣਿਆਂ ਨੂੰ ਅਪਣਾਈ ਰੱਖੀਏ ਤੇ ਕੁਛ ਨਾ ਕੁਛ ਨਵੀਂ ਜਨਰੇਸ਼ਨ ਨੂੰ ਦੱਸੀ ਜਾਈਏ। ਨਵੇਂ ਵੀ ਕਿਤੇ ਜਾ ਹੁਣ ਨਵਾਂ ਹੀ ਆਜ਼ਾਦ ਹੋ ਗਿਆ ਹੈ, ਗੰਗੇ ਦੀ ਜਗ੍ਹਾ ਜਿਸ ਤਰ੍ਹਾਂ ਕਿਹਾ ਗੱਗੇ ਤੇ ਟਿੱਪੀ ਪਾ ਕੇ ਗੁਜ਼ਾਰਾ ਕਰ ਲੈਂਦੇ ਸਾਰੇ। ਤੇ ਔਰ ਲੇਕਿਨ ਮੈਨੂੰ ਲੱਗਦਾ ਵੀ ਉਹ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਬਖਸ਼ਿਸ਼ ਕੀਤੀ ਹੈ, ਅੱਖਰਾਂ ਦੀ ਕੀਤੀ ਹੈ, ਉਹ ਬੜੀ ਖੂਬਸੂਰਤ ਹੈ। ਉਹਦਾ ਕੋਈ ਅਲਟਰਨੇਟਿਵ ਮੈਨੂੰ ਲੱਭਦਾ ਨਹੀਂ ਮੈਨੂੰ ਕੋਈ। ਇਹ ਹੈਗਾ ਵੀ ਜੇ ਆਪਾਂ ਨਵੀਂ ਜਿਸ ਨੂੰ ਉਹਦੇ ਨਾਲ ਜੋੜ ਲਿਆ ਜਾਏ ਥੋੜਾ ਬਹੁਤਾ ਬੋਲ ਕੇ, ਮੈਨੂੰ ਲੱਗਦਾ ਵੀ ਇਹ ਥੋੜਾ ਜਿਹਾ ਅਸੀਂ ਆਪ ਪਰਿਵਾਰ ਚੋਂ ਇੱਕ ਬੰਦਾ ਹੀ ਕਹਿ ਦੇ ਵੀ ਹਾਂ ਮੈਂ 5 ਮਿੰਟ ਇਹ ਜਿਹੜਾ ਗਾਣਾ ਸੁਣਨਾ, ਮਹੀਨੇ ਬਾਅਦ ਹੀ ਸੁਣਨਾ, ਜਿਹੜਾ ਤੁਹਾਨੂੰ ਮੈਂ ਦੱਸਿਆ। ਮੈਨੂੰ ਲੱਗਦਾ ਵੀ ਇਹ ਸਭ ਤੋਂ ਸਾਡਾ ਇੱਕ ਪੰਜਾਬੀ ਸਿਖਾਉਣ ਦਾ, ਨਵੀਂ ਜਨਰੇਸ਼ਨ ਨੂੰ ਸਿਖਾਉਣ ਦਾ ਬੜਾ ਅੱਛਾ ਜਿਹਾ ਖੂਬਸੂਰਤ ਗੀਤ ਬਣਾਇਆ ਹੈਗਾ, ਔਰ ਬੜਾ ਪਰਿਵਾਰ ਚ ਬਹਿ ਕੇ ਬੜੇ ਖੂਬਸੂਰਤੀ ਨਾਲ ਸਾਰੇ ਸੁਣਦੇ ਆ। ਮੈਨੂੰ ਲੱਗਦਾ ਵੀ ਜੀ ਬਿਲਕੁਲ ਠੀਕ ਹੈ ਤੁਹਾਡੀ ਸਲਾਹ, ਬਿਲਕੁਲ ਠੀਕ ਹੈ। ਇਹ ਗੀਤ ਬਿਲਕੁਲ ਜਿਹੜਾ ਵਾ ਬੱਚਿਆਂ ਨੂੰ ਸੁਣਾਉਣਾ ਚਾਹੀਦਾ, ਕਿਉਂਕਿ ਲੋਰੀਆਂ ਵਾਂਗੂ ਬੱਚੇ ਛੇਤੀ ਗੀਤਾਂ ਰਾਹੀਂ ਬਹੁਤ ਛੇਤੀ ਸਿੱਖਦੇ ਨੇ। ਬਹੁਤ ਧੰਨਵਾਦ ਜੀ। ਜੀ ਵੀਰ ਜੀ, ਮੈਂ ਇਹਦੇ ਨਾਲ ਸੰਬੰਧਿਤ ਹੀ ਗੱਲ ਕਰਨਾ ਚਾਹਾਂਗੀ। ਜਿਹੜੇ ਅੱਖਰ ਤੁਸੀਂ ਖਾਲੀ ਆਖੇ ਨੇ, ਮੇਰੇ ਕੋਲ ਕਾਇਦੇ ਪਏ ਨੇ 2-3, ਉਹਨਾਂ ਦੇ ਵਿੱਚ ਇਹਨਾਂ ਅੱਖਰਾਂ ਨੂੰ ਖਾਲੀ ਨਹੀਂ ਛੱਡਿਆ ਗਿਆ। ਉਹਦੇ ਉੱਤੇ ਜਿੱਦਾਂ ਹੁਣ ਗੰਗਾ ਹੈ, ਵੰਗਾ ਲਿਖਤਾ, ਵੰਗਾ ਬਣਾ ਦਿੱਤਾ, ਪਰ ਸ਼ੁਰੂ ਉਹ ਜਿਹੜਾ ਵਾਵੇ ਨਾਲ ਹੁੰਦਾ, ਪਰ ਉਹਦੇ ਤੇ ਥੱਲੇ ਲਿਖਿਆ ਕਿ ਦੂਜੇ ਸਥਾਨ ਤੇ ਪੰਜਾਬੀ ਭਾਸ਼ਾ ਦੇ ਵਿੱਚ, ਪੰਜਾਬੀ ਬੋਲੀ ਦੇ ਵਿੱਚ ਜਿਹੜੇ ਅੱਖਰ ਹੈ, ਇਸ ਅੱਖਰ ਦੇ ਨਾਲ ਸ਼ੁਰੂ ਹੋਣ ਵਾਲੇ ਸ਼ਬਦ ਜਿਹੜੇ ਆ ਉਹ ਘੱਟ ਨੇ, ਇਸ ਕਰਕੇ ਇਹਨੂੰ ਦੂਜੇ ਸਥਾਨ ਤੇ ਵਰਤਿਆ ਜਾਂਦਾ ਹੈ। ਸੋ ਇਹੋ ਜਿਹੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਮੈਨੂੰ ਲੱਗਦਾ ਜੀ। ਇਹ ਭੈਣ ਜੀ ਇਦਾਂ ਤੇ ਜਿਹੜੇ ਆ ਇਦਾਂ ਤੇ ਸ਼ਬਦ ਵਰਤੇ ਜਾਂਦੇ ਨੇ, ਸੰਬੰਧਕੀ ਰੂਪ ਦੇ ਵਿੱਚ ਤੇ ਸ਼ਬਦ ਵਰਤੇ ਜਾ ਰਹੇ ਨੇ। ਹੁਣ ਆਪਾਂ ਗੇੜਾ ਕਹਿਣਾ ਵਾ, ਰੇੜਾ ਕਹਿਣਾ ਵਾ, ਉਹ ਤੇ ਰਾੜਾ ਲੱਗਣਾ ਹੀ ਹੈ। ਹਾਂਜੀ। ਤੇ ਸੰਬੰਧਕੀ ਰੂਪ ਦੇ ਵਿੱਚ ਤੇ ਕਿਤੇ ਕਿਤੇ ਵਰਤੋਂ ਚ ਆਉਂਦੇ ਨੇ, ਪਰ ਜਿਹੜਾ ਮਸਲਾ ਹੈਗਾ ਨਾ ਵੀ ਅੱਖਰ ਹੀ ਆਜ਼ਾਦ ਨਹੀਂ ਕੀਤੇ ਇਹਨਾਂ ਦੇ ਵਿੱਚ, ਇਹਨਾਂ ਅੱਖਰਾਂ ਤੋਂ ਨਾਮਕਰਨ ਹੀ ਨਹੀਂ ਹੋਇਆ ਕਿਸੇ ਨਵੀਂ ਚੀਜ਼ ਦਾ, ਉਹ ਇੱਕ ਵੱਡੀ ਕਮੀ ਰਹਿ ਗਈ ਹੈ। ਭਾਸ਼ਾ ਵਿਭਾਗ ਨੂੰ ਇੱਥੇ ਕੰਮ ਕਰਨ ਦੀ ਲੋੜ ਹੈ। ਮੈਂ ਤਾਂ ਕਿਉਂਕਿ ਆਪਣਾ ਪ੍ਰੋਫੈਸਰ ਮਨਿੰਦਰ ਸਿੰਘ ਹੁਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਜਿਹੜੇ ਕਾਲ ਕਰ ਰਹੇ ਸਨ, ਉਹਨਾਂ ਦਾ ਜਿਹੜਾ ਲਿਟਰੇਰੀ ਤੌਰ ਤੇ ਯੂਨੀਵਰਸਿਟੀ ਨਾਲ ਜੁੜੇ ਨੇ, ਉਹਨਾਂ ਨੂੰ ਤਾਂ ਮੈਂ ਸਵਾਲ ਪੁੱਛਿਆ ਸੀ ਵੀ ਇਹਦੇ ਲਈ ਅੱਖਰ ਆਜ਼ਾਦ ਹੋਣੇ ਚਾਹੀਦੇ ਨੇ, ਪਰ ਅਸੀਂ ਜੇ ਬੱਚਿਆਂ ਨੂੰ ਦੱਸਣਾ ਹੋਵੇ ਕਿ ਇਹ ਅੱਖਰ ਵਰਤਿਆ ਕਿੱਥੇ ਗਿਆ ਹੈ, ਵੰਗਾਂ ਦੇ ਵਿੱਚ ਆਇਆ ਹੈ, ਤੇ ਉਹਨਾਂ ਨੂੰ ਅਸੀਂ ਦੱਸ ਸਕਦੇ ਹਾਂ ਇਸ ਤਰੀਕੇ ਦੇ ਨਾਲ। ਉਹ ਅਸੀਂ ਆਪਣੇ ਤੌਰ ਤੇ ਉਪਰਾਲਾ ਕਰ ਸਕਦੇ ਹਾਂ, ਅਸੀਂ ਆਪਣੇ ਤੌਰ ਤੇ ਅੱਖਰ ਲੱਭ ਸਕਦੇ ਹਾਂ, ਤੇ ਫਿਰ ਅਸੀਂ ਹਰੇਕ ਬੰਦਾ ਜੇ ਆਪਣੇ ਆਪ 'ਚ ਇੱਕ ਸੰਸਥਾ ਹੈ ਤੇ ਉਹ ਆਪ ਅੱਖਰ ਆਜ਼ਾਦ ਕਰਕੇ ਪਟਿਆਲੇ ਪੰਜਾਬੀ ਭਾਸ਼ਾ ਵਿਭਾਗ ਨੂੰ ਦੇ ਸਕਦਾ ਹੈ। ਜਿੰਨੇ ਵੀ ਸਾਡੇ ਦਰਸ਼ਕ ਸੁਣ ਰਹੇ ਨੇ, ਉਹ ਆਪ ਆਪਣੇ ਤੌਰ ਤੇ ਇਹ ਇੱਕ ਕੋਸ਼ਿਸ਼ ਕਰਨ। ਜੀ ਬਿਲਕੁਲ, ਇਹਨਾਂ ਤੇ ਅੱਖਰ ਆਜ਼ਾਦ ਕਰੀਏ ਤੇ ਉਹਨਾਂ ਨੂੰ ਪ੍ਰਚਾਰੀਏ ਤਾਂ ਕਿ ਸਾਡੇ ਅੱਖਰ ਜਿਹੜੇ ਡੈਡ ਹੋ ਰਹੇ ਨੇ ਮਰਨ ਨਾ। ਬੜੇ ਖੂਬਸੂਰਤ ਹੈ। ਵੇਖੋ ਜਿਵੇਂ ਢੱਡੇ ਦੀ ਗੱਲ ਦੱਸ ਕੇ ਗਏ ਨੇ ਵੀ ਢੋਲ ਨੂੰ ਢੋਲ ਕਹਿਣਾ ਪਏਗਾ ਜਿਹੜਾ ਵਾ ਹਿੰਦੀ ਦੇ ਵਿੱਚ। ਹੁਣ ਉਹ ਐਸੇ ਸ਼ਬਦ ਸਾਨੂੰ, ਅਸੀਂ ਉਹਨਾਂ ਤੇ ਵੀ ਮਾਣ ਕਰਨ ਦੇ, ਸਾਡੇ ਕੋਲ ਐਸੇ ਸ਼ਬਦ ਹੋਰ ਵੀ ਪਏ ਨੇ ਜਿਨ੍ਹਾਂ ਦਾ ਮੇਲ ਹੀ ਨਹੀਂ ਲੱਭਦਾ ਕਿਤੇ। ਸੋ ਉਹ ਅਸੀਂ ਪੰਜਾਬੀ 'ਚ ਵੀ ਖਾਲੀ ਛੱਡਦੇ ਜਾ ਰਹੇ ਹਾਂ। ਮੇਰੇ ਨਾਲ ਅਗਲੀ ਕਾਲ ਹੈ ਇਟਲੀ ਤੋਂ, ਮੈਨੂੰ ਲੱਗਦਾ। ਜੀ ਬੋਲੋ। ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡੀ ਆਵਾਜ਼ ਬਹੁਤ ਪਿੱਛੋਂ ਆ ਰਹੀ ਹੈ ਕਿਤੇ, ਥੋੜਾ ਫੋਨ ਨੂੰ ਲਾਗੇ ਲਿਆਓ। ਜੀ ਜੀ ਕੋਈ ਗੱਲ ਨਹੀਂ, ਚਲੋ ਕੋਈ ਨਹੀਂ, ਕਰ ਦਿਓ, ਸੇਫਲੀ ਡਰਾਈਵ ਕਰੋ ਤੇ ਸ਼ਾਰਟ 'ਚ ਗੱਲ ਕਰ ਦਿਓ, ਕੋਈ ਨਹੀਂ। ਤੁਹਾਡਾ ਪ੍ਰੋਗਰਾਮ ਜਦ ਵੀ ਮੈਨੂੰ ਟਾਈਮ ਮਿਲਦਾ ਤੇ ਮੈਂ ਫਟਾਫਟ ਲਾ ਲੈਣਾ, ਕਿਉਂਕਿ ਬਹੁਤ ਕੁਝ ਮਿਲਦਾ ਪਰਿਵਾਰਾਂ ਨੂੰ। ਦੂਸਰੀ ਗੱਲ ਇਹ ਆ, ਤੁਸੀਂ ਪਾਕਿਸਤਾਨ ਦੀ ਗੱਲ ਕਰ ਰਹੇ ਸੀ ਭਾਜੀ, ਇੱਕ ਨਜਮ ਸੇਠੀ ਐਂਕਰ ਵੀ ਹੈ ਔਰ ਪੱਤਰਕਾਰ ਵੀ ਹੈ, ਬਹੁਤ ਵੱਡਾ ਪਾਕਿਸਤਾਨ ਦਾ। ਤੁਹਾਡੀ ਆਵਾਜ਼ ਬਹੁਤ ਵੀਰ ਜੀ ਉਹ ਘੱਟ ਆ ਰਹੀ ਹੈ, ਜਾਂ ਤੇ ਕਿਤੇ ਰੋਕ ਕੇ ਗੱਲ ਕਰ ਲਓ, ਸਾਨੂੰ ਸੁਣ ਨਹੀਂ ਰਹੀ ਤੁਹਾਡੀ ਗੱਲ। ਖਾਲਸਾ ਵਾਹਿਗੁਰੂ ਜੀ ਫਤਿਹ। ਮੁਆਫੀ ਚਾਹੁੰਦੇ ਹਾਂ, ਤੁਹਾਡੀ ਗੱਲ ਸਾਨੂੰ ਸੁਣਨੀ ਨਹੀਂ, ਪਹੁੰਚੀ ਨਹੀਂ ਸਾਡੇ ਤੱਕ, ਤੇ ਰੋਕ ਕੇ ਕਰ ਲਿਓ ਕਾਲ। ਅਸੀਂ ਉੱਦਾਂ ਵੀ ਮਹਿਸੂਸ ਕਰਦੇ ਹਾਂ ਵੀ
ਡਰਾਈਵ ਕਰਦੇ ਜਦੋਂ ਗੱਡੀ ਚਲਾ ਰਹੇ ਜੇ ਉਦੋਂ ਨਾ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਆਪਣੀ ਜਿਹੜੀ ਹੈ ਉਹਦੇ ਧਿਆਨ ਰੱਖੋ। ਅਸੀਂ ਕਾਨੂੰਨ ਵੀ ਨਹੀਂ ਤੋੜਨਾ, ਸਭ ਤੋਂ ਵੱਡੀ ਗੱਲ ਹੈ। ਮੇਰੇ ਨਾਲ ਪੰਜਾਬ ਤੋਂ ਕਾਲ ਹੈ ਜੀ, ਆਪਾਂ ਭੈਣ ਜੀ ਆ ਲਾਸਟ ਕਾਲ ਲੈ ਲੈਂਦੇ ਹਾਂ ਜੀ ਜੀ ਜੀ, ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵਧਦੇ ਹਾਂ ਜੀ। ਜੀ ਬੋਲੋ ਪੰਜਾਬ ਵਾਲੇ ਜੀ, ਤੁਹਾਡੀ ਕਾਲ ਲੱਗ ਚੁੱਕੀ ਹੈ ਵੀਰ ਜੀਓ। ਮੈਨੂੰ ਲੱਗਦਾ ਆਵਾਜ਼ ਨਹੀਂ ਆ ਰਹੀ ਉਹਨਾਂ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ ਜੀ ਜੀ, ਆ ਰਹੀ ਆਵਾਜ਼ ਤੁਹਾਡੀ, ਬੋਲੋ, ਹੁਣ ਪਹੁੰਚ ਗਈ ਆਵਾਜ਼ ਸਾਡੇ ਤੱਕ। ਹਾਂਜੀ ਵੀਰ ਜੀ, ਅੱਜ ਬਹੁਤ ਵਧੀਆ ਟੌਪਿਕ ਜਿਹੜਾ ਅੱਜ ਤੁਸੀਂ ਪੰਜਾਬੀ ਭਾਸ਼ਾ ਬਾਰੇ ਲਿਆ ਜੀ। ਆਵਾਜ਼ ਨਹੀਂ ਆ ਰਹੀ ਇਹਨਾਂ ਦੀ ਜੀ, ਆਵਾਜ਼ ਨਹੀਂ ਤੁਹਾਡੀ ਆ ਰਹੀ ਵੀਰ ਜੀਓ। ਆਪਾਂ ਭੈਣ ਜੀ ਲਾਸਟ ਕਾਲ ਹੀ ਸੀ ਜਿਹੜੀ ਆਖਰੀ ਕਾਲ ਆਪਾਂ ਲੈ ਲਈ ਹੈ। ਮੈਂ ਹੁਣ ਬਖਸ਼ੀਸ਼ ਸਿੰਘ ਦੀਆਂ ਗੱਲਾਂ ਮੇਰੇ ਦਿਮਾਗ 'ਚ ਆ ਰਹੀਆਂ ਨੇ, ਹੁਣ ਮੈਂ ਲਾਸਟ ਨੂੰ ਆਖਰੀ ਕਹਿ ਰਿਹਾ ਤਾਈਓ ਹੀ। ਬਿਲਕੁਲ ਹਰ ਵੇਖੋ, ਸਭ ਤੋਂ ਵੱਡੀ ਗੱਲ ਇਹ ਹੈਗੀ ਹੈ, ਕੋਈ ਵੀ ਹੋਵੇ ਸੋਧੀਏ ਆਪਣੇ ਆਪ ਨੂੰ, ਜਿੱਥੇ ਵੀ ਲੋੜ ਸਾਨੂੰ ਸਮਾਂ ਮਿਲਦਾ, ਮੌਕਾ ਮਿਲਦਾ, ਆਪਣੇ ਆਪ ਨੂੰ ਸੋਧਣ ਦੀ ਕੋਸ਼ਿਸ਼ ਕਰੀਏ, ਗਾਰਡ ਕਰੀਏ ਆਪਣੇ ਆਪ ਨੂੰ, ਜਿਹਨੂੰ ਅੰਗਰੇਜ਼ੀ 'ਚ ਅਸੀਂ ਗਾਰਡ ਕਹਿੰਦੇ ਆ, ਤੇ ਪੰਜਾਬੀ ਦੇ ਵਿੱਚ ਇਹਨੂੰ ਆਪਾਂ ਕੀ ਕਵਾਂਗੇ ਵੀ ਆਪਣੀ ਨਾਕਾਬੰਦੀ, ਪਹਿਰੇਦਾਰੀ ਕਰੋ ਆਪਣੀ, ਜਿਹਨੂੰ ਅਸੀਂ ਕਹਿ ਦਿੰਦੇ ਪੰਜਾਬੀ ਦੇ। ਆਪਣੇ ਤੇ ਆਪ ਹੀ ਪਹਿਰਾ ਦੇਣਾ ਪਏਗਾ ਤੁਹਾਨੂੰ, ਤਾਂ ਕਿ ਅਸੀਂ ਜਦੋਂ ਪੰਜਾਬੀ ਬੋਲਣੀ ਆ। ਮੈਨੂੰ ਯਾਦ ਹੈ ਇੱਕ ਥਾਈਲੈਂਡ ਦੇ ਵਿੱਚ ਸੱਜਣ ਸੀ, ਤੇ ਉਹਦੇ ਨਾਲ ਕੋਈ ਸੱਜਣ ਸੀ, ਉਹਨੂੰ ਮਿਲਣ ਗਿਆ, ਮੈਂ ਵੀ ਉੱਥੇ ਬੈਠਾ ਸੀ, ਤੇ ਉਹ ਕਦੀ ਪੰਜਾਬੀ ਬੋਲੇ, ਕਦੀ ਥਾਈ ਬੋਲੇ, ਕਦੀ ਅੰਗਰੇਜ਼ੀ ਬੋਲੇ ਵਿੱਚ। ਉਹ ਆਂਦਾ ਵੀ ਦੇਖ, ਮੈਨੂੰ ਤਿੰਨੇ ਭਾਸ਼ਾਵਾਂ ਆਉਂਦੀਆਂ ਨੇ, ਤੂੰ ਮੈਨੂੰ ਦੱਸ ਦੇ ਵੀ ਤੂੰ ਗੱਲ ਕਿਹੜੀ 'ਚ ਕਰਨੀ। ਆਂਦਾ ਵੀ ਤੂੰ ਤਿੰਨਾਂ 'ਚ ਤੁਰਿਆ ਫਿਰਨ ਡਿਆ, ਤੇ ਜਾਂ ਤੇ ਪੰਜਾਬੀ 'ਚ ਕਰ ਲਾ ਗੱਲ, ਤੇ ਜਾਂ ਥਾਈ 'ਚ ਕਰ ਲਾ, ਤੇ ਜਾਂ ਅੰਗਰੇਜ਼ੀ 'ਚ ਕਰ ਲਾ। ਸੋ ਇਹ ਸਾਡੀ ਮੁਸ਼ਕਲ ਇਹ ਹੈਗੀ ਹੈ ਵੀ ਅਸੀਂ ਕਾਫੀ ਕੁਛ ਮਿਕਸ ਜਿਹੜਾ ਵਾ ਜਿਹੜਾ ਰਲਾ ਮਿਲਾ ਦਿੱਤਾ, ਇਹਦੇ ਵਿੱਚੋਂ ਨਿਕਲਦਾ ਫਿਰ ਕੁਛ ਵੀ ਨਹੀਂ ਜੀ। ਦੁਬਾਰਾ ਉਹ ਕਾਲ ਆ ਚੁੱਕੀ ਹੈ ਸਾਨੂੰ, ਸਾਡੇ ਦੇਖਦੇ ਆ ਪੰਜਾਬ ਤੋਂ ਜੀ। ਜੀ ਲੈ ਲਓ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਆ ਰਹੀ ਆਵਾਜ਼ ਤੁਹਾਡੀ, ਹੁਣ ਆਈ ਜੀ ਆਵਾਜ਼। ਹਾਂਜੀ ਵੀਰ ਜੀ, ਤੁਸੀਂ ਬਹੁਤ ਵਧੀਆ ਅੱਜ ਟੌਪਿਕ ਜਿਹੜਾ ਹੈ ਪੰਜਾਬੀ ਭਾਸ਼ਾ ਬਾਰੇ ਲਿਆ, ਕਿਉਂਕਿ ਸਾਡੇ ਵਿਦਵਾਨ ਵੀਰ ਬਖਸ਼ੀਸ਼ ਸਿੰਘ ਜੀ ਨੇ ਬਹੁਤ ਵਿਸਥਾਰ ਨਾਲ ਦੱਸਿਆ ਜੀ। ਕਿਉਂਕਿ ਪੰਜਾਬੀ ਭਾਸ਼ਾ ਦਾ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਦੁਰਦਸ਼ਾ ਹੋ ਰਹੀ ਹੈ ਨਾ, ਕਿਉਂਕਿ ਬਾਹਰ ਦੀ ਅਸੀਂ ਚਿੰਤਾ ਕਰਨੀ, ਸਾਡੇ ਦੇ ਘਰ ਦੇ ਵਿੱਚ ਬਿਲਕੁਲ ਪੰਜਾਬੀ ਦੀ ਦੁਰਦਸ਼ਾ ਹੋਈ ਪਈ ਹੈ ਜੀ। ਜਿਸ ਤਰ੍ਹਾਂ ਮੈਂ ਤੁਹਾਨੂੰ ਕੋਈ 3 ਕਸਬਿਆਂ ਦੀਆਂ ਫੋਟੋਆਂ ਵੀ ਪਾਈਆਂ ਸੀ, ਭੇਜੀਆਂ ਸੀ WhatsApp ਤੇ, ਕਿਉਂਕਿ ਉੱਥੇ ਜਿਹੜੇ ਸਾਡੇ ਜਿਹੜੇ ਪੜ੍ਹੇ ਲਿਖੇ ਗਾਂ ਨੌਜਵਾਨ ਆ, ਜਿਹੜੇ ਉਹ ਵਿਭਾਗਾਂ ਵਿੱਚ ਕੰਮ ਕਰਦੇ ਆ, ਉਹ ਸ਼ੁੱਧ ਨਾਂ ਹੀ ਨਹੀਂ ਕਿਤੇ ਲਿਖ ਸਕਦੇ। ਜਿਸ ਤਰ੍ਹਾਂ ਟਾਂਗਰੇ ਨੂੰ ਤੱਤੇ ਨਾਲ ਤਾਂਗਰਾ ਲਿਖਿਆ। ਜੀ, ਤੁਹਾਡੀਆਂ ਤਸਵੀਰਾਂ ਮੇਰੇ ਕੋਲ ਆਈਆਂ ਨੇ, ਮੈਨੂੰ ਪਤਾ ਨਹੀਂ ਸੀ ਤਸਵੀਰਾਂ ਕਿਹਨੇ ਭੇਜੀਆਂ ਨੇ, ਤਸਵੀਰਾਂ ਮੇਰੇ ਕੋਲ ਪਹੁੰਚੀਆਂ ਨੇ, ਬਹੁਤ ਹੀ ਉਹ ਮੈਨੂੰ ਯਾਦ ਬਾਅਦ 'ਚ ਆਇਆ ਹੁਣ ਤੁਹਾਡੇ ਦੱਸਣ ਨਾਲ, ਨਹੀਂ ਤੇ ਉਹ ਦਿਖਾਉਣੀਆਂ ਸਨ ਵੀ ਕਿਵੇਂ ਜੀ। ਹਾਂਜੀ, ਤੇ ਉਹ ਇਸ ਤਰ੍ਹਾਂ ਪੰਜਾਬੀ ਭਾਸ਼ਾ ਨੂੰ ਜਿਹੜਾ ਬਹੁਤ ਜ਼ਿਆਦਾ ਵਿਗਾੜਿਆ ਜਾ ਰਿਹਾ। ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਕਿ ਕਈ ਅੱਖਰ ਜਿਹੜੇ ਇੰਗਲਿਸ਼ ਤੇ ਆ, ਉਹ ਸਾਡੇ ਪੰਜਾਬੀ ਦੇ ਵਿੱਚ ਹੈ ਨਹੀਂ, ਤੇ ਪੰਜਾਬੀ ਵਾਲੇ ਜਿਹੜੇ ਇੰਗਲਿਸ਼ ਵਿੱਚ ਹੈ ਨਹੀਂ। ਜਿਸ ਤਰ੍ਹਾਂ ਕੋਈ ਰਸਤੇ ਦੇ ਉੱਤੇ ਆ ਕੇ ਤੇ ਉਹ ਅੰਗਰੇਜ਼ੀ ਬੋਲਣ ਵਾਲਾ ਪੁੱਛਦਾ ਸੀ ਕਿ ਮੈਂ ਟਰਨ ਟਾਰਨ ਜਾਣਾ, ਹੁਣ ਉਹ ਬੰਦਾ ਮਾਯੂਸ ਜਿਹਾ ਹੋ ਗਿਆ ਕਿ ਟਰਨ ਟਾਰਨ ਕਿਹੜਾ ਸ਼ਹਿਰ ਹੈ, ਜਦੋਂ ਉਸਨੂੰ ਦੂਸਰੇ ਬੰਦੇ ਨੇ ਪੁੱਛਿਆ ਕਿ ਤਰਨ ਤਾਰਨ ਪੁੱਛਦਾ ਹੈ। ਸੋ ਉਹ ਇਸ ਤਰ੍ਹਾਂ ਦੇ ਇੱਕ ਮਜ਼ਾਕ ਵੀ ਬਣ ਜਾਂਦਾ ਹੈ। ਕਿਉਂਕਿ ਮੈਂ ਮਿਸ਼ਨਰੀ ਕਾਲਜ ਦੇ ਵਿੱਚ ਬੱਚਿਆਂ ਦੇ ਸਕੂਲਾਂ ਦੇ ਪੇਪਰ ਲੈਂਦਾ ਰਿਹਾ, ਉੱਥੇ ਵੇਖੀਦਾ ਕਿ ਜਿਹੜੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਆ, ਉਹਨਾਂ ਬਾਕੀ ਇਤਿਹਾਸ ਗੁਰਬਾਣੀ ਨਹੀਂ ਕਿੱਥੋਂ ਜਾਣਨਾ, ਆਪਣਾ ਨਾਮ ਪੰਜਾਬੀ ਦੇ ਵਿੱਚ ਪੇਪਰ ਦੇ ਉੱਤੇ ਨਹੀਂ ਸੀ ਲਿਖ ਸਕਦੇ। ਇਹੋ ਜਿਹਾ ਹਾਲਾਤ ਜਿਹੜੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਬਣੇ ਹੋਏ ਆ। ਤੇ ਜਿਸ ਤਰ੍ਹਾਂ ਪੰਜਾਬੀ ਨੂੰ ਉਤਸ਼ਾਹਤ ਕੀ ਕਰਨਾ, ਅਸੀਂ ਇੱਕ ਭਈਆ ਰੱਖਿਆ ਹੁੰਦਾ ਨਾ, ਤੇ ਸਾਰਾ ਟੱਬਰ ਉਹਦੇ ਨਾਲ ਹਿੰਦੀ ਬੋਲੀ ਜਾਂਦੇ ਆ, ਕਿਉਂਕਿ ਇਹ ਵੀ ਸਾਨੂੰ ਸਰਕਾਰਾਂ ਨੇ ਦੱਸਣਾ। ਅਸੀਂ ਜਿੰਨਾ ਚਿਰ ਆਪਣੇ ਬੱਚਿਆਂ ਨੂੰ ਆਪਣੇ ਘਰ ਵਿੱਚ ਸ਼ੁੱਧ ਪੰਜਾਬੀ, ਕਿਉਂਕਿ ਸਾਡਾ ਜਿਹੜਾ ਮੂਲ ਸਿਧਾਂਤ ਗੁਰਬਾਣੀ ਆ, ਜੇ ਅਸੀਂ ਗੁਰਬਾਣੀ ਨਾਲੋਂ ਹੀ ਟੁੱਟ ਗਏ ਤੇ ਸਾਡਾ ਮੂਲ ਕਿੱਥੇ ਰਹਿ ਜਾਏਗਾ? ਤੇ ਉਹ ਤੇ ਸਭ ਕੁਝ ਆਪਣੇ ਆਪ ਖਤਮ ਹੋ ਜਾਣਾ। ਅਸੀਂ ਗੁਰਬਾਣੀ ਪੜ੍ਹ ਹੀ ਨਹੀਂ ਸਕਣਾ। ਫਿਰ ਉਹ ਪੁਜਾਰੀ ਵਰਗ ਦੇ ਦੂਸਰਿਆਂ ਵਾਂਗੂ ਇੱਕ
ਮੰਤਰਾਂ ਵਿੱਚ ਟੱਲੀਆਂ ਵਜਾਉਣ ਵਾਲਾ ਧਰਮ ਵੀ ਸਾਡਾ ਇਸੇ ਤਰ੍ਹਾਂ ਦਾ ਰਹਿ ਜਾਣਾ, ਕਿਉਂਕਿ ਅਸੀਂ ਖੁਦ ਪੜ੍ਹ ਹੀ ਨਹੀਂ ਸਕਣਾ ਤੇ ਨਾ ਅਸੀਂ ਗੁਰਬਾਣੀ ਪੜ੍ਹ ਸਕਾਂਗੇ, ਨਾ ਅਸੀਂ ਇਤਿਹਾਸ ਨਾਲ ਜੁੜ ਸਕਾਂਗੇ। ਜਿੰਨਾ ਚਿਰ ਤੱਕ ਠੀਕ ਹੈ ਅਸੀਂ ਹੋਰ ਭਾਸ਼ਾਵਾਂ ਚੰਗੀ ਸਫਲਤਾ ਨਾਲ ਤਾਂ ਸਿੱਖ ਸਕਦੇ ਜੇ ਮਾਂ ਬੋਲੀ ਸਿੱਖੀ ਹੋਵੇ। ਜੇ ਸਾਨੂੰ ਮਾਂ ਬੋਲੀ ਦਾ ਨਹੀਂ ਪਤਾ ਅਸੀਂ ਦੂਸਰੀ ਭਾਸ਼ਾ ਵੀ ਨਹੀਂ ਸਿੱਖ ਸਕਦੇ। ਬਿਲਕੁਲ, ਬਹੁਤ ਹੀ ਜਿਹੜੀ ਕੰਮ ਦੀ ਗੱਲ ਕੀਤੀ ਹੈ ਤੁਸੀਂ, ਬਹੁਤ ਹੀ ਪਤੇ ਦੀ ਗੱਲ ਹੈ ਕਿ ਦੂਜੀ ਵੀ ਸਿੱਖਣੀ ਤੇ ਆਪਣੀ ਹੋਣੀ ਜ਼ਰੂਰੀ ਹੈ। ਮਾਤ ਭਾਸ਼ਾ ਵੱਲ ਪਹਿਲਾਂ ਧਿਆਨ ਦੇਣਾ ਚਾਹੀਦਾ ਤੇ ਉਹ ਘਰਾਂ ਦੇ ਵਿੱਚ ਅਸੀਂ ਇੰਨਾ ਜਿੰਨਾ ਮਰਜ਼ੀ ਧਰਮ ਦੇ ਪ੍ਰਚਾਰ ਕਰ ਲਈਏ, ਸਾਰਾ ਕੁਝ ਕਰ ਲਈਏ, ਤੇ ਜਦੋਂ ਮੈਂ ਇਸ ਤਰ੍ਹਾਂ ਵੇਖਦਾ ਸਕੂਲ ਦੇ ਬੱਚਿਆਂ ਦਾ ਕਿ ਆਪਣਾ ਨਾਂ ਵੀ ਪੰਜਾਬੀ ਵਿੱਚ ਨਹੀਂ ਲਿਖ ਸਕਦੇ, ਉਹ ਗਾਂ ਕਿਸ ਤਰ੍ਹਾਂ ਸਾਡਾ ਗੁਰਬਾਣੀ ਕਿੱਥੋਂ ਪੜ੍ਹ ਲੈਣਗੇ, ਸਾਡਾ ਇਤਿਹਾਸ ਕਿੱਥੋਂ ਪੜ੍ਹਨਗੇ, ਕਿੱਥੋਂ ਸਿੱਖੀ ਨਾਲ ਜੁੜ ਜਾਣਗੇ। ਇਸ ਕਰਕੇ ਸਾਨੂੰ ਮੁੱਢ ਜਿਹੜਾ ਵਾ ਉਹ ਮਾਂ ਬੋਲੀ ਅਸੀਂ ਕਹੀ ਜਾਂਦੇ ਆ। ਮਾਂ ਬੋਲੀ ਸਹੀ ਮਾਇਨੇ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਜਿਹੜੀ ਉਹ ਬਹੁਤੇ ਲੋਕ ਹਿੰਦੀ ਜਾਂ ਅੰਗਰੇਜ਼ੀ ਬੋਲਣ ਨੂੰ ਇੱਕ ਬੜਾ ਉਹ ਚੰਗਾ ਰਿਵਾਜ ਸਮਝ ਬੈਠੇ ਵੀ ਸ਼ਾਇਦ ਅਸੀਂ ਚੰਗੇ ਗਿਣੇ ਜਾਂਦੇ। ਨਹੀਂ, ਜਿਹੜਾ ਵੀ ਕੋਈ ਆਪਣੀ, ਜਿਸ ਤਰ੍ਹਾਂ ਕਿਸੇ ਵਿਦਵਾਨ ਨੇ ਲਿਖਿਆ ਕਿ ਜਿਹੜੀ ਕੋਲ ਹੈ ਉਹ ਆਪਣੀ ਭਾਸ਼ਾ ਬੋਲਦੀ ਹੈ, ਪਰ ਜਿਹੜਾ ਤੋਤਾ ਹੈ ਉਹ ਮਨੁੱਖ ਦੀ ਭਾਸ਼ਾ ਬੋਲਦਾ ਲੇਕਿਨ ਉਹ ਗੁਲਾਮ ਹੋ ਜਾਂਦਾ। ਜਿਹੜਾ ਬੰਦਾ ਆਪਣੀ ਭਾਸ਼ਾ ਨਾਲੋਂ ਟੁੱਟਦਾ ਉਹ ਮੁੱਢ ਗੁਲਾਮੀ ਦੀਆਂ ਨਿਸ਼ਾਨੀਆਂ ਇਹ ਜਿਹੜੀਆਂ ਸਾਨੂੰ ਦਿਸਦੀਆਂ ਜਦੋਂ ਅਸੀਂ ਆਪਣੀ ਭਾਸ਼ਾ ਨਾਲੋਂ ਟੁੱਟਦੇ ਆ। ਇਸ ਕਰਕੇ ਤੁਸੀਂ ਜਿਹੜਾ ਅੱਜ ਟੌਪਿਕ ਲਿਆ, ਕਿਉਂਕਿ ਮੇਰੀ ਇੱਕ ਮੁਸ਼ਕਲ ਵੀ ਹੈ ਕਿ ਇੱਥੋਂ ਨੈਟਵਰਕ ਦੀ ਬੜੀ ਸਮੱਸਿਆ ਆ ਰਹੀ ਆ, ਬਾਹਰ ਆ ਕੇ ਫੋਨ ਸੁਣਨਾ ਪੈਂਦਾ। ਇਸ ਕਰਕੇ ਮੈਂ ਮਾਫੀ ਚਾਹਾਂਗਾ ਵਿੱਚ ਵਾਰ-ਵਾਰ ਕੱਟਿਆ ਤੁਹਾਨੂੰ ਡਿਸਟਰਬ ਕੀਤਾ। ਤੁਸੀਂ ਤੇ ਭੈਣ ਜੀ ਉਹਨਾਂ ਨੇ ਬੜਾ ਹੀ ਸ਼ਲਾਘਾਯੋਗ ਜਿਹੜਾ ਕਦਮ ਉਠਾ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਫੋਟੋਆਂ ਜਿਹੜੀ ਭੇਜੀਆਂ ਸੀ ਮੈਨੂੰ ਵੀ ਪੜ੍ਹ ਲਿਆ ਸੀ। ਤੁਸੀਂ ਇਸ ਟੌਪਿਕ ਤੇ ਕੰਮ ਕਰ ਰਹੇ ਹੋ ਤੇ ਜਦੋਂ ਸਾਡੇ ਇਸ ਤਰ੍ਹਾਂ ਦੇ ਅੱਡਿਆਂ ਦੇ ਕਸਬਿਆਂ ਦੇ ਨਾਂ ਹੁਣ ਤੁਸੀਂ ਵੇਖੋ ਬੋਰਡ ਲੱਗਾ, ਉਹ ਕੋਈ ਆ ਕੇ ਵੇਖਣੇ ਤੰਗ ਮੇਰਾ ਖੈਰ ਹਲਚਾ ਕਿਹੜਾ ਆਇਆ, ਕਿਹੜਾ ਵਾ ਟਰਨ ਕਿੱਥੇ, ਮਤਲਬ ਇਹੋ ਚੀਜ਼ਾਂ ਸਾਨੂੰ ਸਾਡੇ ਪੰਜਾਬ ਦੇ ਵਿੱਚ ਸਮੱਸਿਆ ਆ ਗਈ ਤੇ ਬਾਹਰ ਤੇ ਬਾਹਰਲੇ ਦੇਸ਼ਾਂ ਚ ਬਿਲਕੁਲ ਸਾਡੇ ਇੰਨੀਆਂ ਧਾਰਮਿਕ ਸੰਸਥਾ ਸਾਰੇ ਕਿਸੇ ਦਾ ਇਹਨਾਂ ਵੱਲਾਂ ਕਦੀ ਬੋਰਡਾਂ ਵੱਲ ਵੀ ਧਿਆਨ ਨਹੀਂ ਗਿਆ ਕਿ ਅਸੀਂ ਘੱਟੋ ਘੱਟ ਇਹ ਸੁਧਾਰ ਕਰਵਾ ਲਈਏ ਸਰਕਾਰ ਕੋਲੋਂ। ਫਿਰ ਵੀ ਮੇਰੇ ਕੋਲ ਬੋਲਦਿਆਂ ਕੋਈ ਗਲਤੀ ਹੋ ਗਈ ਤੇ ਮਾਫ ਕਰਨਾ, ਤੁਹਾਨੂੰ ਡਿਸਟਰਬ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਇੱਕ ਕਾਲ ਆਪਣਾ ਕੈਨੇਡਾ ਤੋਂ ਹੈ ਜੀ। ਕੈਨੇਡਾ ਵਾਲੇ ਬੋਲੋ ਜੀ, ਕੈਨੇਡਾ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਕੰਵਰੇਕ ਸਿੰਘ ਹੈ। ਉਹ ਬੱਲੇ, ਕੰਵਰੇਕ ਸਿੰਘ ਜੀ, ਕੰਵਰੇਕ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ? ਅੱਜ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਸੁਣਾਉਣ ਲੱਗਾ। ਵਾਹ ਵਾਹ, ਕਮਾਲ, ਸੁਣਾ ਦਿਓ ਫਿਰ 31 ਰਾਗ। ਸਿਰ ਰਾਗ ਮਾਝ ਗੌੜੀ ਆਸਾ ਗੁਜਰੀ ਦੇਵ ਗੰਧਾਰੀ ਬੇਹਾਗੜਾ ਵਡਹੰਸ ਸੋੜਤ ਤਨਾਸਰੀ ਜਥਰੀ ਟੋਡੀ ਬੈਰਾਲੀ बेड़ाड़ी तलंग सुही बिलावल गांड रामकली नटनारायण मालीगौरा मारू तुखारी केदारा पैरो बसंत सारंग मलार कन्नड़ा कल्याण प्रभाती जय जावंती। वाह वाह, कमाल जी। इदां चाहिए ने बच्चे ਐ ਤੋਤੇ ਵਾਂਗੂ ਜਿਹੜੇ ਆ ਬੋਲਦੇ ਹੋਣ। ਬਹੁਤ ਅੱਛਾ ਪੁੱਤਰ ਜੀ, ਤੁਹਾਨੂੰ ਸ਼ਾਬਾਸ਼ੀ ਹੈ, ਤੁਹਾਡੇ ਮਾਪਿਆਂ ਨੂੰ ਸ਼ਾਬਾਸ਼ੀ ਹੈ, ਬਹੁਤ ਵਧੀਆ। ਹੋਰ ਕੁਝ ਕਹਿਣਾ ਚਾਹੁੰਦੇ ਜੇ? ਨਹੀਂ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਗਲੀ ਕਾਲ ਸਾਡੇ ਨਾਲ ਪੰਜਾਬ ਤੋਂ ਹੈ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਅੱਜ ਦਾ ਬਹੁਤ ਵਧੀਆ ਪ੍ਰੋਗਰਾਮ, ਜਿਹੜਾ ਵਿਸ਼ਾ ਵੀ ਜਿਹੜਾ ਆ ਬਹੁਤ ਵਧੀਆ ਜਿਹੜਾ ਤੁਸੀਂ ਚੁਣਿਆ ਜੀ। ਮੈਂ ਬਸ ਇਸ ਸੰਬੰਧ ਦੇ ਉੱਪਰ ਇਹੋ ਗੱਲ ਆਖਾਂਗਾ ਕਿ ਇੱਕ ਦਾਨਿਸ਼ਵਰ ਦਾ ਕਥਨ ਸੀਗਾ, ਕਹਿੰਦੇ ਕਿ ਜੇ ਤੁਹਾਨੂੰ ਮੇਰੀ ਮਾਤ ਭਾਸ਼ਾ ਬੋਲਣ ਤੇ ਜੇ ਤੁਹਾਨੂੰ ਤਕਲੀਫ ਹੈ ਜਾਂ ਮੇਰੀ ਮਾਤ ਭਾਸ਼ਾ ਤੋਂ ਤੁਹਾਨੂੰ ਖਤਰਾ ਹੈ, ਇਹਦਾ ਮਤਲਬ ਇਹ ਹੈ ਕਿ ਤੁਸੀਂ ਜਿਹੜਾ ਰਾਜ ਹੈ ਉਹ ਮੇਰੀ ਧਰਤੀ ਤੇ ਉਸਾਰਿਆ। ਬਿਲਕੁਲ। ਇਹ ਮੂਸਾ ਅੰਤੇਰ ਨਾਂ ਦੇ ਇੱਕ ਦਾਨਿਸ਼ਵਰ ਨੇ, ਇਹ ਉਹਨਾਂ ਦਾ ਕਥਨ ਹੈ ਜਿਨ੍ਹਾਂ ਨੂੰ 1992 ਦੇ ਵਿੱਚ ਤੁਰਕੀ ਦੇ ਹਾਕਮਾਂ ਨੇ ਕਤਲ ਕਰ ਦਿੱਤਾ ਸੀਗਾ। ਕੁਰਦ ਲੇਖਕ ਹੋਏ ਨੇ ਜੀ, ਜਿਨ੍ਹਾਂ ਨੂੰ ਜਿਹੜਾ ਹੈ ਕਿ ਤੁਰਕੀ ਦੇ ਹਾਕਮਾਂ ਨੇ ਕਤਲ ਕਰ ਦਿੱਤਾ ਸੀਗਾ 1992 ਦੇ ਵਿੱਚ। ਤੇ ਬਾਕੀ ਜਿਹੜੀ ਪੰਜਾਬੀ ਲੈਂਗੁਏਜ ਦੀ ਗੱਲ ਆ, ਪੰਜਾਬੀ ਭਾਸ਼ਾ ਦੀ ਗੱਲ, ਇਹ ਹੈ ਕਿ ਇਹਨੂੰ ਜਿਵੇਂ ਬਾਕੀ ਹੋਰਨਾਂ ਖਿੱਤਿਆਂ ਦੀਆਂ ਜਾਂ ਹੋਰਨਾਂ ਕੌਮੀਅਤਾਂ ਦੀਆਂ ਜਿਹੜੀਆਂ ਮਾਤ ਭਾਸ਼ਾਵਾਂ ਨੇ, ਇਸ ਨੂੰ ਉਹਨਾਂ ਦੇ ਵਾਂਗ ਨਹੀਂ ਵੇਖਿਆ ਜਾ ਸਕਦਾ। ਇਹਦੀ ਇੱਕ ਖਾਸੀਅਤ ਹੈ ਕਿ ਇਹ ਅੱਖਰ ਜਿਹੜੇ ਨੇ ਇਹ ਗੁਰੂ ਦੇ ਨਾਲ ਆਏ ਨੇ।
ਇਹ ਅੱਖਰ ਜਿਹੜੇ ਆ ਗੁਰੂ ਦੇ ਨਾਲ ਆਉਣ ਕਰਕੇ ਜਿਹੜਾ ਇਹਨਾਂ ਨੂੰ ਬਾਕੀ ਜਿਹੜੀਆਂ ਕੌਮੀਅਤਾਂ ਨੇ ਉਹਨਾਂ ਦੀਆਂ ਮਾਤ ਭਾਸ਼ਾਵਾਂ ਦੇ ਵਾਂਗੂ ਨਹੀਂ ਵੇਖਿਆ ਜਾ ਸਕਦਾ। ਤੇ ਜਿਹੜੇ ਪੰਜਾਬੀ ਨੂੰ ਜਿਹੜਾ ਧਰਮ ਤੋਂ ਥੋੜਾ ਜਿਹਾ ਹਟਾ ਕੇ ਤੇ ਉਹਦੀ ਰੱਖ ਰਖਾਵ ਦੀ ਜਾਂ ਉਹਦੀ ਰਾਖੀ ਦੀ ਜਾਂ ਉਹਦੇ ਵਿਕਾਸ ਦੀ ਗੱਲ ਕਰਦੇ ਨੇ, ਉਹਨਾਂ ਦਾ ਸਦਾ ਹੀ ਜਿਹੜਾ ਵਾ ਸਿੱਖਾਂ ਨੂੰ ਇੱਕ ਸਵਾਲ ਹੁੰਦਾ ਹੈ ਕਿ ਹਮੇਸ਼ਾ ਸਿੱਖ ਜਿਹੜੇ ਨੇ ਭਾਸ਼ਾ ਨੂੰ, ਪੰਜਾਬੀ ਭਾਸ਼ਾ ਨੂੰ ਧਰਮ ਦੇ ਨਾਲ ਕਿਉਂ ਜੋੜ ਦਿੰਦੇ ਨੇ ਜੀ। ਤੇ ਬਸ ਇਹ ਗੱਲ ਦਾ ਜਿਹੜਾ ਵਾ ਜਵਾਬ ਕੀ ਹੋ ਸਕਦਾ ਕਿ ਜਦੋਂ ਜ਼ਿਆਦਾਤਰ ਤੇ ਜਿਹੜੇ ਖੱਬੇ ਪੱਖੀ ਕਹਿ ਲਓ ਜਿਹੜੇ ਇਸ ਕੈਟਾਗਰੀ ਦੇ ਵਿੱਚ ਆਉਂਦੇ ਨੇ ਤੇ ਉਂਝ ਪੰਜਾਬੀ ਬੋਲੀ ਦੇ ਵਿਕਾਸ ਦੀ ਗੱਲ ਕਰਦੇ ਨੇ, ਮਾਤ ਭਾਸ਼ਾ ਦੀ ਗੱਲ ਕਰਦੇ ਨੇ, ਪਰ ਇਹ ਗੱਲ ਚੁੱਭਦੀ ਹੈ ਕਿ ਸਿੱਖ ਪੰਜਾਬੀ ਭਾਸ਼ਾ ਨੂੰ ਧਰਮ ਦੇ ਨਾਲ ਕਿਉਂ ਜਿਹੜਾ ਜੋੜਦਾ ਹੈ। ਸੋ ਹਾਂਜੀ, ਇਹ ਸਵਾਲ ਮੈਂ ਚਾਹੁੰਦਾ ਕਿ ਤੁਸੀਂ ਜਿਹੜਾ ਸਰੋਤਿਆਂ ਦੇ ਸਾਹਮਣੇ ਕਲੀਅਰ ਕਰੋ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਮੈਂ ਵੈਸੇ ਸ਼ਾਰਟ ਦੇ ਵਿੱਚ ਤੇ ਦੱਸ ਕੇ ਵੀ ਹਟਿਆ ਵੀ ਗੁਰੂ ਦੀ ਨਜ਼ਰ ਪਈ ਇਸ ਭਾਸ਼ਾ ਤੇ। ਇਹ ਭਾਸ਼ਾ ਦੀ ਵਰਤੋਂ ਕਰਦੇ ਹੋਏ ਗੁਰੂ ਨੇ ਇਸ ਲਿਪੀ 'ਚ, ਭਾਵੇਂ ਭਾਸ਼ਾ ਕੋਈ ਵੀ ਹੋਵੇ, ਆ ਨੀਲੇ ਕਾਗਦ ਕਾਟੀਲੇ ਗੂੜੀ ਆਕਾਸ਼ ਮਦੇ ਭਰਮੀ ਅਲੇ ਪੰਜ ਜਨਾ ਸੋ ਬਾਤ ਬਤਊਆ ਚੀਤ ਸਡੋਰੀ ਰਾਖੀ ਅਲੇ ਜੀ, ਲਿਪੀ ਪੰਜਾਬੀ ਰੱਖੀ। ਜਾ ਕਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਅੈਬ ਪਰਵਰਦਗਾਰ। ਫਾਰਸੀ ਲਿਪੀ ਪੰਜਾਬੀ ਰੱਖੀ। ਫਿਰ ਜਦੋਂ ਤੁਸੀਂ ਸਹਿਸਕ੍ਰਿਤੀ ਦੇ ਸਲੋਕਾਂ ਦੀ ਗੱਲ ਕਰਦੇ ਜੇ, ਪ੍ਰਮਾਦ ਪੁਰਖ ਮਨੋ ਪੇਮੰ ਸਾਤਾਦ ਭਾਵ ਰਤੰ ਪ੍ਰਮਦ ਪਤੰਗ ਪ੍ਰਕਿਤ ਪ੍ਰੰਗ ਯਦੀ ਚਿੰਤ ਸਰਵਗਤੰ ਕੇਵਲ ਰਾਮ ਨਾਮ ਮਨੋਰਮੰ। ਲਿਪੀ ਪੰਜਾਬੀ ਰੱਖੀ। ਧਰਮ ਨਾਲ ਅਸੀਂ ਨਹੀਂ ਜੋੜਦੇ, ਸਾਡੀ ਬੁਨਿਆਦ ਹੀ ਪੰਜਾਬੀ ਹੈ। ਗੁਰੂ ਨੇ ਹਰ ਕਿੱਥੋਂ ਵੀ ਜਾ ਕੇ, ਕਿਤੇ ਵੀ ਜਾ ਕੇ ਜਿਹੜੇ ਇਲਾਹੀ ਬਚਨ ਲਿਖੇ ਸਨ ਨਾ, ਉਹ ਸਾਡੀ ਝੋਲੀ 'ਚ ਇਸ ਲਿਪੀ ਰਾਹੀਂ ਪਾਏ। ਜਦੋਂ ਅਸੀਂ ਇਸ ਲਿਪੀ ਨੂੰ ਪੜ੍ਹਦੇ ਨੇ, ਮੈਂ ਤੁਹਾਨੂੰ 3 ਮਿਸਾਲਾਂ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀਆਂ ਨੇ, ਰੱਖ ਦਿੱਤੀਆਂ ਨੇ, ਪਰ ਲਿਪੀ ਪੰਜਾਬੀ ਵਰਤੀ ਗਈ। ਜੇ ਅਸੀਂ ਇਸ ਭਾਸ਼ਾ ਨੂੰ ਪੜ੍ਹਦੇ ਨਹੀਂ, ਵਰਤੋਂ ਨਹੀਂ ਕਰਦੇ, ਤੇ ਅਸੀਂ ਆਪਣੇ ਮੂਲ ਨਾਲ ਨਹੀਂ ਜੁੜਾਂਗੇ। ਜਿਹੜੇ ਕਹਿੰਦੇ ਨੇ ਵੀ ਇਹਨੂੰ ਬਣਾਉਂਦੇ ਕਿਉਂ ਜੇ, ਜਿਹੜੇ ਕਹਿੰਦੇ ਨੇ ਵੀ ਇਹਨੂੰ ਧਰਮ ਦੇ ਨਾਲ ਕਿਉਂ ਜੋੜਦੇ ਜੇ, ਉਹਨਾਂ ਦੀ ਪ੍ਰੋਬਲਮ, ਉਹਨਾਂ ਦੀ ਮੁਸ਼ਕਲ ਕੀ ਹੈ? ਮੁਸ਼ਕਲ ਉਹਨਾਂ ਦੀ ਹੈਗੀ ਹੈ ਵੀ ਉਹਨਾਂ ਦੇ ਕੋਲ ਇਸ ਭਾਸ਼ਾ ਦੇ ਵਿੱਚ ਉਹ ਜਿਹੜਾ ਜਾਲ ਬੁਣਨਾ ਚਾਹੁੰਦੇ ਸੀ, ਸਾਡੇ ਤੇ ਬੁਣ ਨਹੀਂ ਸਕੇ, ਕਿਉਂਕਿ ਇਹ ਭਾਸ਼ਾ ਜਿਹੜੀ ਹੈ ਨਾ, ਬੇਈਮਾਨੀਆਂ ਕਰਨ ਵਾਲਿਆਂ ਨੂੰ ਜਿਹੜਾ ਵਾ ਉਹ ਬਹੁਤ ਲੰਮੇ ਹੱਥੀਂ ਲੈਂਦੀ ਹੈ। ਭਾਸ਼ਾ ਦੇ ਵਿੱਚ ਹੀ ਇੰਨੀ ਸ਼ਕਤੀ ਹੈ ਵੀ ਬੇਈਮਾਨ ਬੰਦੇ ਨੂੰ, ਜਿਹੜਾ ਫਿਤਰਤ ਤੌਰ ਤੇ ਬੇਈਮਾਨ ਬੰਦਾ ਹੈ, ਜਿਹੜਾ ਤੁਹਾਡੇ ਦੇ ਕਬਜ਼ਾ ਕਰਨਾ ਚਾਹੁੰਦਾ ਹੈ, ਜਿਹੜਾ ਤੁਹਾਡੀ ਸੁਰਤ ਤੇ ਸੋਚ ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਤੁਹਾਡੇ ਸੱਭਿਆਚਾਰ ਤੇ ਕਬਜ਼ਾ ਕਰਨਾ ਚਾਹੁੰਦਾ, ਉਹਨੂੰ ਮਲੀਆ ਮੇਟ ਕਰਨਾ ਚਾਹੁੰਦਾ ਹੈ, ਇਹ ਭਾਸ਼ਾ 'ਚ ਹੀ ਇੰਨੀ ਸ਼ਕਤੀ ਹੈ ਵੀ ਉਹਨੂੰ ਇਜਾਜ਼ਤ ਨਹੀਂ ਦਿੰਦੀ ਇਸ ਗੱਲ ਦੀ। ਸੋ ਸਿੱਖਾਂ ਦਾ ਤੇ ਗ੍ਰੰਥ ਦੱਸਦਾ ਹੈ, ਜਿਹੜਾ ਸਾਡਾ ਇਸ਼ਟ ਗ੍ਰੰਥ ਹੈ, ਜਿਹੜਾ ਸਾਡਾ ਆਦਰਸ਼ਕ ਗ੍ਰੰਥ ਹੈ, ਜਿਹੜੀ ਸਾਡੀ ਆਦਰਸ਼ਕ ਪਹੁੰਚ ਹੈ, ਜਿਸ ਆਧਾਰ ਤੇ ਸਿੱਖ ਨੇ ਵਿਚਰਨਾ ਹੈ ਇਸ ਦੁਨੀਆ ਦੇ ਵਿੱਚ, ਸਾਡਾ ਤੇ ਗ੍ਰੰਥ ਦੱਸਦਾ ਵੀ ਸਾਡਾ ਕਿਉਂ ਲਗਾਓ ਹੈ ਇਹਦੇ ਨਾਲ, ਭਾਸ਼ਾ ਦੇ ਨਾਲ ਸਾਡਾ ਕਿਉਂ ਲਗਾਓ ਹੈ। ਕਿਉਂਕਿ ਅਸੀਂ ਲੋਕਾਂ ਤੱਕ ਇਨਕਲਾਬ ਪਹੁੰਚਾਉਣ ਵਾਸਤੇ ਸਾਡੇ ਗੁਰੂ ਸਾਹਿਬਾਨਾਂ ਨੇ ਇਸ ਭਾਸ਼ਾ ਦੀ ਵਰਤੋਂ ਕੀਤੀ, ਜਿਹੜੀ ਆਮ ਬੋਲੀ ਜਾਂਦੀ ਸੀ, ਜਿਹਦੇ ਤੇ ਹਾਲਾਂਕਿ ਕੰਮ ਵੀ ਕਰਨ ਵਾਲਾ ਸੀ। ਗੁਰੂ ਵੀ ਵਰਤ ਸਕਦਾ ਸੀ, ਜਿਹਨੂੰ ਇਹ ਦੇਵ ਭਾਸ਼ਾ ਕਹਿੰਦੇ ਨੇ ਅੱਜ ਕੱਲ੍ਹ। ਉਸੇ ਸੰਸਕ੍ਰਿਤ ਨੂੰ ਵਰਤ ਕੇ, ਉਸੇ ਲਿਪੀ 'ਚ ਵਰਤ ਕੇ, ਇਹ ਗੁਰੂ ਨੂੰ ਕਿਹੜਾ ਸੰਸਕ੍ਰਿਤ ਨਹੀਂ ਸੀ ਆਉਂਦੀ, ਉਸੇ ਲਿਪੀ 'ਚ ਵਰਤ ਕੇ ਉਪਦੇਸ਼ ਰੱਖ ਸਕਦਾ ਸੀ। ਪਰ ਯਾਦ ਰੱਖਿਓ, ਫਿਰ ਇਹ ਆਮ ਬੰਦੇ ਵਾਸਤੇ ਨਾ ਰਹਿ ਜਾਂਦਾ। ਜਿਹੜਾ ਪ੍ਰਬੰਧ ਅਸੀਂ ਹੁਣ ਰੌਲਾ ਪਾ ਰਹੇ ਹਾਂ ਨਾ ਵੀ ਇਹ ਵੇਦ ਪਾਠ ਸੰਸਾਰ ਕੀ ਕਾਰ, ਪੜ ਪੰਡਤ ਕਰੇ ਵਿਚਾਰ ਜੀ, ਵੀ ਜਿਹੜਾ ਵਿਦਿਆ ਹੈ, ਪਾਠ ਹੈ, ਜਿਹੜਾ ਉਹ ਸੰਸਾਰ ਦੀ ਕਾਰ ਹੈ ਤੇ ਵਿਚਾਰ ਕਰੀ ਜਾਂਦਾ ਹੈ ਪੰਡਤ। ਹਾਲਾਤ ਸਾਡੇ ਹੋਣੇ ਸਨ
ਵੀ ਸਾਨੂੰ ਜਿਵੇਂ ਅੱਜ ਅਸੀਂ ਅਖੰਡ ਪਾਠ ਦੀ ਰੀਤ ਤੋਰੀ ਆ ਤੇ ਬੰਦੇ ਸੱਦ ਕੇ ਪਾਠ ਕਰਾਉਣੇ ਆ, ਇਹ ਹਾਲਾਤ ਇਹਦੇ ਤੋਂ ਵੀ ਬੱਤਰ ਹੋ ਜਾਣੇ ਸਨ ਜੀ। ਅਸੀਂ ਲੱਭ ਕੇ ਲਿਆਉਣੇ ਸਨ ਬੋਦੀਆਂ ਵਾਲੇ ਜਿਨ੍ਹਾਂ ਨੂੰ ਸੰਸਕ੍ਰਿਤ ਆਉਂਦੀ ਸੀ, ਤੇ ਉਹਨਾਂ ਨੇ ਫਿਰ ਸਾਨੂੰ ਆਪਣੇ ਤਰੀਕੇ ਨਾਲ ਜੋ ਸਮਝਾ ਦੇਣਾ ਸੀ ਉਹਨੂੰ ਹੀ ਮੰਨ ਲੈਣਾ ਸੀ। ਅਸੀਂ ਤੇ ਸਾਡੀ ਆਪਣੀ ਲਿਪੀ 'ਚ ਲਿਖਿਆ ਗ੍ਰੰਥ, ਅਸੀਂ ਕਦੀ ਜਪਜੀ ਦੇ ਅਰਥ ਨਹੀਂ ਪੜ੍ਹ ਕੇ ਵੇਖਦੇ ਵੀ ਜਪਜੀ ਕੀ ਕਹਿਣਾ ਚਾਹੁੰਦੀ ਹੈ ਸਾਨੂੰ ਜੀ। ਅਸੀਂ ਤੇ ਜਪਜੀ ਦੇ ਨੇੜੇ ਨਹੀਂ ਜਾ ਰਹੇ, ਤੇ ਗੁਰੂ ਗ੍ਰੰਥ ਦੀ ਜਿਹੜੀ ਬਾਣੀ ਹੈ ਉਹਦੇ ਨਾਲ ਜੁੜਾਂਗੇ ਕਿਵੇਂ ਜਿੰਨਾ ਚਿਰ ਅਸੀਂ ਪੰਜਾਬੀ ਨੂੰ, ਜਿੰਨਾ ਚਿਰ ਅਸੀਂ ਇਸ ਗੁਰਮੁਖੀ ਲਿਪੀ ਨੂੰ ਇਸ਼ਕ ਨਹੀਂ ਕਰਦੇ, ਜਿੰਨਾ ਚਿਰ ਅਸੀਂ ਇਹਦੇ ਆਸ਼ਿਕ ਨਹੀਂ ਹੁੰਦੇ। ਮੈਂ ਇਸ਼ਕ ਤੇ ਆਸ਼ਕੀ ਦੀ ਗੱਲ ਕਰਨ ਡਿਆ। ਆਸ਼ਕੀ ਦਾ ਮਤਲਬ ਇਹ ਹੁੰਦਾ ਆਪਾਂ ਨਿਸ਼ਾਵਰ ਕਰ ਦੇਣਾ ਜੀ। ਇੱਕ ਨਹੀਂ ਆਸ਼ਕੀ ਦੂਜੇ ਲੱਗੇ ਜਾਏ। ਆਸ਼ਕੀ ਦਾ ਮਤਲਬ ਬੜਾ ਪਵਿੱਤਰ ਸ਼ਬਦ ਹੈ ਆਸ਼ਿਕ। ਨਾਨਕ ਆਸ਼ਿਕ ਕੰਢ ਹੀ ਹੈ ਜੋ ਸਦ ਹੀ ਰਹੇ ਸਮਾਏ ਜੀ। ਜਿੰਨਾ ਚਿਰ ਅਸੀਂ ਆਸ਼ਿਕ ਨਹੀਂ ਹੁੰਦੇ ਇਸ ਭਾਸ਼ਾ ਦੇ, ਉਹਨਾਂ ਚਿਰ ਸਾਡਾ ਮਸਲਾ ਹੱਲ ਨਹੀਂ ਹੋਣਾ, ਤੇ ਅਸੀਂ ਆਸ਼ਿਕ ਹਾਂ। ਇਸ ਕਰਕੇ ਸਾਨੂੰ ਇਹ ਆਪਣੇ ਗੁਰੂ ਦੇ ਮੂੰਹ ਚੋਂ ਨਿਕਲੀ ਹੋਈ ਗੁਰਮੁਖੀ ਇਹਨੂੰ ਅਸੀਂ ਕਹਿੰਦੇ, ਤੇ ਗੁਰਮੁਖੀ ਦਾ ਹਰ ਬਚਨ ਸਾਨੂੰ ਐਂ ਲੱਗਦਾ ਵੀ ਜਿਵੇਂ ਗੁਰੂ ਦਾ ਆਰਡਰ ਹੈ। ਇਹ ਹੁਣ ਨਾ ਤੇ ਟਰਸਕੀ ਵਾਲੇ ਸਮਝ ਸਕਦੇ ਨੇ, ਨਾ ਲੈਨਨ ਵਾਲੇ ਸਮਝ ਸਕਦੇ ਨੇ, ਤੇ ਨਾ ਹੀ ਸਟੈਲਨ ਵਾਲੇ ਸਮਝ ਸਕਦੇ ਨੇ ਜੀ। ਤੇ ਮਾਓਯੋ ਤੁੰਗ ਦੀ ਤੇ ਬਾਤ ਹੀ ਕਿਆ ਹੈ ਜੀ 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 ਜੀ। ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਸਮਝਾਇਆ ਕਿ ਸਾਡਾ ਭਾਸ਼ਾ ਦੇ ਨਾਲ ਪਿਆਰ ਹੋਣਾ, ਕਿਉਂਕਿ ਭਾਸ਼ਾ ਨੂੰ ਇੱਕ ਲਿਪੀ ਦੇ ਵਿੱਚ ਲਿਖਿਆ ਗਿਆ ਹੈ, ਤੇ ਜੇ ਅਸੀਂ ਸਿੱਖ ਧਰਮ ਨੂੰ ਸਮਝਣਾ ਹੈ, ਗੁਰੂ ਨੂੰ ਸਮਝਣਾ ਹੈ, ਗੁਰੂ ਦੀ ਗੱਲ ਸਮਝਣੀ ਹੈ, ਉਹਨੂੰ ਮਹਿਸੂਸ ਕਰਨਾ ਹੈ, ਤੇ ਤੁਹਾਨੂੰ ਉਸ ਲਿਪੀ ਦਾ ਆਉਣਾ ਬਹੁਤ ਜ਼ਰੂਰੀ ਹੈ। ਤੁਸੀਂ ਜਿਹੜੀ ਚੀਜ਼ ਨੂੰ ਮੈਂ ਇਹਨੂੰ ਇਸ ਤਰੀਕੇ ਦੇ ਨਾਲ ਦੇਖਦੀ ਹਾਂ ਕਿ ਜੇ ਤੁਸੀਂ ਸਾਗ ਤੇ ਮੱਕੀ ਦੀ ਰੋਟੀ ਦਾ ਆਨੰਦ ਲੈਣਾ ਹੈ, ਤੇ ਪੰਜਾਬ ਦੇ ਵਿੱਚ ਉਹਨੂੰ ਥਾਲੀ 'ਚ ਪਾ ਕੇ ਖਾਓਗੇ ਤਾਂ ਹੀ ਲਓਗੇ। ਉਹਨੂੰ ਚਾਕੂ ਤੇ ਛੁਰੀ ਦੇ ਨਾਲ ਖਾ ਕੇ ਤੁਹਾਨੂੰ ਉਹ ਆਨੰਦ ਨਹੀਂ ਆਉਣਾ ਕਿ ਮੈਂ ਸਾਗ ਤੇ ਮੱਕੀ ਦੀ ਰੋਟੀ ਖਾ ਰਿਹਾ ਹਾਂ ਜੀ। ਸੋ ਇਸ ਤਰੀਕੇ ਦੇ ਨਾਲ ਹੀ ਅਸੀਂ ਜਿਹੜੀ ਭਾਸ਼ਾ, ਜਿਹੜੀ ਚੀਜ਼ ਨੂੰ ਤੁਸੀਂ ਪਿਆਰ ਕਰਦੇ ਆ, ਜਿਹੜੀ ਚੀਜ਼ ਨੂੰ ਤੁਸੀਂ ਮਹਿਸੂਸ ਕਰਦੇ ਆ, ਆਪਣੇ ਮਨ ਦੇ ਭਾਵ, ਜੇ ਤੁਸੀਂ ਗੁਰੂ ਨੂੰ ਪਿਆਰ ਕਰਦੇ ਆ ਤਾਂ ਤੁਹਾਨੂੰ ਗੁਰਮੁਖੀ ਲਿਪੀ ਦੇ ਨਾਲ ਪਿਆਰ ਤੁਹਾਡਾ ਆਪਣੇ ਆਪ ਹੀ ਹੋ ਜਾਏਗਾ। ਤੁਸੀਂ ਉਸ ਭਾਸ਼ਾ ਦੇ ਨਾਲ ਆਪਣੇ ਆਪ ਹੀ ਜੁੜ ਜਾਓਗੇ। ਤੇ ਪਹਿਲੇ ਸਮਿਆਂ ਦੇ ਵਿੱਚ ਆਪਾਂ, ਤੇ ਹੁਣ ਜੇ ਅਸੀਂ ਗੱਲ ਕਰਦੇ ਆ ਪਹਿਲੇ ਸਮਿਆਂ ਦੇ ਵਿੱਚ, ਤੇ ਹਿੰਦੂ ਪਰਿਵਾਰ ਵੀ ਇੰਨੀ ਸੋਹਣੀ ਪੰਜਾਬੀ ਬੋਲਦੇ ਸੀ, ਪੱਗ ਬੰਨ੍ਹਦੇ ਸੀ, ਤੇ ਉਹ ਗੁਰਦੁਆਰੇ ਦੇ ਨਾਲ, ਗੁਰਮੁਖੀ ਦੇ ਨਾਲ, ਪਾਠ ਦੇ ਨਾਲ ਉਨਾ ਹੀ ਪਿਆਰ ਹੁੰਦਾ ਸੀ ਜੀ। ਸੋ ਇਹ ਜਿਹੜਾ ਪਿਆਰ ਹੈ ਇਹ ਤੁਹਾਨੂੰ ਆਪਣੇ ਅੰਦਰ ਪੈਦਾ ਕਰਨਾ ਪੈਣਾ। ਅਸੀਂ ਧਰਮ ਤੇ ਭਾਸ਼ਾ ਆਪਣੇ ਆਪ ਹੀ ਕਨੈਕਟਡ ਹੋ ਜਾਂਦੇ ਨੇ ਜਦੋਂ ਤੁਸੀਂ, ਮੈਂ ਉੱਤੇ ਫੇਰ ਸ਼ਬਦ ਕਨੈਕਟਡ ਵਰਤ ਲਿਆ, ਕਿਉਂਕਿ ਆਲੇ ਦੁਆਲੇ ਦੇ ਵਿੱਚ ਅੱਖਰ ਇਹੋ ਜਿਹੇ ਜਿਹੜੇ ਤੁਰਦੇ ਫਿਰਦੇ ਰਹਿੰਦੇ ਨੇ ਤੇ ਗਲਤੀ ਹੋ ਜਾਂਦੀ ਹੈ ਜੀ। ਜੀ ਬਿਲਕੁਲ। ਅਸੀਂ ਜੇ ਗੁਰੂ ਨੂੰ ਪਿਆਰ ਕਰਦੇ ਹਾਂ ਤੇ ਸਾਡਾ ਗੁਰਮੁਖੀ ਲਿਪੀ ਦੇ ਨਾਲ ਪਿਆਰ ਆਪਣੇ ਆਪ ਹੀ ਬਣ ਜਾਂਦਾ ਹੈ। ਜੇ ਅਸੀਂ ਗੁਰਮੁਖੀ ਲਿਪੀ ਨੂੰ ਪਿਆਰ ਕਰਦੇ ਹਾਂ ਤੇ ਅਸੀਂ ਆਪਣੇ ਆਪ ਹੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਜਾਂਦੇ ਹਾਂ ਤੇ ਸਿੱਖ ਧਰਮ ਦੇ ਨਾਲ ਜੁੜ ਜਾਂਦੇ ਹਾਂ ਜੀ। ਸੋ ਇਹ ਸਾਰਾ ਜਿਹੜਾ ਅੱਜ ਦੀ ਸਾਡੀ ਵਿਚਾਰ ਸੀਗੀ ਇਹ ਭਾਸ਼ਾ ਦੇ ਬਾਰੇ ਦੇ ਵਿੱਚ। ਵੀਰ ਜੀ ਅਖੀਰ ਦੇ ਵਿੱਚ ਤੁਸੀਂ ਕੁਝ ਕਹਿਣਾ ਚਾਹੋਗੇ, ਕਿਉਂਕਿ ਸਾਡਾ ਸਮਾਂ ਚੱਲਿਆ? ਬਿਲਕੁਲ ਜੀ, ਆਪਣਾ ਤਕਰੀਬਨ ਸਮਾਂ ਹੋ ਗਿਆ। ਮੈਨੂੰ ਹੁਣੇ ਹੀ ਤਸਵੀਰਾਂ ਕੁਝ ਜਿਹੜੀਆਂ ਨੇ ਯੂਕੇ ਤੋਂ ਜਗਦੀਸ਼ ਸਿੰਘ ਹੁਣਾਂ ਨੇ ਭੇਜੀਆਂ ਨੇ, ਜੋ ਹਮੇਸ਼ਾ ਲਿਬਰਲ ਪਾਰਟੀ ਵੱਲੋਂ MP ਦੀ ਚੋਣ ਲੜਦੇ ਨੇ। ਉਹਨਾਂ ਨੇ ਭੇਜੀਆਂ ਨੇ ਵੀ ਇੱਕ ਜਿਹੜੀ ਹੈ ਜਿਹੜੀਆਂ ਆਪਣੀਆਂ ਕਮੀਜ਼ਾਂ ਹੁੰਦੀਆਂ ਨੇ ਉਹਦੇ ਤੇ ਲਿਖਿਆ ਪਿਓਰ ਪੰਜਾਬੀ, ਪਿਓਰ ਪੰਜਾਬੀ। ਸੋ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੱਕ ਤੇ ਹੋ ਗਿਆ ਪਿਓਰ ਪੰਜਾਬੀ, ਤੇ ਇੰਪਿਓਰਿਟੀ ਜਿਹੜੀ ਪੰਜਾਬੀ ਦੇ ਵਿੱਚ ਕੋਈ ਇੰਪਿਓਰਿਟੀ ਵੀ ਹੁੰਦੀ, ਪੰਜਾਬੀ ਹੁੰਦਾ ਹੈ ਜੀ ਜੀ। ਮੈਂ ਅੱਗੇ ਇੱਕ ਵਾਰ ਸਵਾਲ ਕਿਸੇ ਨੂੰ ਪੁੱਛਿਆ ਸੀ ਤੇ ਕਿਸੇ ਆਪਣਾ ਕੋਈ ਕਹਿ ਰਿਹਾ ਸੀ, ਕੋਈ ਜਥੇਬੰਦੀ ਦਾ ਨਾਂ ਲੈ ਰਿਹਾ ਸੀ ਵੀ ਨਿਰਵੈਰ ਖਾਲਸਾ। ਉਹ ਮੈਂ ਕਿਹਾ ਭਾਈ ਖਾਲਸਾ ਹੀ ਕਾਫੀ ਹੈ, ਖਾਲਸੇ ਨੂੰ ਨਿਰਵੈਰ ਕਹਿਣ ਦੀ ਲੋੜ ਨਹੀਂ, ਖਾਲਸੇ ਦਾ ਮਤਲਬ ਹੀ ਨਿਰਵੈਰ ਹੁੰਦਾ ਹੈ ਜੀ। ਸੋ ਉਹ ਮੈਂ ਦੇਖ ਰਿਹਾ ਸੀ ਤਸਵੀਰਾਂ। ਸੋ ਇਸ ਕਰਕੇ ਸਾਨੂੰ ਅਖੀਰ ਤੇ ਮੈਂ ਕਹਿਣਾ ਚਾਹਾਂਗਾ ਵੀ ਪਿਓਰ ਪੰਜਾਬੀ ਸਾਡੀਆਂ ਕਮੀਜ਼ਾਂ ਨੇ, ਝੱਗਿਆਂ ਨੇ ਨਹੀਂ ਦੱਸਣਾ ਵੀ ਇਹ ਪੰਜਾਬੀ ਪਿਓਰ ਆ, ਸ਼ੁੱਧ ਆ ਕਿ ਅਸ਼ੁੱਧ ਆ। ਇਹ ਸਾਡੀ ਗੁਫ਼ਤਗੂ ਨੇ, ਸਾਡੀ ਭਾਸ਼ਾ ਨੇ, ਸਾਡੀ ਭਾਖਿਆ ਨੇ, ਸਾਡੀ ਭਾਖਾ ਨੇ ਦੱਸ ਦੇਣਾ ਵੀ ਜੋ ਇਹ ਬੋਲ ਰਿਹਾ ਵੀ ਸ਼ੁੱਧ ਆ, ਪਿਓਰ ਆ ਕਿ ਇੰਪਿਓਰ ਆ, ਸ਼ੁੱਧ ਆ ਕਿ ਅਸ਼ੁੱਧ ਆ।
ਸੋ ਪੰਜਾਬੀ ਪੜ੍ਹੀਏ, ਪੰਜਾਬੀ ਬੱਚਿਆਂ ਨੂੰ ਖਾਸ ਕਰਕੇ ਇਹਨਾਂ ਦੇਸ਼ਾਂ ਦੇ ਵਿੱਚ, ਮੈਂ ਹੁਣ ਇਹਨਾਂ ਦੇਸ਼ਾਂ ਦਾ ਬਹੁਤਾ ਜ਼ਿਕਰ ਤਾਂ ਨਹੀਂ ਕਰਦਾ ਕਿ ਇਸ ਤੋਂ ਜ਼ਿਆਦਾ ਵੱਡਾ ਖਤਰਾ ਹੁਣ ਅੱਜ ਕੱਲ੍ਹ ਭਾਰਤ ਦੇ ਵਿੱਚ ਸਾਨੂੰ ਪੰਜਾਬ 'ਚ ਹੀ ਹੈ। ਬਿਲਕੁਲ ਬਿਲਕੁਲ, ਪੰਜਾਬ 'ਚ ਪੰਜਾਬ ਦੇ ਵਿੱਚ ਜ਼ਿਆਦਾ ਵੱਡਾ ਖਤਰਾ ਹੈ। ਇਸ ਕਰਕੇ ਆਪਣੇ ਆਪ ਦੀ ਪਹਿਰੇਦਾਰੀ ਕਰੋ, ਜਿਹਨੂੰ ਅੰਗਰੇਜ਼ ਕਹਿੰਦੇ ਨੇ ਗਾਰਡ ਅਗੇਂਸਟ ਯੋਰਸੈਲਫ। ਆਪਣੇ ਆਪ ਦੀ ਪਹਿਰੇਦਾਰੀ ਕਰੋ ਵੀ ਤੁਹਾਡੇ ਘਰ ਨੂੰ ਸੰਨ ਕਿੱਥੇ ਲੱਗ ਰਹੀ ਹੈ। ਜਿਵੇਂ ਕਬੀਰ ਕਹਿੰਦੇ ਨੇ, ਕਬੀਰ ਕੂਕਰ ਰਾਮ ਕੋ ਮੋਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜੈ ਖਿੰਚੇ ਤੈ ਜਾਓ। ਜੀ ਇਦਾਂ ਦੇ ਬਣ ਜਾਓ, ਆਪਣੇ ਆਪ ਨੂੰ ਮੋਤੀ ਘੋਸ਼ਿਤ ਕਰ ਦਿਓ ਵੀ ਮੈਂ ਆਪਣੀ ਜਿਹੜੀ ਹੈ ਨਿੱਜ ਦੀ ਪਹਿਰੇਦਾਰੀ ਕਰਨੀ ਹੈ, ਮੈਂ ਦੇਖਣਾ ਵੀ ਮੇਰੇ ਘਰ 'ਚ ਸੰਨ ਕਿੱਥੇ ਲੱਗੀ, ਜਿੱਧਰ ਲੱਗੀ ਉਧਰ ਭੌਂਕੂਗਾ। ਜੀ 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 ਅਖੀਰ ਦੇ ਵਿੱਚ ਮੈਂ ਦਰਸ਼ਕਾਂ ਦੇ ਨਾਲ ਮੈਂ ਜਿਹੜੀ ਸ਼ੁਰੂ ਦੇ ਵਿੱਚ ਇੱਕ ਗੱਲ ਕੀਤੀ ਸੀ, ਮੈਂ ਬਸ ਉਹ ਸਾਂਝੀ ਕਰਕੇ ਫਿਰ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ ਕਿ ਜਿਨ੍ਹਾਂ ਨੂੰ ਲੱਗਦਾ ਹੈ ਕਿ ਅੰਗਰੇਜ਼ੀ ਭਾਸ਼ਾ ਬਹੁਤ ਵਧੀਆ ਹੈ, ਅੰਗਰੇਜ਼ੀ ਜਿਹੜੇ ਹੈ ਉਹ ਅਪਰ ਸੁਸਾਇਟੀ ਹੈ, ਇੱਕ ਉੱਚੀ ਸ਼੍ਰੇਣੀ ਨੂੰ ਸੰਬੰਧ ਰੱਖਦੇ ਨੇ, ਉਹਨਾਂ ਦੇ ਜਿਹੜੇ ਲੋਕੀ ਵਧੀਆ ਨੇ, ਪਰ ਅੰਗਰੇਜ਼ੀ ਭਾਸ਼ਾ ਨੇ ਜਿੱਥੇ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਇੱਕ ਖਤਰਾ ਪੈਦਾ ਕੀਤਾ ਹੈ, ਜਾਂ ਹਿੰਦੀ ਨੇ ਬਾਕੀ ਭਾਸ਼ਾਵਾਂ ਨੂੰ ਜੋ ਕੰਮ ਪਹਿਲਾਂ ਅੰਗਰੇਜ਼ੀ ਕਰ ਰਹੀ ਸੀ ਉਹ ਹੁਣ ਪੰਜਾਬ ਦੇ ਵਿੱਚ ਹਿੰਦੀ ਕਰ ਰਹੀ ਹੈ। ਕਿ ਘਰਾਂ ਦੇ ਵਿੱਚੋਂ 1900 ਜਿਹੜਾ ਇਹ ਸਕੂਲ ਜਿਹੜੇ ਬਣਾਏ ਗਏ ਸਨ, ਜਿਨ੍ਹਾਂ ਨੂੰ ਬੋਰਡਿੰਗ ਸਕੂਲ ਕਿਹਾ ਜਾਂਦਾ ਹੈ, ਉਹ ਬਣਾਏ ਗਏ ਸਨ ਕਿ ਬੱਚਿਆਂ ਨੂੰ ਘਰਾਂ ਦੇ ਵਿੱਚੋਂ ਲੈ ਜਾਓ ਤੇ ਆਪਣੀ ਭਾਸ਼ਾ, ਆਪਣਾ ਧਰਮ ਸਿਖਾ ਕੇ ਭੇਜੋ। ਸਜ਼ਾਵਾਂ ਇਹੋ ਜਿਹੀਆਂ ਦਿੱਤੀਆਂ ਜਾਂਦੀਆਂ ਸਨ ਕਿ ਜੇ ਤੁਸੀਂ ਆਪਣੀ ਮਾਂ ਬੋਲੀ ਬੋਲੋ ਤੇ ਤੁਹਾਨੂੰ ਆਪਣੀ ਜੀਭ ਫੜ ਕੇ ਅੱਧਾ ਘੰਟਾ ਬੈਠਣਾ ਪਏਗਾ। ਹੁਣ ਤੁਸੀਂ ਦੇਖ ਲਓ ਕਿ ਆਪਣੀ ਜੀਭ ਨੂੰ ਹੱਥ ਨਾਲ ਫੜ ਕੇ ਤੁਸੀਂ ਅੱਧਾ ਘੰਟਾ ਬੈਠ ਸਕਦੇ ਆ। ਇਹੋ ਜਿਹੀਆਂ ਸਜ਼ਾਵਾਂ ਜਿਹੜੀਆਂ ਉਹਨਾਂ ਸਕੂਲਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਸਨ, ਇੰਨੇ ਤਸ਼ੱਦਦ ਦਿੱਤੇ ਜਾਂਦੇ ਸਨ ਬੱਚਿਆਂ ਨੂੰ ਕਿ ਜੇ ਉਹ ਈਸਾਈ ਧਰਮ ਦੇ ਬਾਰੇ ਗੱਲ ਨਹੀਂ ਕਰਦੇ, ਉਹਨਾਂ ਦੇ ਅਕੋਰਡਿੰਗ ਗੋਡ ਇਜ਼ ਦਿਸ, ਗੋਡ ਇਜ਼ ਦੈਟ, ਇੱਦਾਂ ਨਹੀਂ ਬੋਲਦੇ, ਜਾਂ ਉਹ ਆਪਣੀ ਭਾਸ਼ਾ ਦੇ ਵਿੱਚ ਗੱਲ ਕਰਦੇ ਇੱਕ ਦੂਜੇ ਨਾਲ, ਤਾਂ ਵੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ। ਲਗਭਗ 1.5 ਲੱਖ ਦੇ ਕਰੀਬ, 1,50,000 ਦੇ ਕਰੀਬ ਜਿਹੜੇ ਵਿਦਿਆਰਥੀ ਉਹਨਾਂ ਸਕੂਲਾਂ ਦੇ ਵਿੱਚ ਜਿਹੜੇ ਸਨ, ਜਿਨ੍ਹਾਂ ਦੇ ਵਿੱਚੋਂ ਬਹੁਤਾ ਕਰਕੇ ਜਿਹੜੇ ਉਹਨਾਂ ਤਸ਼ੱਦਦਾਂ ਕਰਕੇ ਹੀ ਖਤਮ ਹੋ ਗਏ। ਇਹ ਗੱਲ ਮੈਂ ਤਾਂ ਦੱਸ ਰਹੀ ਹਾਂ ਕਿ ਇਹੋ ਜਿਹਾ ਕੁਝ ਪੰਜਾਬ ਦੇ ਵਿੱਚ ਵੀ ਹੋ ਰਿਹਾ ਜਿਹੜਾ ਕਿ ਪਹਿਲਾਂ ਅੰਗਰੇਜ਼ੀ ਨੇ ਕੀਤਾ ਹੈ। ਉਹ ਸਕੂਲ ਜਿਹੜੇ ਨੇ 1996 ਦੇ ਵਿੱਚ ਜਿਹੜੇ ਆ ਕੈਨੇਡਾ ਦੇ ਵਿੱਚੋਂ ਜਿਹੜੇ ਮਿਸ਼ਨਰੀ ਸਕੂਲ ਸੀ, ਜਿਹੜੇ ਬੋਰਡਿੰਗ ਸਕੂਲ ਸੀ, ਉਹ ਬੰਦ ਕੀਤੇ ਗਏ। ਦੇਖ ਲਓ ਤੁਸੀਂ, ਲਗਭਗ 130 ਸਾਲ ਉਹ ਸਕੂਲ ਚੱਲੇ ਨੇ ਤੇ ਉਹਨਾਂ ਨੇ ਬੱਚਿਆਂ ਦਾ ਕੀ ਹਾਲ ਕੀਤਾ ਹੈ। ਸੋ ਉਹਨਾਂ ਨੇ 1996 ਦੇ ਵਿੱਚ ਜਦੋਂ ਬੰਦ ਹੋਏ ਨੇ ਤੇ ਹਾਰਪਰ ਸਰਕਾਰ ਨੇ ਲੋਕਾਂ ਕੋਲੋਂ ਮਾਫੀ ਮੰਗੀ ਹੈ ਸਦਨ ਦੇ ਵਿੱਚ ਕਿ ਅਸੀਂ ਇਹ ਤਸ਼ੱਦਦ ਕੀਤਾ ਲੋਕਾਂ ਦੇ ਉੱਤੇ, ਬੱਚਿਆਂ ਦੇ ਉੱਤੇ ਕੀਤਾ। ਸੋ ਇਹ ਜਾਣਕਾਰੀ ਮੈਂ ਖਾਸ ਕਰਕੇ ਉਸ ਸ਼੍ਰੇਣੀ ਲਈ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਜਿਹੜੇ ਆਪਣੀਆਂ ਸਟੇਜਾਂ ਤੋਂ ਵੀ ਇਹ ਪ੍ਰਚਾਰ ਕਰਦੇ ਨੇ ਕਿ ਆਹ ਦੇਖ ਲਓ ਭਾਈ, ਅੰਗਰੇਜ਼ ਤੇ ਇਦਾਂ ਕਰਦੇ ਨੇ, ਅੰਗਰੇਜ਼ੀ ਤੇ ਇਦਾਂ ਹੁੰਦੀ ਹੈ। ਇਦਾਂ ਨਹੀਂ ਹੈ ਕਿ ਹਰੇਕ ਅੰਗਰੇਜ਼ੀ ਦਾ ਮਤਲਬ ਇਹ ਨਹੀਂ ਕਿ ਸਾਰੇ ਕੈਨੇਡਾ ਦੇ ਵਿੱਚ ਅੰਗਰੇਜ਼ੀ ਨੇ। ਇੱਥੇ ਦੇ ਜਿਹੜੇ ਲੋਕੀ ਨੇ ਉਹਨਾਂ ਦੀ ਵੀ ਆਪਣੀ ਇੱਕ ਵੱਖਰੀ ਖਿੱਤਿਆਂ ਦੀ ਭਾਸ਼ਾ ਹੈ। ਜਿਹੜੇ ਸ਼ੁਰੂ ਦੇ ਲੋਕੀ ਸੀ, ਜਿਹੜੇ ਇੱਥੋਂ ਮੁੱਢਲੇ ਲੋਕੀ ਰਹਿਣ ਵਾਲੇ, ਉਹਨਾਂ ਦੀ ਮੁੱਢਲੀ ਭਾਸ਼ਾ, ਉਹਨਾਂ ਨੂੰ ਵੀ ਆਪਣੇ ਸੱਭਿਆਚਾਰ ਤੋਂ ਤੋੜਨ ਦਾ, ਆਪਣੀ ਭਾਸ਼ਾ ਤੋਂ ਤੋੜਨ ਦੇ ਯਤਨ ਕੀਤੇ ਗਏ ਤੇ ਉਹ ਉਹਦੇ ਵਿੱਚ ਉਹ ਕਾਮਯਾਬ ਵੀ ਹੋ ਚੁੱਕੇ ਨੇ। ਸੋ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਅਸੀਂ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਏ ਇਹਨਾਂ ਨੂੰ ਆਪਣੇ ਸਾਹਮਣੇ ਰੱਖ ਕੇ ਉਹਦੇ ਤੋਂ ਸਿੱਖਿਆ ਲਈਏ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਪੰਜਾਬੀ ਬੋਲੀਏ, ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਈਏ, ਭਾਸ਼ਾਵਾਂ ਸਾਰੀਆਂ ਹੀ ਸਿੱਖੀਏ। ਜਿਵੇਂ ਵੀਰ ਜੀ ਆਖਦੇ ਨੇ, ਜੇ ਤੁਸੀਂ ਭਾਸ਼ਾ ਦੀ ਗੱਲ ਕਰਦੇ ਹੋ ਤੇ ਪੰਜਾਬੀ ਇਸ ਤਰ੍ਹਾਂ ਬੋਲੋ ਕਿ ਦੂਜੇ ਬੰਦੇ ਦਾ ਦਿਲ ਕਰੇ ਕਿ ਮੈਂ ਇਹ ਭਾਸ਼ਾ ਸਿੱਖਣੀ ਹੈ। ਤੁਸੀਂ ਸੁਰਜੀਤ ਪਾਤਰ ਨੂੰ ਬੋਲਦੇ ਸੁਣੋ, ਤੁਸੀਂ ਸੋਹਣੇ ਵਧੀਆ ਲੇਖਕਾਂ ਨੂੰ, ਵਧੀਆ ਭਾਸ਼ਾ ਬੋਲਣ ਵਾਲਿਆਂ ਨੂੰ ਸੁਣੋ ਤੇ ਤੁਹਾਡਾ ਦੂਜਿਆਂ ਦਾ ਵੀ ਦਿਲ ਕਰੇ। ਜੇ ਤੁਸੀਂ ਹਿੰਦੀ ਬੋਲਣਾ ਚਾਹੁੰਦੇ ਹੋ ਤੇ ਤੁਸੀਂ ਆਸ਼ੂਤੋਸ਼ ਰਾਣਾ ਜਾਂ ਮਨੋਜ ਬਾਜਪਾਈ ਨੂੰ ਤੁਸੀਂ ਸੁਣੋਗੇ, ਜਾਂ ਡਾਕਟਰ ਕੁਮਾਰ ਵਿਸ਼ਵਾਸ ਜਿਹੜੇ ਹਿੰਦੀ ਦੇ ਕਵੀ ਨੇ, ਉਹਨਾਂ ਨੂੰ ਸੁਣੋਗੇ, ਤੁਹਾਨੂੰ ਇੰਨੀ ਮਿੱਠੀ ਲੱਗੇਗੀ ਹਿੰਦੀ, ਤੁਹਾਡਾ ਆਪਣੇ ਆਪ ਦਿਲ ਕਰੇਗਾ ਬੋਲਣ ਲਈ। ਜੇ ਉਰਦੂ ਬੋਲਣੀ ਹੈ, ਰਾਹੁਤ ਇੰਦੌਰੀ ਨੂੰ ਸੁਣੋ, ਕਿੰਨੀ ਸੋਹਣੀ ਬੋਲਦਾ ਹੈ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀਆਂ ਭਾਸ਼ਾਵਾਂ ਦੇ ਨਾਲ ਪਿਆਰ ਕੀਤਾ। ਅਸੀਂ ਵੀ ਆਪਣੀ ਭਾਸ਼ਾ ਦੇ ਨਾਲ ਪਿਆਰ ਕਰੀਏ, ਦੂਜਿਆਂ ਨੂੰ ਇਸ ਤਰੀਕੇ ਦੇ ਨਾਲ ਅਸੀਂ ਬੁਲਾਈਏ
ਦੂਜਿਆਂ ਦੇ ਵਿੱਚ ਇਹੋ ਜਿਹੇ ਤਰੀਕੇ ਨਾਲ ਵਿਚਰੀਏ। ਆਪਣੇ ਜਿਹੜੇ ਚੈਨਲ ਹੈ, ਹੁਣ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਜਿੰਨੀਆਂ ਵੀ ਅਸੀਂ ਪ੍ਰੋਗਰਾਮ ਕਰਦੇ ਹਾਂ, ਜਿੰਨੇ ਵੀ ਅਸੀਂ ਵਿਸ਼ਿਆਂ ਤੇ ਗੱਲਬਾਤ ਕਰਦੇ ਹਾਂ, ਉਹਨਾਂ ਦੇ ਵਿੱਚ ਸਹੀ ਭਾਸ਼ਾ ਦਾ, ਸਹੀ ਸ਼ਬਦਾਂ ਦਾ ਉਚਾਰਨ ਕਰੀਏ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ, ਜਿਵੇਂ ਇੱਕ ਦਰਸ਼ਕ ਨੇ ਆਖਿਆ ਸੀ ਕਿ ਅਸੀਂ ਭਾਸ਼ਾ ਦੇ ਵਿਕਾਸ ਦੇ ਬਾਰੇ ਅਸੀਂ ਪ੍ਰੋਗਰਾਮ ਸਾਡੇ ਦਿਮਾਗ 'ਚ ਆ ਗਿਆ, ਅਸੀਂ ਉਲੀਕਿਆ ਹੋਇਆ ਕਿ ਅਸੀਂ ਭਾਸ਼ਾ ਨੇ ਕਿਵੇਂ ਵਿਕਾਸ ਕੀਤਾ, ਮਾਫ ਕਰਨਾ, ਕਿ ਅੱਖਰ ਕਿਵੇਂ ਜਿਹੜੇ ਵਿਕਾਸ ਦੇ ਵਿੱਚ ਆਏ, ਇਹਦੇ ਬਾਰੇ ਸੌਰੀ ਜੀ